ਜੀਵਨ ਬਿਰਤਾਂਤ ਗੁਰੂ ਅਮਰਦਾਸ ਸਾਹਿਬ ਜੀ। ਲੇਖਕ ਪ੍ਰੋਫੈਸਰ ਸਾਹਿਬ ਸਿੰਘ। ਆਵਾਜ਼ ਭਾਈ ਗੁਰਜੰਟ ਸਿੰਘ ਰੂਪੋਵਾਲੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਨਮ ਪਿੰਡ ਬਾਬਾ ਅਮਰਦਾਸ ਜੀ ਦਾ ਜਨਮ ਬਾਸਰ ਕੇ ਪਿੰਡ ਵਿੱਚ ਹੋਇਆ। ਬਾਸਰ ਕਾ ਸ਼ਹਿਰ ਅੰਮ੍ਰਿਤਸਰ ਤੋਂ 5 ਮੀਲਾਂ ਦੀ ਵਿੱਥ ਤੇ ਲਹਿੰਦੇ ਪਾਸੇ ਵੱਲ ਹੈ। ਗੁਰਦੁਆਰਾ ਛੇ ਹਰਟਾ ਸਾਹਿਬ ਤੋਂ ਬਾਸਰ ਕਾ ਦੱਖਣ ਵੱਲ 3 ਮੀਲਾਂ ਤੇ ਹੈ। ਇਹਨਾਂ ਦੇ ਪਿਤਾ ਬਾਬਾ ਤੇਜਭਾਨ ਜੀ ਭੱਲਾ ਕੁਲ ਦੇ ਖੱਤਰੀ ਸਨ। ਪਿੰਡ ਬਾਸਰਕੇ ਵਿੱਚ ਉਹਨਾਂ ਦੀ ਕੁਝ ਭੋਇਆਂ ਦੀ ਮਾਲਕੀ ਸੀ। ਬਾਬਾ ਤੇਜਭਾਨ ਜੀ ਵਾਹੀ ਵੀ ਕਰਾਉਂਦੇ ਸਨ ਅਤੇ ਵਣਜ ਵਿਹਾਰ ਵੀ ਕਰਦੇ ਸਨ। ਬਾਬਾ ਅਮਰਦਾਸ ਜੀ ਦੇ 4 ਭਰਾ ਸਨ। ਇਹ ਵੀ ਵਾਹੀ ਅਤੇ ਵਣਜ ਵਪਾਰ ਨਾਲ ਹੀ ਆਪਣਾ ਤੋਰਾ ਤੋਰਦੇ ਸਨ। ਜਨਮ ਤਾਰੀਖ 8 ਜੇਠ ਸੰਮਤ 1536 ਨੂੰ ਅਮਰਦਾਸ ਜੀ ਦਾ ਜਨਮ ਹੋਇਆ। ਚੰਦਰਮਾ ਦੀਆਂ ਤਰੀਕਾਂ ਦੇ ਹਿਸਾਬ ਉਸ ਦਿਨ ਵੈਸਾਖ ਸੁਦੀ 14 ਸੀ, ਭਾਵ ਮੱਸਿਆ ਤੋਂ ਪਿੱਛੋਂ 14ਵੇਂ ਦਿਨ। ਅੰਗਰੇਜ਼ੀ ਮਹੀਨੇ ਦੀ 5 ਤਰੀਕ ਸੀ ਅਤੇ ਸਨ 1479 ਸੀ। ਇੱਥੇ ਇਹ ਗੱਲ ਚੇਤੇ ਰੱਖਣ ਵਾਲੀ ਹੈ ਕਿ ਗੁਰੂ ਨਾਨਕ ਦੇਵ ਜੀ ਦਾ ਜਨਮ 20 ਵੈਸਾਖ ਸੰਮਤ 1526 ਨੂੰ ਹੋਇਆ ਸੀ। ਸੋ ਗੁਰੂ ਅਮਰਦਾਸ ਜੀ ਗੁਰੂ ਨਾਨਕ ਸਾਹਿਬ ਨਾਲੋਂ ਉਮਰੋਂ ਪੂਰੇ 10 ਸਾਲ ਛੋਟੇ ਸਨ। ਵਿਆਹ ਅਤੇ ਸੰਤਾਨ। ਸਿਆਲਕੋਟ ਤੋਂ ਉਰੇ 20 ਮੀਲ ਦੱਖਣ ਪਾਸੇ ਪਸਰੂਰ ਇੱਕ ਬਹੁਤ ਹੀ ਪੁਰਾਣਾ ਨਗਰ ਹੈ। ਪਸਰੂਰ ਤੋਂ 10 ਕੁ ਮੀਲ ਚੜ੍ਹਦੇ ਵੱਲ ਇੱਕ ਕਸਬਾ ਸਨ ਖਤਰਾ ਹੈ। ਹੁਣ ਤਾਂ ਉਹ ਪਾਸਾ ਪਾਕਿਸਤਾਨ ਵਿੱਚ ਆ ਜਾਣ ਕਰਕੇ ਹਿੰਦੂ ਤੇ ਸਿੱਖਾਂ ਨੂੰ ਆਪਣਾ ਵਤਨ 1947 ਵਿੱਚ ਛੱਡਣਾ ਪੈ ਗਿਆ। ਸਨ ਖਤਰੇ ਨਗਰ ਵਿੱਚ ਬਹੁਤੀ ਖੱਤਰੀਆਂ ਦੀ ਵਸੋਂ ਚੱਲੀ ਆ ਰਹੀ ਸੀ। ਬਾਸਰਕੇ ਤੋਂ ਸਨ ਖਤਰਾ 50-60 ਮੀਲਾਂ ਦੀ ਵਿੱਥ ਤੇ ਹੈ। ਸਨ 1503 ਵਿੱਚ ਜਦੋਂ ਬਾਬਾ ਅਮਰਦਾਸ ਜੀ ਦਾ ਵਿਆਹ ਹੋਇਆ, ਨਾ ਹੀ ਸ਼ਹਿਰ ਅੰਮ੍ਰਿਤਸਰ ਵਸਿਆ ਸੀ ਅਤੇ ਨਾ ਹੀ ਨਗਰ ਡੇਰਾ ਬਾਬਾ ਨਾਨਕ। ਬਾਸਰਕੇ ਤੋਂ ਸਨ ਖਤਰੇ ਜਾਣ ਲਈ ਦਰਿਆ ਰਾਵੀ ਤੋਂ ਰਮਦਾਸ ਦੇ ਪੱਤਣ ਹੀ ਲਾਂਘਾ ਹੁੰਦਾ ਹੋਵੇਗਾ। ਪਾਰਲੇ ਪਾਸੇ ਪੁਰਾਣਾ ਨਗਰ ਨਾਰੋਵਾਲ ਅਤੇ ਉਸ ਤੋਂ ਅਗਾਂਹ 25-20 ਮੀਲਾਂ ਤੇ ਸਨ ਖਤਰਾ। 24 ਕੁ ਸਾਲਾਂ ਦੀ ਉਮਰੇ 11 ਮਾਘ ਸੰਮਤ 1559 ਨੂੰ ਬਾਬਾ ਅਮਰਦਾਸ ਜੀ ਦਾ ਵਿਆਹ ਸਨ ਖਤਰੇ ਹੋਇਆ ਸੀ। ਖੱਤਰੀਆਂ ਦੇ ਬਹਿਲ ਘਰਾਣੇ ਵਿੱਚ ਇਹਨਾਂ ਦੇ ਘਰ 2 ਲੜਕੇ ਅਤੇ 2 ਲੜਕੀਆਂ ਪੈਦਾ ਹੋਈਆਂ। ਬੀਬੀ ਭਾਨੀ ਜੀ, ਬਾਬਾ ਮੋਹਨ ਜੀ, ਬਾਬਾ ਮੋਰੀ ਜੀ ਅਤੇ ਬੀਬੀ ਨਿਧਾਨੀ ਜੀ ਜਾਂ ਦਾਨੀ ਜੀ ਵੀ ਕਿਹਾ ਜਾਂਦਾ। ਧਾਰਮਿਕ ਰੁਚੀਆਂ। ਹਿੰਦੂ ਧਰਮ ਸ਼ਾਸਤਰਾਂ ਅਨੁਸਾਰ ਇਹੀ ਪੁੰਨ ਕਰਮ ਮਿਥੇ ਹੋਏ ਸਨ ਕਿ ਮਨੁੱਖ ਦੇਵੀ ਦੇਵਤਿਆਂ ਦੇ ਮੰਦਰਾਂ ਦੀ ਯਾਤਰਾ ਕਰੇ, ਤੀਰਥਾਂ ਤੇ ਇਸ਼ਨਾਨ ਕਰੇ ਅਤੇ ਬ੍ਰਾਹਮਣਾਂ ਨੂੰ ਦਾਨ ਪੁੰਨ ਕਰੇ। ਬਾਬਾ ਅਮਰਦਾਸ ਜੀ ਦੇ ਮਨ ਦਾ ਝੁਕਾਓ ਧਰਮ ਵੱਲ ਕਾਫੀ ਸੀ। ਵਣਜ ਵਪਾਰ ਦੇ ਸਬੰਧ ਵਿੱਚ ਪੈਂਡੇ ਪਏ ਹੋਏ ਵੀ ਭਗਵਾਨ ਦੇ ਭਜਨ ਗਾਉਂਦੇ ਜਾਇਆ ਕਰਦੇ ਸਨ। ਪੱਕੇ ਵੈਸ਼ਨਵ ਸਨ, ਮਾਸ ਨਹੀਂ ਸਨ ਵਰਤਦੇ। 42 ਸਾਲ ਦੀ ਉਮਰ ਸੀ ਜਦੋਂ ਇਹ ਸਨ 1521 ਵਿੱਚ ਹਰਿਦੁਆਰ ਇਸ਼ਨਾਨ ਕਰਨ ਗਏ ਅਤੇ ਫਿਰ 20 ਵਰ੍ਹੇ ਸਨ 1541 ਤੱਕ ਹਰ ਸਾਲ ਇਹ ਨੇਮ ਨਿਭਾਉਂਦੇ ਰਹੇ। ਗੁਰੂ ਅੰਗਦ ਸਾਹਿਬ ਜੀ ਨਾਲ ਮੇਲ। ਸਨ 1541 ਵਿੱਚ 21ਵੀਂ ਵਾਰੀ ਬਾਬਾ ਅਮਰਦਾਸ ਜੀ ਗੰਗਾ ਦੇ ਇਸ਼ਨਾਨ ਵਾਸਤੇ ਹਰਿਦੁਆਰ ਗਏ। ਉਸ ਜ਼ਮਾਨੇ ਵਿੱਚ ਆਵਾਜਾਈ ਦੇ ਵਸੀਲੇ ਅੱਜ ਕੱਲ੍ਹ ਵਰਗੇ ਤਾਂ ਹੈ ਹੀ ਨਹੀਂ ਸਨ ਕਿ ਦੂਰ ਦੁਰਾਡੇ ਪੈਂਡੇ ਲੋਕ ਘੰਟਿਆਂ ਪਹਿਰਾਂ ਵਿੱਚ ਮੁਕਾ ਸਕਣ। ਪੈਦਲ ਹੀ ਜਾਣਾ ਪੈਂਦਾ ਸੀ। ਤੀਰਥਾਂ ਤੇ ਜਾਣ ਵਾਲੇ ਬੰਦੇ ਸੰਗ ਸਾਥ ਬਣਾ ਕੇ ਘਰੋਂ ਤੁਰਿਆ ਕਰਦੇ ਸਨ। ਸ਼ਾਹੀ ਸੜਕਾਂ ਉੱਤੇ ਪੜਾਅ ਬਣੇ ਹੁੰਦੇ ਸਨ ਜਿੱਥੇ ਦਿਨ ਦੀ ਮੰਜ਼ਲ ਮੁਕਾ ਕੇ ਯਾਤਰੂ ਰਾਤ ਲਈ ਬਸੇਰਾ ਕਰਦੇ ਸਨ ਜਾਂ ਗਰਮੀ ਦੀ ਰੁੱਤੇ ਦੁਪਹਿਰੇ ਕੱਟ ਕੇ ਆਪਣੇ ਰਾਹੇ ਪੈਂਦੇ ਸਨ। ਰਾਹੀਆਂ ਮੁਸਾਫਰਾਂ ਦੀਆਂ ਖਾਣ ਪੀਣ ਆਦਿਕਾਂ ਦੀਆਂ ਲੋੜਾਂ ਪੂਰੀਆਂ ਕਰਨ ਲਈ ਉਹਨਾਂ ਪੜਾਵਾਂ ਤੇ ਹੱਟੀਆਂ ਦੀ ਰੌਣਕ ਹੁੰਦੀ ਸੀ। ਹਰਿਦੁਆਰ ਤੋਂ ਮੁੜਦੀ ਵਾਰੀ ਰਾਹ ਵਿੱਚ ਬਾਬਾ ਅਮਰਦਾਸ ਜੀ ਨੇ ਇੱਕ ਪੜਾਅ ਤੇ ਦੁਪਹਿਰੇ ਆਰਾਮ ਕੀਤਾ। ਉੱਥੇ ਇੱਕ ਪੰਡਤ ਰਹਿੰਦਾ ਸੀ ਜਿਸ ਦੀ ਨਜ਼ਰ ਸਬੱਬ ਨਾਲ ਉਹਨਾਂ ਦੇ ਪੈਰਾਂ ਤੇ ਜਾ ਪਈ। ਪੰਡਤ ਹੱਥਾਂ ਪੈਰਾਂ ਦੀਆਂ ਰੇਖਾਂ ਨੂੰ ਸਮਝਦਾ ਸੀ। ਬਾਬਾ ਅਮਰਦਾਸ ਜੀ ਦੇ ਪੈਰ ਵੇਖ ਕੇ ਪੰਡਤ ਨੇ ਸਮਝ ਲਿਆ ਕਿ ਇਹ ਕੋਈ ਮਹਾਂਪੁਰਖ ਪ੍ਰਗਟ ਹੋਣ ਵਾਲੇ ਹਨ। ਆਪਣੀ ਇਹ ਵਿਚਾਰ ਪੰਡਤ ਨੇ ਉਹਨਾਂ ਨੂੰ ਦੱਸੀ। ਅਗਾਂਹ ਵਾਸਤੇ ਰਸਤੇ ਵਿੱਚ ਬਾਬਾ ਅਮਰਦਾਸ ਜੀ ਦੇ ਨਾਲ ਇੱਕ ਵੈਸ਼ਨਵ ਸਾਧੂ ਸਾਥੀ ਬਣ ਗਿਆ
ਜੋ ਬਾਸਰਕੇ ਤੱਕ ਨਾਲ ਹੀ ਆਇਆ। ਪਰ ਇੱਥੇ ਆ ਕੇ ਜਦੋਂ ਉਸ ਸਾਧੂ ਨੂੰ ਪਤਾ ਲੱਗਾ ਕਿ ਇਹਨਾਂ ਅਜੇ ਕੋਈ ਗੁਰੂ ਨਹੀਂ ਧਾਰਿਆ ਤਾਂ ਉਸ ਨੂੰ ਨਿਗੁਰੇ ਨਾਲ ਸੰਗ ਕਰਨ ਤੇ ਬੜਾ ਅਫਸੋਸ ਹੋਇਆ। ਰਸਤੇ ਵਿੱਚ ਮਿਲੇ ਪੰਡਤ ਅਤੇ ਇਸ ਸਾਧੂ ਦੋਹਾਂ ਦੀਆਂ ਗੱਲਾਂ ਦਾ ਬਾਬਾ ਅਮਰਦਾਸ ਜੀ ਦੇ ਮਨ ਉੱਤੇ ਬੜਾ ਡੂੰਘਾ ਅਸਰ ਪਿਆ। ਕਈ ਇਤਿਹਾਸਕਾਰਾਂ ਦਾ ਖਿਆਲ ਹੈ ਕਿ ਉਸ ਪੰਡਤ ਨੇ ਹੀ ਗੁਰੂ ਨਾਂ ਧਾਰਨ ਦੀ ਉਕਾਈ ਚੇਤੇ ਕਰਾਈ ਸੀ। ਅਜੇ ਥੋੜਾ ਹੀ ਸਮਾਂ ਹੋਇਆ ਸੀ ਜਦੋਂ ਗੁਰੂ ਅੰਗਦ ਦੇਵ ਜੀ ਦੀ ਸੁਪੁੱਤਰੀ ਬੀਬੀ ਅਮਰੋ ਜੀ ਦਾ ਵਿਆਹ ਬਾਬਾ ਅਮਰਦਾਸ ਜੀ ਦੇ ਭਤੀਜੇ ਨਾਲ ਹੋਇਆ ਸੀ। ਬੀਬੀ ਜੀ ਦੀ ਉਮਰ ਅਜੇ 15 ਕੁ ਸਾਲਾਂ ਦੀ ਹੀ ਸੀ, ਪਰ ਗੁਰਗੋਦੀ ਵਿੱਚ ਪਲ ਕੇ ਉਸ ਦੀ ਰੁਚੀ ਗੁਰੂ ਨਾਨਕ ਸਾਹਿਬ ਦੀ ਬਾਣੀ ਵੱਲ ਬਣੀ ਹੋਈ ਸੀ। ਮਾਪਿਆਂ ਦੇ ਘਰ ਸਿੱਖੀ ਮਰਜ਼ਾਦਾ ਅਨੁਸਾਰ ਸਹੁਰੇ ਘਰ ਆ ਕੇ ਵੀ ਉਸਨੇ ਅੰਮ੍ਰਿਤ ਵੇਲੇ ਉੱਠ ਕੇ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਪੜ੍ਹਨ ਦਾ ਨੇਮ ਜਾਰੀ ਰੱਖਿਆ। ਵੈਸ਼ਨਵ ਸਾਧੂ ਦੇ ਚਲੇ ਜਾਣ ਤੇ ਬਾਬਾ ਅਮਰਦਾਸ ਜੀ ਦੇ ਹਿਰਦੇ ਉੱਤੇ ਅਜੇ ਸੱਜਰੀ ਹੀ ਚੋਟ ਵੱਜੀ ਸੀ। ਆਪਣੀ ਹੀ ਬੋਲੀ ਵਿੱਚ ਰੱਬੀ ਸਿਫਤ ਸਲਾਹ ਦੀ ਬਾਣੀ ਸੁਣ ਕੇ ਮਨ ਵਿੱਚ ਧੂ ਪਈ। ਉਸੇ ਹੀ ਦਿਨ ਖਡੂਰ ਸਾਹਿਬ ਆਏ। ਸਤਿਗੁਰੂ ਜੀ ਨੇ ਆਇਆਂ ਦੇ ਕੁੜਮ ਵਾਂਗ ਸਤਿਕਾਰ ਕਰਨਾ ਚਾਹਿਆ, ਪਰ ਇਹ ਅਪੜਦੇ ਹੀ ਚਰਨਾਂ ਤੇ ਟਹਿ ਪਏ। ਬੇਨਤੀ ਕੀਤੀ ਕਿ ਮੈਂ ਤਾਂ ਸਿੱਖ ਬਣਨ ਲਈ ਆਇਆ ਹਾਂ ਅਤੇ ਆਤਮਿਕ ਜੀਵਨ ਦੀ ਦਾਤ ਲੈਣ ਆਇਆ ਹਾਂ। ਬਾਬਾ ਅਮਰਦਾਸ ਜੀ ਦੀ ਉਮਰ ਉਸ ਵੇਲੇ 62 ਸਾਲਾਂ ਦੀ ਸੀ। ਇਸੇ ਹੀ ਸਾਲ ਸਨ 1541 ਵਿੱਚ ਭਾਈ ਜੇਠਾ ਜੀ ਗੁਰੂ ਰਾਮਦਾਸ ਜੀ ਦੀ ਨਾਨੀ ਉਹਨਾਂ ਨੂੰ ਉਹਨਾਂ ਦੇ ਪਿਤਾ ਦੇ ਚਲਾਣਾ ਕਰਨ ਤੇ ਲਾਹੌਰ ਤੋਂ ਬਾਸਰਕੇ ਲੈ ਆਈ ਸੀ। ਬਾਸਰਕੇ ਭਾਈ ਜੇਠਾ ਜੀ ਦੇ ਨਾਨਕੇ ਸਨ। ਘਾਲ ਕਮਾਈ ਅਤੇ ਗੁਰਿਆਈ। ਭਾਵੇਂ ਬਾਬਾ ਅਮਰਦਾਸ ਜੀ ਦੀ ਉਮਰ ਇਤਨੀ ਵਡੇਰੀ ਸੀ, ਪਰ ਦਿਲ ਵਿੱਚ ਆਪਾ ਵਾਰ ਕੇ ਗੁਰੂ ਦੀ ਦਸੀ ਕਾਰ ਕਰਨ ਦੀ ਤੀਬਰ ਖਿੱਚ ਸੀ। ਸੇਵਾ ਵਿੱਚ ਜਵਾਨਾਂ ਵਾਂਗ ਜੁਟ ਪਏ। ਦਿਨ ਰਾਤ ਇੱਕ ਕਰ ਦਿੱਤਾ। ਇਹਨਾਂ ਦਾ ਘਰ ਦਾ ਗੁਜ਼ਾਰਾ ਚੰਗਾ ਸੌਖਾ ਸੀ। ਸਾਕੋਂ ਵੀ ਗੁਰੂ ਅੰਗਦ ਸਾਹਿਬ ਦੇ ਕੁੜਮ ਸਨ। ਦੁਨੀਆ ਦੇ ਦ੍ਰਿਸ਼ਟੀਕੋਣ ਤੋਂ ਉੱਚੇ ਥਾਂ ਸਨ। ਮਾਇਆ ਅਤੇ ਮਾਣ ਹੱਥੀਂ ਸੇਵਾ ਕਰਨ ਦੇ ਰਾਹ ਵਿੱਚ ਭਾਰੀ ਰੁਕਾਵਟ ਹੋਇਆ ਕਰਦੇ ਹਨ, ਪਰ ਗੁਰੂ ਅਮਰਦਾਸ ਜੀ ਨੂੰ ਇਹ ਵੀ ਨਾ ਪੋ ਸਕੇ। ਖਡੂਰ ਸਾਹਿਬ ਤੋਂ ਬਿਆਸਾ ਦਰਿਆ 3 ਕੁ ਕੋਹਾਂ ਤੇ ਹੈ। ਅੱਧੀ ਰਾਤੇ ਉੱਠ ਕੇ ਗਾਗਰ ਲੈ ਕੇ ਬਿਆਸਾ ਤੇ ਜਾਣਾ, ਆਪ ਇਸ਼ਨਾਨ ਕਰਕੇ ਆਪਣੇ ਗੁਰੂ ਪਾਤਸ਼ਾਹ ਦੇ ਇਸ਼ਨਾਨ ਲਈ ਗਾਗਰ ਭਰਨੀ ਅਤੇ ਵਾਪਸ ਖਡੂਰ ਅੱਪੜ ਕੇ ਉਹਨਾਂ ਨੂੰ ਅੰਮ੍ਰਿਤ ਵੇਲੇ ਹੀ ਇਸ਼ਨਾਨ ਕਰਾਉਣਾ। ਬਾਬਾ ਅਮਰਦਾਸ ਜੀ ਨੇ ਇਹ ਆਪਣੀ ਨਿੱਤ ਦੀ ਕਾਰ ਬਣਾ ਲਈ। ਸਿੱਖ ਇਤਿਹਾਸ ਲਿਖਦਾ ਹੈ, ਕਿਉਂਕਿ ਉਮਰ ਵਡੇਰੀ ਸੀ, ਭਰੀ ਗਾਗਰ ਇਕੱਲੇ ਆਪ ਚੁੱਕਣੀ ਔਖਾ ਕੰਮ ਸੀ। ਇਸ ਵਾਸਤੇ ਦਰਿਆ ਦੇ ਡੂੰਘੇ ਪਾਣੀ ਵਿੱਚੋਂ ਗਾਗਰ ਭਰਦੇ ਸਨ ਅਤੇ ਇਸੇ ਤਰ੍ਹਾਂ ਖੜੇ ਖੜੋਤੇ ਸੌਖੀ ਹੀ ਗਾਗਰ ਸਿਰ ਉੱਤੇ ਧਰ ਲੈਂਦੇ ਸਨ। ਭਰੀ ਹੋਈ ਗਾਗਰ 3 ਕੋਹ ਪੈਂਡਾ ਸਿਰ ਉੱਤੇ ਚੁੱਕ ਕੇ ਲਿਆਉਣੀ ਵੀ ਕੋਈ ਸੌਖੀ ਖੇਡ ਨਹੀਂ ਸੀ। ਰਾਹ ਵਿੱਚ ਦਮ ਲੈਣਾ ਪੈਂਦਾ ਸੀ। ਇਸ ਸੌਖ ਵਾਸਤੇ ਉਹਨਾਂ ਨੇ ਅੱਧ ਕੁ ਵਾਟੇ ਦਮ ਲੈਣ ਲਈ ਇੱਕ ਦਮਦਮਾ ਭਾਵ ਉੱਚਾ ਥੜਾ ਬਣਾ ਲਿਆ ਹੋਇਆ ਸੀ, ਜਿੱਥੇ ਖਲੋਤੇ ਹੀ ਗਾਗਰ ਸਿਰੋਂ ਲਾ ਕੇ ਰੱਖ ਲੈਂਦੇ ਸਨ ਅਤੇ ਵਿਸੌਣੀ ਕੱਢ ਕੇ ਮੁੜ ਖਲੋਤੇ ਹੀ ਸਿਰ ਉੱਤੇ ਰੱਖ ਲੈਂਦੇ ਸਨ। ਆਲਸ ਉਹਨਾਂ ਦੇ ਕਿਤੇ ਨੇੜੇ ਨਹੀਂ ਸੀ ਟੁਕਦਾ। ਦਿਨ ਦੇ ਵੇਲੇ ਲੰਗਰ ਦੀ ਸੇਵਾ ਕਰਦੇ ਸਨ। ਲੰਗਰ ਦੇ ਭਾਂਡੇ ਮਾਂਜਣੇ, ਬਾਲਣ ਲਿਆਉਣਾ, ਪਾਣੀ ਢੋਣਾ, ਗਰਮੀ ਦੀ ਰੁੱਤੇ ਲੋੜ ਅਨੁਸਾਰ ਪੱਖਾ ਚੱਲਣਾ। ਗੱਲ ਕੀ ਗੁਰੂ ਦਰ ਤੇ ਆਏ ਬੰਦਿਆਂ ਦੀ ਹਰੇਕ ਸਰੀਰਕ ਲੋੜ ਪੂਰੀ ਕਰਨੀ ਉਹਨਾਂ ਆਪਣੀ ਜ਼ਿੰਦਗੀ ਦਾ ਨਿਸ਼ਾਨਾ ਬਣਾ ਲਿਆ ਹੋਇਆ ਸੀ। ਨਿਰਾ ਇਹ ਨਹੀਂ, ਹੱਥ ਪਿਆਰੇ ਦੀ ਇਸ ਕਾਰ ਵੱਲ ਤੇ ਚਿੱਤ ਕਰਤਾਰ ਵੱਲ ਰਹਿੰਦਾ ਸੀ। ਉਹਨਾਂ ਦੇ ਹਿਰਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਦੀ ਬਾਣੀ ਦਾ ਵੀ ਇਹ ਇੱਕ ਅਜਬ ਇਸ਼ਕ ਪੈਦਾ ਹੋਇਆ। ਇਹ ਇਸ਼ਕ ਹੀ ਤਾਂ ਧੂ ਕੇ ਲਿਆਇਆ ਸੀ। ਹੱਥਾਂ ਦੀ ਕਾਰ ਦੇ ਨਾਲ ਨਾਲ ਇਹ ਵੀ ਬੇਮਿਸਾਲ ਕਰ ਵਿਖਾਇਆ। ਸੰਗਤਾਂ ਦੀ ਸੇਵਾ ਤੋਂ ਜਿਹੜਾ ਵੀ ਵਿਹਲਾ ਸਮਾਂ ਮਿਲਦਾ, ਗੁਰੂ ਅੰਗਦ ਸਾਹਿਬ ਪਾਸੋਂ ਲੈ ਕੇ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਪੜ੍ਹਦੇ ਰਹਿੰਦੇ ਸਨ। ਸਾਰੀ ਬਾਣੀ ਦਾ ਸੰਗ੍ਰਹਿ। ਆਖਰ ਜਦੋਂ ਗੁਰੂ ਅੰਗਦ ਦੇਵ ਜੀ ਨੇ ਗੁਰਿਆਈ ਦੀ ਜ਼ਿੰਮੇਵਾਰੀ ਉਹਨਾਂ ਦੇ ਸਪੁਰਦ ਕੀਤੀ, ਤਾਂ ਇਸੇ ਇਸ਼ਕ ਤੇ ਅਭਿਆਸ ਨੇ ਹੀ ਉਹਨਾਂ ਦੇ ਅੰਦਰ ਵੀ ਇਲਾਹੀ ਕਾਵਿ ਦੀਆਂ ਤਰਬਾਂ ਹਿਲਾ ਦਿੱਤੀਆਂ ਸਨ ਅਤੇ 74 ਸਾਲਾਂ ਦੀ ਬਿਰਧ ਉਮਰੇ ਉਹਨਾਂ ਨੂੰ ਉੱਚ ਕੋਟੀ ਦਾ ਰੱਬੀ ਕਵੀ ਬਣਾ ਦਿੱਤਾ ਸੀ। ਹਾੜ ਹੋਵੇ, ਸਿਆਲ ਹੋਵੇ, ਹਨੇਰੀ ਹੋਵੇ, ਮੀਂਹ ਹੋਵੇ, ਅੱਧੀ ਰਾਤੇ ਬਿਆਸਾ ਤੋਂ ਪਾਣੀ ਦੀ ਗਾਗਰ ਲਿਆਉਣ ਵਾਲੇ ਨੇਮ ਵਿੱਚ ਬਾਬਾ ਅਮਰਦਾਸ ਜੀ ਨੇ ਕਦੇ ਫਰਕ ਨਾ ਪੈਣ ਦਿੱਤਾ। ਜਿਉਂ-ਜਿਉਂ ਉਮਰ ਵਡੇਰੀ ਹੁੰਦੀ ਜਾਏ, ਸਰੀਰਕ ਬਲ ਘਟਦਾ ਜਾਣਾ ਇਹ ਕੁਦਰਤੀ ਨਿਯਮ ਹੈ। ਬਾਬਾ ਅਮਰਦਾਸ ਜੀ ਉੱਤੇ ਵੀ
इस निजम का असर पैना ही सी। कई वारी हनेरे विच ठेडे खाधे होणगे। प्रेम की सार ना जानन वालियां ने उन्हां ठेडियां उत्ते हासा भी कई वारी कीता होवेगा, पर लोकां दा कोई हासा मखौल बाबा अमरदास जी दे इस इश्क पंद विच ठेडा ना मार सकिया। सिख इतिहास ने अजिहे एक मखौल का जिक्र किया है। जदों एक हनेरी सियाली रुत्ते मींह वरदे विच भरी गागर लई आउंदे खडूर दे जलाहियां दी खड्डी विच आप ठेडा खा के डिग पे सन। खड़ाक सुन के जुलाहे ने अपनी वोटी तो पुछया कि खड़ाक किहा होया है। अगों जुलाही ने आख्या कि यह ओहो ही नथावा होवेगा जो रात भी चैन नहीं लैंदा। यह जिक्र सन 1552 का है, जदों इन्हां दी उम्र 73 सालां दी हो गई सी। अपड़दी जुलाही दी यह बोली गुरु अंगद साहब तक भी जा पड़ी। अगे भी कई अजिहियां पहुंचदियां ही होणगियां। गुरु दे बचनां विच अडोल सिदक, गुरु अते खलकत दी सेवा लई करड़ी घाल, लोकां दे मिहणे हासे वल्लों बेपरवाही ते ठंडा जिगरा, इन्हां गुणां ने गुरु अंगद साहब नूं यकीन करा दिता कि गुरु नानक देव जी की सौंपी जिम्मेवारी का भार बाबा अमरदास जी ही चुकण जोग हन। एक माघ संमत 1608 जनवरी सन 1552 नूं सारी संगत दे सामने गुरु अंगद साहब ने बाबा अमरदास जी नूं गुरु थाप दिता। अपनी बाणी ते भगत बाणी समेत गुरु नानक देव जी की सारी बाणी इन्हां दे हवाले कर दिती अते बचन कीता कि निआसरे ते निथावे सिर्फ वो लोग हुंदे हन जो दुनिया वाले कच्चे ते तोड़ ना निभण वाले आसरे भालदे हन। जिन्हां दी टेक गुरु ते करतार होवे वो पक्के आसरे वाले हो के दूजियां लई भी आसरा बनदे हन। सो गुरु अमरदास निथावियां दी थां है अते निआसरियां दा आसरा है। प्रचार केंद्र गोइंदवाल। गुरु अंगद देव जी 3 वैसाख 1609 29 मार्च सन 1552 नूं ज्योति जोत समा गए सन। उस दिन तो यह जिम्मेवारी गुरु अमरदास जी ने चुक लई अते सिख धर्म के प्रचार का केंद्र खडूर की थां गोइंदवाल जा बनाया। ये नगर ब्यासा के कंढे गुरु अंगद साहब के हुक्म अनुसार इन्हां आप ही वसाया सी। बीबी भानी जी की शादी। गुरु अमरदास जी की लड़की बीबी भानी विआउण जोग हो गई। लड़की वास्ते सुचज्जा जीवन साथी ढूंढना साडे देश विच मापियां लई एक बड़ी भारी जिम्मेवारी है। ज्यों-ज्यों धी गुड्डियां पटोलियां वाली उमरों आगाह लंघदी है, मापे चुफेरे अखां खोल के अपने साकां अंगां दे बच्चियां नूं गौह नाल वेखदे हन अते अपने मन विच मिथां मिथदे रहिंदे हन। गुरु अमरदास जी ने सन 1541 विच भाई जेठा जी नूं वेख्या। जदों उन्हां दे पिता दे चलाणे ते नानी उन्हां नूं बासर के लै आई सी। चेहरे तो बड़े होणहार अते बोल चाल तो बहुत प्यारे दिसे। इसे करके सन 1546 विच उन्हां नूं गोइंदवाल लै आए सन। इत्थे आके गुरु दर दी सेवा, लंगर दी सेवा अते संगतां दी सेवा विच तां सांझ प्यार होर भी वधीक वधदा गया। बाबा अमरदास जी दी राहीं ही गुरु अंगद साहब जी दे वेले भाई जेठा जी दा जीवन गुरमर्जी वाले संचे विच ढलदा रहा। जदों गुरु अमरदास जी सन 1552 विच गुरु बने, भाई जेठा जी की उम्र 18 सालां दी हो चुकी सी। सन 1553 विच सतगुरु जी ने बीबी भानी जी की शादी भाई जेठा भाव गुरु रामदास जी दे नाल कर दिती। दुनियावी मापियां लई पूरने। दुनिया के दृष्टिकोण तो भाई जेठा जी यतीम सन। उन्हां दी कोई जायदाद भी नहीं सी, कोई सरदे पुजदे भरा भी नहीं सन। मापियां दे इक्को एक पुत्र ते ओ भी यतीम। पर गुरु अमरदास जी ने उन्हां दी होणहारता वेखी, उन्हां दा जीवन वेख्या। 7 सालां दी उम्र तो 19 सालां दी उम्र तक 12 साल अपने सामने पलदा पलरदा वेख्या ते हर तरह अपनी लड़की लई जोग वर जाणिया। माया दा साथ होशा साथ, सेहत, गुण, आचरण, सुभाव ये सन गल्लां वेखण वालियां जो गुरु अमरदास जी ने वेखियां, आप वेखियां ते दुनिया दे होर मापियां लई पूरने पा दिते। गोइंदवाल दी रौनक। खडूर साहब दे थां सिख धर्म दा केंद्र गोइंदवाल बन जाण ते सिखां दी आवाजाई गोइंदवाल हो गई। सिखां दी गिणती भी दिनों दिन वधदी जा रही सी।
ਇਹ ਨਗਰ ਸ਼ਾਹੀ ਸੜਕ ਉੱਤੇ ਸੀ। ਵਪਾਰ ਵੀ ਵਧਣ ਲੱਗ ਪਿਆ ਤੇ ਹੋਰ ਕਈ ਲੋਕ ਵੀ ਇੱਥੇ ਆ ਵਸੇ। ਇਸ ਨੂੰ ਬਣਿਆ ਜੇ ਥੋੜੇ ਹੀ ਸਾਲ ਹੋਏ ਸਨ। ਨਗਰ ਦੇ ਮਕਾਨ ਇਤਨੇ ਨਹੀਂ ਸਨ ਕਿ ਇਸ ਵਧ ਰਹੀ ਵਸੋਂ ਲਈ ਕਾਫੀ ਹੋ ਸਕਣ। ਨਵੀਆਂ ਇਮਾਰਤਾਂ ਵਾਸਤੇ ਇਮਾਰਤੀ ਲੱਕੜੀ ਦੀ ਲੋੜ ਸੀ। ਗੁਰੂ ਅਮਰਦਾਸ ਜੀ ਨੇ ਆਪਣੇ ਭਤੀਜੇ ਸਾਵਣ ਮੱਲ ਨੂੰ ਲੱਕੜੀ ਵਾਸਤੇ ਕਾਂਗੜੇ ਦੇ ਇਲਾਕੇ ਵਿੱਚ ਹਰੀਪੁਰ ਭੇਜਿਆ। ਹਰੀਪੁਰ ਦਾ ਰਾਜਾ ਅਤੇ ਉੱਥੋਂ ਦੇ ਬਾਕੀ ਲੋਕ ਬੈਰਾਗੀ ਸਾਧੂਆਂ ਦੇ ਚੇਲੇ ਸਨ ਤੇ ਇਕਾਦਸ਼ੀ ਆਦਿਕ ਵਰਤ ਰੱਖਦੇ ਸਨ। ਭਾਈ ਸਾਵਣ ਮੱਲ ਅਤੇ ਉਸ ਦੇ ਸਾਥੀ ਗੁਰਸਿੱਖਾਂ ਦੀ ਰੋਜ਼ਾਨਾ ਰਹਿਣੀ ਬਹਿਣੀ ਉਹਨਾਂ ਲੋਕਾਂ ਨੂੰ ਪਹਿਲਾਂ ਓਪਰੀ ਜਾਪੀ, ਪਰ ਜਿਉਂ-ਜਿਉਂ ਗੁਰੂ ਅਮਰਦਾਸ ਜੀ ਦੇ ਸਿੱਖਾਂ ਨਾਲ ਪਹਾੜੀਆਂ ਨੂੰ ਵਾਹ ਪਿਆ, ਉਹਨਾਂ ਉੱਤੇ ਇਹਨਾਂ ਦੇ ਸਾਦਾ ਜੀਵਨ ਦਾ ਬੜਾ ਅਸਰ ਪਿਆ। ਹਰੀਪੁਰ ਦਾ ਰਾਜਾ ਸਤਿਗੁਰੂ ਜੀ ਦਾ ਸਿੱਖ ਬਣਿਆ। ਗੋਇੰਦਵਾਲ ਦੀਆਂ ਨਵੀਆਂ ਇਮਾਰਤਾਂ ਵਾਸਤੇ ਲੱਕੜੀ ਭਿਜਵਾਉਣ ਵਿੱਚ ਉਸ ਨੇ ਬੜੀ ਸੇਵਾ ਸਹਾਇਤਾ ਕੀਤੀ। ਜਦੋਂ ਭਾਈ ਸਾਵਣ ਮੱਲ ਵਾਪਸ ਗੋਇੰਦਵਾਲ ਆਏ ਤਾਂ ਉਹ ਰਾਜਾ ਵੀ ਆਪਣੇ ਪਰਿਵਾਰ ਸਮੇਤ ਦਰਸ਼ਨ ਨੂੰ ਆਇਆ। ਇਹ ਜ਼ਿਕਰ ਸਨ 1556 ਸੰਮਤ 1613 ਦਾ ਹੈ। ਗੁਰੂ ਕਾ ਲੰਗਰ। ਅਸੀਂ ਪਿੱਛੇ ਵੇਖ ਆਏ ਹਾਂ ਕਿ ਹਿੰਦੂ ਸਮਾਜ ਵਿੱਚ ਪਏ ਛੂਤ-ਛਾਤ ਦੇ ਰੋਗ ਨੂੰ ਦੂਰ ਕਰਨ ਵੱਲ ਗੁਰੂ ਨਾਨਕ ਦੇਵ ਜੀ ਖਾਸ ਧਿਆਨ ਦਿੰਦੇ ਰਹੇ। ਉਹਨਾਂ ਦੇ ਹੀ ਪੂਰਨਿਆਂ ਉੱਤੇ ਤੁਰ ਕੇ ਗੁਰੂ ਅੰਗਦ ਸਾਹਿਬ ਨੇ ਲੰਗਰ ਚਲਾਇਆ ਹੋਇਆ ਸੀ, ਜਿਸ ਵਿੱਚ ਇਸ ਗੱਲ ਦਾ ਖਾਸ ਧਿਆਨ ਰੱਖਿਆ ਜਾਂਦਾ ਸੀ ਕਿ ਕਿਸੇ ਵੀ ਆਏ ਪਰਦੇਸੀ ਨਾਲ ਕੋਈ ਹੌਲਾ ਸਲੂਕ ਨਾ ਹੋਵੇ। ਗੁਰੂ ਅਮਰਦਾਸ ਜੀ ਨੇ ਵੀ ਉਹਨਾਂ ਹੀ ਲੀਹਾਂ ਉੱਤੇ ਇਸ ਉਦਮ ਨੂੰ ਜਾਰੀ ਰੱਖਿਆ। ਕਿਸੇ ਵੀ ਜਾਤ ਵਰਨ ਦਾ ਮਨੁੱਖ ਹੋਵੇ, ਉਸ ਨੂੰ ਇੱਕੋ ਪੰਗਤ ਵਿੱਚ ਬਿਠਾ ਕੇ ਪ੍ਰਸ਼ਾਦ ਛਕਾਇਆ ਜਾਂਦਾ ਸੀ। ਗਰੀਬ ਜਾਤੀਆਂ ਉੱਤੇ ਹੋ ਰਹੀ ਵਧੀਕੀ ਨੂੰ ਦੂਰ ਕਰਨ ਲਈ ਗੁਰੂ ਅਮਰਦਾਸ ਜੀ ਨੇ ਇੱਕ ਹੋਰ ਨਵਾਂ ਕਦਮ ਪੁੱਟਿਆ। ਉਹਨਾਂ ਹੁਕਮ ਦਿੱਤਾ ਕਿ ਸੰਗਤ ਵਿੱਚ ਦੀਵਾਨ ਵਿੱਚ ਸਿਰਫ ਉਹਨਾਂ ਲੋਕਾਂ ਨੂੰ ਬੈਠਣ ਦੀ ਆਗਿਆ ਮਿਲੇਗੀ ਜੋ ਗੁਰੂ ਕੇ ਲੰਗਰ ਵਿੱਚ ਸਭ ਨਾਲ ਰਲ ਕੇ ਇੱਕੋ ਪੰਗਤ ਵਿੱਚ ਰੋਟੀ ਖਾਣ। ਆਖਰ ਦੀਵਾਨਾਂ ਵਿੱਚ ਵੀ ਤਾਂ ਨਿਤ ਇਹੀ ਸਿੱਖਿਆ ਦਿੱਤੀ ਜਾ ਰਹੀ ਸੀ ਕਿ ਕਿਸੇ ਵੀ ਬੰਦੇ ਨੂੰ ਨੀਵਾਂ ਨਾ ਸਮਝੋ, ਕਿਸੇ ਨੂੰ ਵੀ ਸ਼ੂਦਰ ਆਖ ਕੇ ਨਾ ਦੁਰਕਾਰੋ। ਇਸ ਸਿੱਖਿਆ ਨੂੰ ਵਧੀਕ ਅਮਲੀ ਸ਼ਕਲ ਵਿੱਚ ਲਿਆਉਣ ਲਈ ਗੁਰੂ ਅਮਰਦਾਸ ਜੀ ਨੇ ਸੰਗਤ ਅਤੇ ਲੰਗਰ ਦੀ ਡੂੰਘੀ ਸਾਂਝ ਬਣਾਉਣ ਵਾਸਤੇ ਇੱਕੋ ਪੰਗਤ ਵਾਲੀ ਇੱਕ ਵਧੀਕ ਕਰੜਾਈ ਕਰ ਦਿੱਤੀ। ਗੋਂਦੇ ਨੇ ਸਤਿਗੁਰੂ ਜੀ ਦੀ ਸਹਾਇਤਾ ਨਾਲ ਇਹ ਨਗਰ ਵਸਾ ਕੇ ਆਪਣੀ ਬਰਾਦਰੀ ਦੇ ਕਈ ਭਰਾ ਇੱਥੇ ਲਿਆ ਵਸਾਏ ਸਨ। ਬ੍ਰਾਹਮਣਾਂ ਦੇ ਵੀ ਕਈ ਟੱਬਰ ਆ ਵਸੇ ਸਨ। ਇਹਨਾਂ ਉੱਚ ਜਾਤੀਆਂ ਲੋਕਾਂ ਨੂੰ ਇਹ ਗੱਲ ਪਸੰਦ ਨਾ ਆਈ ਕਿ ਚੂੜੇ ਚਮਾਰ ਅਤੇ ਖੱਤਰੀ ਬ੍ਰਾਹਮਣ ਸਭ ਇੱਕੋ ਕਤਾਰ ਵਿੱਚ ਬੈਠ ਕੇ ਰੋਟੀ ਖਾਣ। ਸਦੀਆਂ ਦੇ ਪੈਰਾਂ ਹੇਠ ਲਤਾੜੇ ਗਰੀਬਾਂ ਨੂੰ ਇਹ ਲੋਕ ਭਲਾ ਕਿਵੇਂ ਆਪਣੇ ਕੋਲ ਬੈਠਣ ਦੇਣ। ਬ੍ਰਾਹਮਣਾਂ ਤੇ ਖੱਤਰੀਆਂ ਨੇ ਸਹਿਜੇ ਸਹਿਜੇ ਇਸ ਗੱਲੋਂ ਗੁਰੂ ਅਮਰਦਾਸ ਜੀ ਦੀ ਵਿਰੋਧਤਾ ਕਰਨੀ ਸ਼ੁਰੂ ਕਰ ਦਿੱਤੀ। ਦੂਰ ਨੇੜੇ ਦੇ ਪਿੰਡਾਂ ਨਗਰਾਂ ਦੇ ਬ੍ਰਾਹਮਣਾਂ ਖੱਤਰੀਆਂ ਦੇ ਵਿੱਚ ਇਹ ਗਿਲੇ ਹੋਣੇ ਸ਼ੁਰੂ ਹੋ ਗਏ ਕਿ ਗੁਰੂ ਅਮਰਦਾਸ ਜੀ ਸ਼ਾਸਤਰਾਂ ਦੀ ਮਰਜ਼ਾਦਾ ਉਲੰਘ ਕੇ ਸਭ ਸ਼ੰਕਰ ਵਰਨ ਕਰੀ ਜਾ ਰਹੇ ਹਨ। ਪਰ ਇਹਨਾਂ ਲੋਕਾਂ ਦੀ ਵਿਰੋਧਤਾ ਲੰਗਰ ਦੀ ਮਰਜ਼ਾਦਾ ਵਿੱਚ ਕੋਈ ਰੋਕ ਨਾ ਪਾ ਸਕੀ। ਇਹ ਨਿਯਮ ਜਾਰੀ ਹੀ ਰਿਹਾ ਕਿ ਸੰਗਤ ਵਿੱਚ ਉਹੀ ਬੈਠ ਸਕੇਗਾ ਜੋ ਲੰਗਰ ਵਿੱਚੋਂ ਪੰਗਤ ਵਿੱਚ ਬੈਠ ਕੇ ਪ੍ਰਸ਼ਾਦ ਛਕੇਗਾ। ਸਿੱਖ ਇਤਿਹਾਸ ਵਿੱਚ ਇੱਕ ਪੰਡਤ ਮਾਈ ਦਾਸ ਦਾ ਜ਼ਿਕਰ ਆਉਂਦਾ ਹੈ, ਜਿਸ ਨੇ ਪਹਿਲਾਂ ਤਾਂ ਪੰਡਤ ਵਿੱਚ ਬੈਠ ਕੇ ਰੋਟੀ ਖਾਣ ਤੋਂ ਕੁਝ ਸੰਕੋਚ ਕੀਤਾ, ਪਰ ਜਦੋਂ ਉਸ ਨੂੰ ਇਹ ਪਤਾ ਲੱਗਾ ਕਿ ਗੁਰੂ ਦਰ ਤੇ ਅੱਪਣ ਲਈ ਬੰਦਿਆਂ ਤੋਂ ਇਹ ਘ੍ਰਿਣਾ ਦੂਰ ਕਰਨੀ ਹੀ ਪਵੇਗੀ, ਤਾਂ ਉਸ ਨੇ ਛੂਤ ਛਾਤ ਤੇ ਭਰਮ ਮਿਟਾ ਲਏ। ਇਸ ਦਾ ਸਿੱਟਾ ਇਹ ਨਿਕਲਿਆ ਕਿ ਗੁਰੂ ਦਰ ਤੇ ਰਹਿ ਕੇ ਸਿੱਖ ਧਰਮ ਵਿੱਚ ਪੱਕਾ ਹੋ ਕੇ ਮਾਈ ਦਾਸ ਉੱਘੇ ਸਿੱਖਾਂ ਵਿੱਚ ਗਿਣਿਆ ਜਾਣ ਲੱਗ ਪਿਆ। 22 ਮੰਜੀਆਂ ਥਾਪਣ ਵੇਲੇ ਸਤਿਗੁਰੂ ਜੀ ਨੇ ਇੱਕ ਇਲਾਕੇ ਦਾ ਪ੍ਰਚਾਰਕ ਭਾਈ ਮਾਈ ਦਾਸ ਜੀ ਨੂੰ ਵੀ ਮੁਕਰਰ ਕੀਤਾ। ਗੁਰਿਆਈ ਦਾ ਦਾਅਵੇਦਾਰ ਗੁਰੂ ਅੰਗਦ ਦੇਵ ਜੀ ਨੇ ਗੁਰੂ ਨਾਨਕ ਸਾਹਿਬ ਦੇ ਪਾਏ ਹੋਏ ਪੂਰਨਿਆਂ ਉੱਤੇ ਤੁਰ ਕੇ ਸਾਰੀ ਉਮਰ ਖਡੂਰ ਵਿੱਚ ਲੰਗਰ ਜਾਰੀ ਰੱਖਿਆ, ਜਿੱਥੇ ਊਚ ਨੀਚ ਗਰੀਬ ਅਮੀਰ ਸਭ ਨੂੰ ਇੱਕੋ ਪੰਗਤ ਵਿੱਚ ਬਿਠਾ ਕੇ ਛੂਤ ਛਾਤ ਦਾ ਸਮਾਜਿਕ ਰੰਗ ਦੂਰ ਕਰਨ ਦੇ ਯਤਨ ਕੀਤੇ ਜਾਂਦੇ ਰਹੇ। ਉਹਨਾਂ ਹੀ ਲੀਹਾਂ ਉੱਤੇ ਗੁਰੂ ਅਮਰਦਾਸ ਜੀ ਤੁਰੇ। ਇਹ ਕੁਦਰਤੀ ਗੱਲ ਸੀ ਕਿ ਸ਼ੂਦਰ ਅਖਵਾਉਂਦੇ ਗਰੀਬ ਲੋਕਾਂ ਦੇ ਦਿਲ ਵਿੱਚ ਗੁਰੂ ਅਮਰਦਾਸ ਜੀ ਵਾਸਤੇ ਪਿਆਰ ਸਤਿਕਾਰ ਬਣੇ। ਸਤਿਗੁਰੂ ਜੀ ਦੀ ਵਡਿਆਈ ਚੁਫੇਰੇ ਵਧਣ ਲੱਗੀ। ਗੋਇੰਦਵਾਲ ਤੋਂ ਖਡੂਰ ਕੋਈ ਦੂਰ ਨਹੀਂ ਸੀ। ਗੁਰੂ ਅੰਗਦ ਸਾਹਿਬ ਜੀ ਦੇ ਸਾਹਿਬਜ਼ਾਦੇ
ਬਾਬਾ ਦਾਤੂ ਜੀ ਦੇ ਮਨ ਵਿੱਚ ਕਦੇ ਕਦੇ ਇਹ ਖੋਹ ਪੈਣ ਲੱਗ ਪਈ ਕਿ ਜੇ ਮੈਂ ਗੁਰੂ ਬਣਦਾ ਤਾਂ ਇਹ ਮਾਣ ਵਡਿਆਈ ਅੱਜ ਮੈਨੂੰ ਮਿਲਦੀ। ਜਦੋਂ ਲੰਗਰ ਦੀ ਅਭੇਦਤਾ ਦੇ ਕਾਰਨ ਗੋਇੰਦਵਾਲ ਦੇ ਬ੍ਰਾਹਮਣਾਂ ਤੇ ਖੱਤਰੀਆਂ ਨੇ ਗੁਰੂ ਅਮਰਦਾਸ ਜੀ ਦੀ ਵਿਰੋਧਤਾ ਸ਼ੁਰੂ ਕੀਤੀ ਤਾਂ ਬਾਬਾ ਦਾਤੂ ਜੀ ਨੂੰ ਵੀ ਕੁਝ ਆਸਾਂ ਵੀ ਬੱਝਣ ਲੱਗ ਪਈਆਂ। ਸਤਿਗੁਰੂ ਜੀ ਦੇ ਮੁਕਾਬਲੇ ਤੇ ਖੜਾ ਹੋਣ ਲਈ ਜਾਤ ਅਭਿਮਾਨੀਆਂ ਵੱਲੋਂ ਚੁੱਕਣਾ ਵੀ ਮਿਲਣ ਲੱਗੀਆਂ। ਪੰਜਾਬ ਵਿੱਚ ਸਮਾਂ ਵੀ ਸੀ ਅਜੇ ਰਾਜਗਰਦੀ ਦਾ। ਅਸੀਂ ਪਿੱਛੇ ਪੜ੍ਹ ਆਏ ਹਾਂ ਕਿ ਸ਼ੇਰ ਸ਼ਾਹ ਸੂਰੀ ਨੇ 17 ਮਈ ਸਨ 1540 ਨੂੰ ਕਨੌਜ ਦੇ ਮੈਦਾਨ ਤੇ ਹਮਾਯੂ ਨੂੰ ਭਾਂਜ ਦੇ ਕੇ ਹਿੰਦੁਸਤਾਨ ਤੋਂ ਭਜਾ ਦਿੱਤਾ ਸੀ। ਸ਼ੇਰ ਸ਼ਾਹ ਨੇ ਹਿੰਦੁਸਤਾਨ ਵਿੱਚ 4 ਵੱਡੀਆਂ ਸ਼ਾਹੀ ਸੜਕਾਂ ਬਣਵਾਈਆਂ। ਨੰਬਰ 1 ਸੋਨਾਰਗਾਂਵ ਬੰਗਾਲ ਤੋਂ ਆਗਰਾ, ਦਿੱਲੀ, ਲਾਹੌਰ, ਪਸ਼ੌਰ ਤੱਕ। ਨੰਬਰ 2 ਆਗਰੇ ਤੋਂ ਮਾਂਡੂ। ਨੰਬਰ 3 ਆਗਰੇ ਤੋਂ ਜੋਧਪੁਰ, ਚਤੌੜ। ਨੰਬਰ 4 ਲਾਹੌਰ ਤੋਂ ਮੁਲਤਾਨ ਤੱਕ। ਕਲੰਜਰ ਦਾ ਕਿਲਾ ਸਰ ਕਰਨ ਗਿਆ ਸ਼ੇਰ ਸ਼ਾਹ ਉੱਥੇ ਹੀ ਸਖਤ ਜ਼ਖਮੀ ਹੋ ਗਿਆ ਅਤੇ 22 ਮਈ ਸਨ 1545 ਨੂੰ ਉਸ ਦੀ ਮੌਤ ਹੋਈ। ਸ਼ੇਰ ਸ਼ਾਹ ਦੀ ਔਲਾਦ ਤਖਤ ਸਾਂਭ ਨਾ ਸਕੀ। ਹਮਾਯੂ ਨੇ ਕਾਬਲ ਤੋਂ ਆ ਕੇ ਫਰਵਰੀ 1555 ਵਿੱਚ ਲਾਹੌਰ ਮੱਲਿਆ ਅਤੇ ਸ਼ੇਰ ਸ਼ਾਹ ਸੂਰੀ ਦੇ ਭਤੀਜੇ ਸਿਕੰਦਰ ਸੂਰੀ ਨੂੰ ਜੂਨ ਵਿੱਚ ਸਰਹੰਦ ਦੇ ਕੋਲ ਰਣ ਭੂਮੀ ਵਿੱਚ ਭਾਂਜ ਦੇ ਕੇ ਜੁਲਾਈ 1555 ਵਿੱਚ ਦਿੱਲੀ ਉੱਤੇ ਕਬਜ਼ਾ ਕਰ ਲਿਆ। ਆਪ ਤੋਂ ਉਹ ਦਿੱਲੀ ਟਿਕਿਆ। ਆਪਣੇ ਪੁੱਤਰ ਅਕਬਰ ਨੂੰ, ਜੋ ਅਜੇ ਮਸਾਂ 13 ਸਾਲਾਂ ਦਾ ਸੀ, ਉਸ ਨੂੰ ਪੰਜਾਬ ਦਾ ਸੂਬੇਦਾਰ ਬਣਾ ਕੇ ਨਵੰਬਰ ਵਿੱਚ ਲਾਹੌਰ ਭੇਜਿਆ। ਸੋ ਦਿਲ ਦੀ ਉਮੰਗ, ਬ੍ਰਾਹਮਣਾਂ ਖੱਤਰੀਆਂ ਵੱਲੋਂ ਮਿਲੀ ਹੱਲਾਸ਼ੇਰੀ ਅਤੇ ਦੇਸ਼ ਦੀ ਰਾਜਸੀ ਗੜਬੜ, ਇਹਨਾਂ ਸਭਨਾਂ ਦੇ ਹੌਸਲੇ ਤੇ ਗੁਰੂ ਘਰ ਦੇ ਵਿਰੋਧੀ ਕੁਝ ਸਾਥੀਆਂ ਨੂੰ ਨਾਲ ਲੈ ਕੇ ਬਾਬਾ ਦਾਤੂ ਜੀ ਗੋਇੰਦਵਾਲ ਆਏ। ਦੀਵਾਨ ਲੱਗਾ ਹੋਇਆ ਸੀ। ਗੁਰੂ ਅਮਰਦਾਸ ਜੀ ਚੌਂਕੀ ਉੱਤੇ ਬੈਠੇ ਹੋਏ ਸਨ। ਦਾਤੂ ਜੀ ਨੇ ਭਰੇ ਦੀਵਾਨ ਵਿੱਚ ਸਤਿਗੁਰੂ ਜੀ ਦੇ ਲੱਕ ਵਿੱਚ ਲੱਤ ਮਾਰ ਕੇ ਉਹਨਾਂ ਦਾ ਨਿਰਾਦਰ ਕੀਤਾ। ਆਪ ਗੁਰਿਆਈ ਦੀ ਗੱਦੀ ਉੱਤੇ ਬੈਠ ਗਏ। ਗੁਰੂ ਅਮਰਦਾਸ ਜੀ ਦੀ ਉਮਰ ਉਸ ਵੇਲੇ 77 ਸਾਲਾਂ ਦੇ ਨੇੜੇ ਤੇੜ ਸੀ। ਆਪਣੇ ਆਪ ਨੂੰ ਸੰਭਾਲ ਕੇ ਉਹਨਾਂ ਬਾਬਾ ਦਾਤੂ ਜੀ ਦੇ ਪੈਰ ਘੁੱਟਣੇ ਸ਼ੁਰੂ ਕਰ ਦਿੱਤੇ ਅਤੇ ਖਿਮਾ ਮੰਗੀ ਕਿ ਮੇਰੇ ਬਿਰਧ ਉਮਰ ਦੇ ਖਰਵੇ ਹੱਡਾਂ ਨਾਲ ਤੁਹਾਡੇ ਨਰਮ ਪੈਰਾਂ ਨੂੰ ਸੱਟ ਲੱਗੀ ਹੋਵੇਗੀ। ਸਤਿਗੁਰੂ ਜੀ ਦੀ ਇਸ ਅਤ ਦਰਜੇ ਦੀ ਸਹਿਣਸ਼ੀਲਤਾ ਨੂੰ ਵੇਖ ਕੇ ਸੰਗਤ ਵਿੱਚੋਂ ਕਿਸੇ ਸਿੱਖ ਨੂੰ ਇਹ ਹਿੰਮਤ ਨਾ ਪੈ ਸਕੀ ਕਿ ਬਾਬਾ ਦਾਤੂ ਜੀ ਦੀ ਇਸ ਮੰਦੀ ਕਰਤੂਤ ਨੂੰ ਉੱਠ ਕੇ ਭੰਡ ਸਕੇ। ਸਿੱਖ ਸੰਗਤਾਂ ਲਈ ਉਹ ਬੜੇ ਇਮਤਿਹਾਨ ਦਾ ਸਮਾਂ ਸੀ। ਭਾਵੇਂ ਗੁਰੂ ਅੰਗਦ ਦੇਵ ਜੀ ਨੇ ਆਪ ਹੀ ਆਪਣੀ ਹਯਾਤੀ ਵਿੱਚ ਗੁਰੂ ਅਮਰਦਾਸ ਜੀ ਨੂੰ ਗੁਰੂ ਬਣਾਇਆ ਸੀ, ਪਰ ਅਸਥਾਨਕ ਵਿਰੋਧੀਆਂ ਦੀ ਸ਼ਹਿ ਦੇ ਭਰੋਸੇ ਉੱਤੇ ਬਾਬਾ ਦਾਤੂ ਜੀ ਬਦੋ-ਬਦੀ ਆਪ ਗੁਰੂ ਬਣੇ। ਕੀ ਸਿੱਖ ਇਸ ਧੱਕੇ ਨੂੰ ਸਹਾਰ ਲੈਣਗੇ? ਕੀ ਪਿਆਰ ਤੇ ਕੁਰਬਾਨੀਆਂ ਦੇ ਸੋਮੇ ਅਸਥਾਨ ਨੂੰ ਸਿੱਖ ਮੱਥੇ ਟਿਕਾਣੇ ਅਤੇ ਮਾਇਆ ਇਕੱਠੀ ਕਰਨ ਦਾ ਵਸੀਲਾ ਬਣ ਦੇਣਗੇ? ਬਿਰਧ ਉਮਰੇ 12 ਸਾਲ ਕਰੜੀ ਸੇਵਾ ਵਿੱਚ ਹੱਡ ਰੋਲਣ ਵਾਲੇ ਮਹਾਂਪੁਰਖ ਦੇ ਅੰਦਰ ਦੁਨਿਆਵੀ ਵਡੱਪਣ ਦੀ ਤਾਂ ਕੋਈ ਲਾਲਸਾ ਹੀ ਨਹੀਂ ਸੀ। ਰਾਤ ਗੁਰੂ ਅਮਰਦਾਸ ਜੀ ਗੋਇੰਦਵਾਲ ਤੋਂ ਆਪਣੇ ਪਿੰਡ ਬਾਸਰ ਕੇ ਆ ਗਏ। ਇੱਥੇ ਵੀ ਆਪਣੇ ਆਉਣ ਦੀ ਕਿਸੇ ਨੂੰ ਖਬਰ ਨਾ ਹੋਣ ਦਿੱਤੀ। ਪਿੰਡੋਂ ਬਾਹਰ ਸਰਕਾਰੀ ਬੀੜ ਵਿੱਚ ਇੱਕ ਕੋਠਾ ਬਣਿਆ ਹੋਇਆ ਸੀ, ਉਸ ਵਿੱਚ ਜਾ ਟਿਕੇ ਤੇ ਇਸ ਤਰ੍ਹਾਂ ਬਾਬਾ ਦਾਤੂ ਜੀ ਨੂੰ ਖੁੱਲਾ ਮੌਕਾ ਦੇ ਦਿੱਤਾ ਕਿ ਉਹ ਗੁਰੂ ਬਣ ਸਕਣ। ਪਰ ਗੋਂਦੇ ਆਦਿਕ ਚੌਧਰੀਆਂ ਦੇ ਜ਼ੋਰ ਪਾਉਣ ਤੇ ਵੀ ਸੰਗਤ ਨੇ ਬਾਬਾ ਦਾਤੂ ਜੀ ਨੂੰ ਗੁਰੂ ਮੰਨਣੋਂ ਨਾ ਕਰ ਦਿੱਤੀ। ਸਾਰਾ ਦਿਨ ਜ਼ੋਰ ਅਜ਼ਮਾਈ ਹੁੰਦੀ ਰਹੀ। ਇੱਕ ਵੀ ਸਿੱਖ ਨੇ ਧੱਕੇ ਨਾਲ ਬਣੇ ਗੁਰੂ ਵੱਲ ਮੂੰਹ ਨਾ ਕੀਤਾ। ਸਿੱਖ ਸਤਿਗੁਰੂ ਜੀ ਦੀ ਭਾਲ ਕਰਦੇ ਕਰਦੇ ਬਾਸਰ ਕੇ ਆ ਪਹੁੰਚੇ ਅਤੇ ਬਾਬਾ ਦਾਤੂ ਜੀ ਆਪਣੇ ਆਪ ਵਿੱਚ ਹੌਲੇ ਪੈ ਕੇ ਖਡੂਰ ਮੁੜ ਆਏ। ਬਾਬਾ ਬੁੱਢਾ ਜੀ ਅਤੇ ਹੋਰ ਮੁਖੀ ਸਿੱਖਾਂ ਨੇ ਗੁਰੂ ਅਮਰਦਾਸ ਜੀ ਨੂੰ ਬਾਸਰਕੇ ਤੋਂ ਮੁੜ ਗੋਇੰਦਵਾਲ ਮੋੜ ਲਿਆਂਦਾ। ਅਕਬਰ ਪਾਸ ਸ਼ਿਕਾਇਤ। 24 ਜਨਵਰੀ 1556 ਨੂੰ ਹਮਾਯੂ ਦਿੱਲੀ ਆਪਣੇ ਮਹੱਲ ਦੀਆਂ ਪੌੜੀਆਂ ਤੋਂ ਤਿਲਕਣ ਕਰਕੇ ਖੋਪੜੀ ਟੁੱਟਣ ਨਾਲ ਮਰ ਗਿਆ। ਅਕਬਰ ਨੂੰ ਜਦੋਂ ਇਹ ਖਬਰ ਮਿਲੀ, ਉਹ ਤਖਤ ਦੇ ਸ਼ਰੀਕ ਸਿਕੰਦਰ ਸੂਰੀ ਦਾ ਪਿੱਛਾ ਕਰਦਾ ਹੋਇਆ ਕਲਾਨੌਰ ਵੱਲ ਗਿਆ ਹੋਇਆ ਸੀ। ਅਕਬਰ ਦੀ ਗੈਰ ਹਾਜ਼ਰੀ ਵਿੱਚ ਹੀ ਉਸ ਦੀ ਦਿੱਲੀ ਦੇ ਤਖਤ ਉੱਤੇ ਬੈਠਣ ਦੀ ਰਸਮ ਦਿੱਲੀ ਵਿੱਚ ਕੀਤੀ ਗਈ। ਸਿਕੰਦਰ ਨੂੰ ਜੰਮੂ ਦੀਆਂ ਪਹਾੜੀਆਂ ਵੱਲ ਭਜਾ ਕੇ ਜੂਨ ਵਿੱਚ ਬਹੁਤੀ ਵਰਖਾ ਦੇ ਕਾਰਨ ਅਕਬਰ ਜਲੰਧਰ ਆ ਗਿਆ ਅਤੇ ਇੱਥੇ 5 ਮਹੀਨੇ ਟਿਕਿਆ। ਇੱਥੋਂ ਪਾਣੀਪਤ ਦੇ ਨੇੜੇ ਦੂਜੇ ਸ਼ਰੀਕ ਹੇਮੂ ਨੂੰ ਮੁਕਾ ਕੇ
ਨਵੰਬਰ ਵਿੱਚ ਅਕਬਰ ਦਿੱਲੀ ਪਹੁੰਚਿਆ। ਉੱਥੇ ਸਿਰਫ 1 ਮਹੀਨਾ ਰਹਿ ਕੇ ਫਿਰ ਪੰਜਾਬ ਨੂੰ ਮੁੜਿਆ, ਕਿਉਂਕਿ ਸਿਕੰਦਰ ਵਾਲਾ ਕੰਡਾ ਅਜੇ ਚੁੱਭਦਾ ਸੀ। ਜੰਮੂ ਦੇ ਇਲਾਕੇ ਵਿੱਚ ਇੱਕ ਕਿਲੇ ਵਿੱਚ ਘਿਰ ਕੇ ਸਿਕੰਦਰ ਸੂਰੀ ਨੇ ਈਨ ਮੰਨ ਲਈ। ਉਨੀ ਹੀ ਦਿਨੀ ਅਕਬਰ ਦੀ ਮਾਂ ਅਤੇ ਸ਼ਾਹੀ ਹਰਮ ਦੀਆਂ ਹੋਰ ਬੇਗਮਾਂ ਕਾਬਲ ਤੋਂ ਉੱਥੇ ਆ ਪਹੁੰਚੀਆਂ। ਅਕਬਰ ਸਭ ਨੂੰ ਨਾਲ ਲੈ ਕੇ ਲਾਹੌਰ ਆ ਗਿਆ। ਇਹ ਜ਼ਿਕਰ ਮਈ ਜੂਨ ਸਨ 1557 ਦਾ ਹੈ। ਤਦੋਂ ਕੁਝ ਮਹੀਨੇ ਅਕਬਰ ਲਾਹੌਰ ਠਹਿਰਿਆ ਸੀ। ਗੋਂਦੇ ਅਤੇ ਉਸਦੇ ਸਾਥੀ ਬ੍ਰਾਹਮਣਾਂ ਤੇ ਖੱਤਰੀਆਂ ਨੂੰ ਜਦੋਂ ਬਾਬਾ ਦਾਤੂ ਜੀ ਦੇ ਗੁਰੂ ਬਣਨ ਵਿੱਚ ਕਾਮਯਾਬੀ ਨਾ ਹੋਈ ਤਾਂ ਉਹ ਪੰਚਾਇਤ ਬਣਾ ਕੇ ਅਕਬਰ ਪਾਸ ਸ਼ਿਕਾਇਤ ਕਰਨ ਲਈ ਲਾਹੌਰ ਪਹੁੰਚੇ। ਸਧਾਰਨ ਹਾਲਤਾਂ ਵਿੱਚ ਸ਼ਾਹੀ ਦਰਬਾਰ ਤੱਕ ਹਰੇਕ ਬੰਦੇ ਦੀ ਪਹੁੰਚ ਹੋ ਸਕਣੀ ਕੋਈ ਸੌਖੀ ਖੇਡ ਨਹੀਂ ਹੈ। ਪਰ ਗੋਂਦੇ ਤੇ ਉਸ ਦੇ ਸਾਥੀਆਂ ਦੇ ਅੰਦਰ ਇੱਕ ਤਾਂ ਸਤਿਗੁਰੂ ਜੀ ਦੇ ਵਿਰੁੱਧ ਸਾੜਾ ਸੀ, ਦੂਜਾ ਉਹ ਇਹ ਵੀ ਸਹਾਰ ਨਹੀਂ ਸਕਦੇ ਸਨ ਕਿ ਨਗਰ ਦੇ ਕੰਮੀ ਕਮੀਣ ਤੇ ਕੰਗਾਲ ਸ਼ੂਦਰ ਲੋਕ ਉਹਨਾਂ ਦੇ ਨਾਲ ਬਰਾਬਰੀ ਦੀਆਂ ਗੱਲਾਂ ਕਰਨ ਜੋਗੇ ਹੋ ਜਾਣ। ਮਿਲ ਮਿਲਾ ਕੇ ਸ਼ਾਹੀ ਦਰਬਾਰ ਦੇ ਕਈ ਹਿੰਦੂ ਕਰਮਚਾਰੀਆਂ ਨੂੰ ਉਹਨਾਂ ਆਪਣੇ ਵੱਲ ਕਰ ਲਿਆ ਅਤੇ ਇਸ ਤਰ੍ਹਾਂ ਬਾਦਸ਼ਾਹ ਦੇ ਕੰਨਾਂ ਤੱਕ ਕਈ ਝੂਠੀਆਂ ਸੱਚੀਆਂ ਜਾ ਪੜਾਈਆਂ। ਅਕਬਰ ਨੇ ਸਤਿਗੁਰੂ ਜੀ ਨੂੰ ਬੁਲਾ ਭੇਜਿਆ। ਗੁਰੂ ਅਮਰਦਾਸ ਜੀ ਦੀ ਉਮਰ ਉਸ ਵੇਲੇ 78 ਸਾਲਾਂ ਤੋਂ ਵਧੇਕ ਹੋ ਚੁੱਕੀ ਸੀ। ਉਹਨਾਂ ਨੇ ਆਪਣੇ ਵਿਰੁੱਧ ਹੋਈਆਂ ਸ਼ਿਕਾਇਤਾਂ ਦਾ ਉੱਤਰ ਦੇਣ ਲਈ ਬਾਬਾ ਰਾਮਦਾਸ ਜੀ ਨੂੰ ਭੇਜਿਆ। ਰਾਮਦਾਸ ਜੀ ਦੀ ਉਮਰ ਉਸ ਵੇਲੇ 23 ਸਾਲਾਂ ਦੀ ਸੀ। ਉਹਨਾਂ ਅਕਬਰ ਪਾਸ ਜਾ ਕੇ ਗੁਰੂ ਨਾਨਕ ਸਾਹਿਬ ਜੀ ਦਾ ਮਤ ਐਸੇ ਸੁੰਦਰ ਤਰੀਕੇ ਨਾਲ ਪੇਸ਼ ਕੀਤਾ ਕਿ ਦੋਖੀਆਂ ਦੀ ਦਾਲ ਨਾ ਗਲ ਸਕੀ। ਗੋਂਦਾ ਅਤੇ ਉਸ ਦੇ ਸਾਥੀ ਅਕਬਰ ਅਤੇ ਉਸ ਦੇ ਸਿਆਣੇ ਸਰਪ੍ਰਸਤ ਬੈਰਮ ਖਾਨ ਦੀ ਤਸੱਲੀ ਨਾ ਕਰਾ ਸਕੇ। ਸਤਿਗੁਰੂ ਜੀ ਦਾ ਕੁਝ ਵਿਗਾੜ ਨਾ ਸਕਣ ਦੀ ਥਾਂ ਉਹ ਬੜੇ ਹੌਲੇ ਪੈ ਕੇ ਮੁੜੇ। ਸਤਿਗੁਰੂ ਜੀ ਦੇ ਸਾਹਮਣੇ ਤਾਂ ਨਿਸ਼ਾਨਾ ਸੀ ਦੇਸ਼ ਵਾਸੀਆਂ ਦੀ ਭਲਾਈ ਦਾ। ਕਈ ਬਿਪਤਾ ਐਸੀਆਂ ਸਨ ਜੋ ਹਿੰਦੂ ਜਾਤੀ ਉੱਤੇ ਮੁਸਲਮਾਨ ਹਾਕਮਾਂ ਵੱਲੋਂ ਪਾਈਆਂ ਹੋਈਆਂ ਸਨ। ਕਈ ਮੁਸੀਬਤਾਂ ਐਸੀਆਂ ਸਨ ਜੋ ਹਿੰਦੂ ਕੌਮ ਦੇ ਨੇਤਾ ਬ੍ਰਾਹਮਣਾਂ ਦੇ ਧਰਮ ਸ਼ਾਸਤਰਾਂ ਨੇ ਲਿਆਂਦੀਆਂ ਹੋਈਆਂ ਸਨ। ਬਾਦਸ਼ਾਹ ਨੂੰ ਮਿਲਣ ਦਾ ਰੋਜ਼-ਰੋਜ਼ ਮੌਕਾ ਕਿੱਥੇ ਮਿਲ ਸਕਦਾ ਸੀ। ਗੁਰੂ ਅਮਰਦਾਸ ਜੀ ਨੇ ਭਾਈ ਜੇਠਾ ਜੀ ਨੂੰ ਇਸ ਗੱਲ ਲਈ ਵੀ ਤਿਆਰ ਕਰਕੇ ਭੇਜਿਆ ਸੀ ਕਿ ਉਹ ਅਕਬਰ ਨੂੰ ਪਰਜਾ ਦੀਆਂ ਮੁਸੀਬਤਾਂ ਦੱਸ ਸਕਣ। ਪਤੀ ਦੇ ਮਰਨ ਤੇ ਹਿੰਦੂ ਵਿਧਵਾ ਨੂੰ ਸ਼ਾਸਤਰਾਂ ਦੀ ਮਰਜ਼ਾਦਾ ਅਨੁਸਾਰ ਮਰੇ ਖਸਮ ਦੀ ਚਿਖਾ ਉੱਤੇ ਜਿਉਂਦੇ ਸੜਨਾ ਪੈਂਦਾ ਸੀ। ਹਿੰਦੂ ਇਸਤਰੀ ਜਾਤੀ ਉੱਤੇ ਇਹ ਇੱਕ ਐਸਾ ਨਰਦਈ ਅਤਿਆਚਾਰ ਸੀ ਜਿਸ ਨੂੰ ਗੁਰੂ ਅਮਰਦਾਸ ਜੀ ਵਰਗੇ ਕੋਮਲ ਦਿਲ ਸਹਾਰ ਨਹੀਂ ਸਕਦੇ ਸਨ। ਸਤਿਗੁਰੂ ਜੀ ਤਾਂ ਇਸ ਅਤਿਆਚਾਰ ਦੇ ਵਿਰੁੱਧ ਆਵਾਜ਼ ਹੀ ਉਠਾ ਸਕਦੇ ਸਨ ਅਤੇ ਹਿੰਦੂ ਨੇਤਾਵਾਂ ਨੂੰ ਪ੍ਰੇਰਨਾ ਹੀ ਕਰ ਸਕਦੇ ਸਨ। ਪਰ ਇਹਨਾਂ ਨਰਦਈ ਲੋਕਾਂ ਨੂੰ ਇਹ ਪ੍ਰੇਰਨਾ ਛੇਤੀ ਕਾਟ ਨਹੀਂ ਕਰ ਸਕਦੀਆਂ ਸਨ। ਸੋ ਸਤਿਗੁਰੂ ਜੀ ਦੀ ਆਗਿਆ ਅਨੁਸਾਰ ਬਾਬਾ ਰਾਮਦਾਸ ਜੀ ਨੇ ਬਾਦਸ਼ਾਹ ਅਕਬਰ ਨੂੰ ਆਖਿਆ ਕਿ ਉਹ ਇਸ ਜ਼ੁਲਮ ਨੂੰ ਰੋਕਣ ਲਈ ਸ਼ਾਹੀ ਤਾਕਤ ਵਰਤੇ। ਹਿੰਦੂ ਯਾਤਰੂਆਂ ਨੂੰ ਆਪਣੇ ਤੀਰਥ ਦੇ ਦਰਸ਼ਨ ਕਰਨ ਗਿਆ ਇੱਕ ਉਚੇਚਾ ਮਸੂਲ ਭਰਨਾ ਪੈਂਦਾ ਸੀ। ਭਾਈ ਜੇਠਾ ਜੀ ਨੇ ਅਕਬਰ ਨੂੰ ਇਹ ਵੀ ਕਹਿ ਦਿੱਤਾ ਕਿ ਰਾਜੇ ਦਾ ਫਰਜ਼ ਹੈ ਆਪਣੀ ਪ੍ਰਜਾ ਨੂੰ ਇੱਕ ਅੱਖ ਵੇਖੇ, ਸਭ ਨਾਲ ਪਿਆਰ ਤੇ ਇਨਸਾਫ ਵਾਲਾ ਸਲੂਕ ਕਰੇ। ਹਿੰਦੂ ਯਾਤਰੂਆਂ ਤੋਂ ਇਹ ਮਸੂਲ ਲੈਣਾ ਇੱਕ ਵਧੀਕੀ ਹੈ ਜੋ ਜਾਰੀ ਨਹੀਂ ਰਹਿਣੀ ਚਾਹੀਦੀ। ਜਦੋਂ ਅਕਬਰ ਨੂੰ ਪਤਾ ਲੱਗਾ ਕਿ ਬਾਬਾ ਅਮਰਦਾਸ ਜੀ ਆਪ ਆਉਂਦੇ ਅਭੀਜ ਪੁਰਬ ਸਮੇਂ ਕੁਰਖੇਤ, ਹਰਿਦੁਆਰ ਆਦਿਕ ਹਿੰਦੂ ਤੀਰਥਾਂ ਤੇ ਜਾਣ ਦੀ ਸਲਾਹ ਕਰ ਰਹੇ ਹਨ ਤਾਂ ਕਿ ਦੂਰੋਂ ਦੂਰੋਂ ਆਏ ਯਾਤਰੂਆਂ ਦਾ ਧਿਆਨ ਹਿੰਦੂ ਸਮਾਜ ਵਿੱਚ ਪਈਆਂ ਕੁਰੀਤੀਆਂ ਵੱਲ ਦਿਵਾਇਆ ਜਾਵੇ ਅਤੇ ਗੁਰੂ ਨਾਨਕ ਦੇਵ ਜੀ ਦਾ ਦੱਸਿਆ ਸਿੱਧਾ ਜੀਵਨ ਰਾਹ ਸਮਝਾਇਆ ਜਾਵੇ, ਤਾਂ ਉਸ ਨੇ ਫੈਸਲਾ ਕਰ ਲਿਆ ਕਿ ਹਾਲਾਂ ਸਤਿਗੁਰੂ ਜੀ ਦੇ ਨਾਲ ਗਏ ਲੋਕਾਂ ਪਾਸੋਂ ਕੋਈ ਉਚੇਚਾ ਮਸੂਲ ਨਾ ਲਿਆ ਜਾਏ। ਸਤਿਗੁਰੂ ਜੀ ਪਾਸੋਂ ਤਾਂ ਉਂਝ ਹੀ ਨਹੀਂ ਸੀ ਲੈਣਾ, ਕਿਉਂਕਿ ਉਹਨਾਂ ਦਾ ਮਤ ਹਿੰਦੂ ਮਤ ਨਾਲੋਂ ਵੱਖਰਾ ਸੀ। ਉਹ ਯਾਤਰੂ ਬਣ ਕੇ ਤੀਰਥਾਂ ਤੇ ਨਹੀਂ ਜਾ ਰਹੇ ਸਨ। ਗੁਰੂ ਅਮਰਦਾਸ ਜੀ ਕੁਰਖੇਤ ਗਏ। ਸਤਿਗੁਰੂ ਨਾਨਕ ਦੇਵ ਜੀ ਨੇ ਹਿੰਦੂ ਸਮਾਜ ਵਿੱਚੋਂ ਅਨੇਕਾਂ ਧਾਰਮਿਕ ਕੁਰੀਤੀਆਂ ਤੇ ਵਹਿਮ ਦੂਰ ਕਰਨ ਲਈ ਸਾਰੇ ਹਿੰਦੂ ਤੀਰਥਾਂ ਦੇ ਲੰਬੇ ਸਫ਼ਰ ਕੀਤੇ ਸਨ। ਹਰੇਕ ਤੀਰਥ ਦਾ ਕੋਈ ਖਾਸ ਦਿਨ ਦਿਹਾੜ ਮਿਥਿਆ ਹੋਇਆ ਹੁੰਦਾ ਹੈ ਜਦੋਂ ਉੱਥੇ ਭਾਰੀ ਮੇਲਾ ਲੱਗਦਾ ਹੈ ਅਤੇ ਸ਼ਰਧਾਲੂ ਲੋਕ ਦੂਰੋਂ ਦੂਰੋਂ ਆ ਕੇ ਇਕੱਠੇ ਹੁੰਦੇ ਤੇ ਤੀਰਥੇ ਇਸ਼ਨਾਨ ਕਰਦੇ ਹਨ। ਗੁਰੂ ਨਾਨਕ ਸਾਹਿਬ ਉਹਨਾਂ ਮੇਲਿਆਂ ਪੁਰਬਾਂ ਸਮੇਂ ਹੀ ਤੀਰਥਾਂ ਉੱਤੇ ਗਏ
ਤਾਂ ਕਿ ਇਕੱਠੇ ਹੋਏ ਹਜ਼ਾਰਾਂ ਲੋਕਾਂ ਨੂੰ ਸਹੀ ਜੀਵਨ ਰਾਹ ਸਮਝਾਇਆ ਜਾ ਸਕੇ। ਗੁਰੂ ਅਮਰਦਾਸ ਜੀ ਗੁਰੂ ਅੰਗਦ ਸਾਹਿਬ ਦੀ ਸ਼ਰਨ ਆਉਣ ਤੋਂ ਪਹਿਲਾਂ 21 ਸਾਲ ਹਰਿਦੁਆਰ ਆਦਿਕ ਤੀਰਥਾਂ ਤੇ ਜਾਂਦੇ ਰਹੇ। ਇਸ ਤਰ੍ਹਾਂ ਉਹਨਾਂ ਨੂੰ ਜਾਤੀ ਤਜਰਬਾ ਵੀ ਸੀ ਕਿ ਸਿੱਧੇ ਜੀਵਨ ਰਸਤੇ ਤੋਂ ਖੁੰਝ ਕੇ ਲੋਕ ਕਿਵੇਂ ਖੁਆਰ ਹੋ ਰਹੇ ਹਨ। ਗੁਰੂ ਨਾਨਕ ਦੇਵ ਜੀ ਦੇ ਪੂਰਨਿਆਂ ਉੱਤੇ ਤੁਰ ਕੇ ਉਹਨਾਂ ਵੀ ਪੁਰਬਾਂ ਦੇ ਸਮੇਂ ਕੁਰਖੇਤ ਅਤੇ ਹਰਿਦੁਆਰ ਜਾਣ ਦਾ ਫੈਸਲਾ ਕੀਤਾ। ਜੋਤਿਸ਼ ਅਨੁਸਾਰ ਉੱਤਰਾਖਾੜਾ ਨਛੱਤਰ ਦੇ ਪਿਛਲੇ ਹਿੱਸੇ ਅਤੇ ਸ਼ਰਵਣ ਨਛੱਤਰ ਦੀਆਂ ਪਹਿਲੀਆਂ 4 ਕਲਾਂ ਦੇ ਮੇਲ ਵਿੱਚ ਇੱਕ ਸਮਾਂ ਆਉਂਦਾ ਹੈ, ਇੱਕ ਲਗਨ ਆਉਂਦਾ ਹੈ ਜਿਸ ਨੂੰ ਅਭੀਜ ਆਖਦੇ ਹਨ। ਸੂਰਜ ਗ੍ਰਹਿਣ ਦੇ ਮੌਕੇ ਤੇ ਇਸ ਦਾ ਅਵਸਰ ਬਣਦਾ ਹੈ। ਲਫ਼ਜ਼ ਅਭੀਜ ਸੰਸਕ੍ਰਿਤ ਦਾ ਲਫ਼ਜ਼ ਅਭਿਜਿਤ ਹੈ, ਜਿਸ ਦਾ ਅਰਥ ਹੈ ਸਾਹਮਣੇ ਹੋ ਕੇ ਵੈਰੀ ਨੂੰ ਜਿੱਤ ਲੈਣਾ। ਦੁਨੀਆ ਦੀਆਂ ਮੱਲਾਂ ਮੱਲਣ ਵਿੱਚ ਕਈ ਉਪਾਧੀਆਂ ਤਾਂ ਨਿਕਲਣੀਆਂ ਹੀ ਹੋਈਆਂ, ਕਈ ਵੈਰੀ ਬਣਨੇ ਹੀ ਹੋਏ। ਸੋ ਤੀਰਥਾਂ ਦੇ ਸ਼ਰਧਾਲੂ ਲੋਕ ਅਭੀਜ ਪੁਰਬ ਸਮੇਂ ਕੁਰਖੇਤ ਹਰਿਦੁਆਰ ਤੀਰਥ ਉੱਤੇ ਇਸ਼ਨਾਨ ਤੇ ਦਾਨ ਪੁੰਨ ਕਰਦੇ ਹਨ ਤਾਂ ਕਿ ਆਪਣੇ ਵੈਰੀਆਂ ਨੂੰ ਜਿੱਤਿਆ ਜਾ ਸਕੇ। ਗੁਰੂ ਅਮਰਦਾਸ ਜੀ ਨੇ ਭੁੱਲੜ ਲੋਕਾਂ ਤੱਕ ਅੱਪਣ ਲਈ ਇਸ ਮੌਕੇ ਨੂੰ ਵਰਤਿਆ। ਗੁਰੂ ਰਾਮਦਾਸ ਜੀ ਅਤੇ ਹੋਰ ਮੁਖੀ ਸਿੱਖ ਵੀ ਉਹਨਾਂ ਦੇ ਨਾਲ ਗਏ। ਫੁੱਟਨੋਟ: ਕਈ ਪੀੜ੍ਹੀਆਂ ਦੇ ਬਣੇ ਹੋਏ ਭਰਮ ਵਹਿਮ ਚੋਖਾ ਸਮਾਂ ਪਾ ਕੇ ਹੀ ਨਿਕਲ ਸਕਦੇ ਹਨ, ਸਗੋਂ ਕਿਸੇ ਮਹਾਂਪੁਰਖ ਦੇ ਉਹਨਾਂ ਵਹਿਮਾਂ ਵਿਰੁੱਧ ਕੀਤੇ ਯਤਨਾਂ ਨੂੰ ਵੀ ਭੁੱਲੜ ਲੋਕ ਉਹਨਾਂ ਵਹਿਮਾਂ ਵਿੱਚ ਹੀ ਰਲਾ ਲੈਂਦੇ ਹਨ। ਗੁਰੂ ਅਮਰਦਾਸ ਜੀ ਕੁਰਖੇਤ ਹਰਿਦੁਆਰ ਗਏ ਤਾਂ ਇਸ ਵਾਸਤੇ ਸਨ ਕਿ ਲੋਕਾਂ ਨੂੰ ਸਮਝਾਇਆ ਜਾਏ ਜੋ ਮਨੁੱਖ ਦਾ ਸਭ ਤੋਂ ਵੱਡਾ ਵੈਰੀ ਤਾਂ ਆਪਣਾ ਵਿਗੜਿਆ ਹੋਇਆ ਮਨ ਹੀ ਹੈ ਤੇ ਇਸ ਨੂੰ ਜਿੱਤਣਾ ਹੈ। ਗੁਰੂ ਦੀ ਸ਼ਰਨ ਪੈ ਕੇ ਗੁਰੂ ਦਾ ਦੀਦਾਰ ਹੀ ਸਭ ਤੋਂ ਸ੍ਰੇਸ਼ਟ ਅਭੀਜ ਪੁਰਬ ਹੈ। ਪਰ ਭੁਲੇਖੇ ਪਾਉਣ ਵਾਲਿਆਂ ਨੇ ਸਿੱਧੇ ਸਾਦੇ ਸਿੱਖਾਂ ਨੂੰ ਵੀ ਇਹ ਟਪਲੇ ਲਾ ਦਿੱਤੇ ਕਿ ਗੁਰੂ ਅਮਰਦਾਸ ਜੀ ਵੀ ਅਭੀਜ ਪੁਰਬ ਸਮੇਂ ਤੀਰਥਾਂ ਦੇ ਇਸ਼ਨਾਨ ਕਰਨ ਗਏ ਸਨ। ਸਿੱਖਾਂ ਨੂੰ ਵੀ ਇਹੀ ਫੱਬਦਾ ਹੈ ਕਿ ਤੀਰਥਾਂ ਤੇ ਜਾਇਆ ਕਰਨ। ਇਨ੍ਹਾਂ ਟਪਲਿਆਂ ਤੋਂ ਬਚਣ ਲਈ ਗੁਰੂ ਰਾਮਦਾਸ ਜੀ ਨੇ ਤੁਖਾਰੀ ਰਾਗ ਵਿੱਚ ਲਿਖੇ ਆਪਣੇ ਇੱਕ ਸ਼ੰਤ ਵਿੱਚ ਵਿਸਤਾਰ ਨਾਲ ਸਮਝਾ ਦਿੱਤਾ ਕਿ ਗੁਰੂ ਅਮਰਦਾਸ ਜੀ ਭੁੱਲੜਾਂ ਨੂੰ ਰਾਹੇ ਪਾਉਣ ਲਈ ਗਏ ਸਨ। ਜਦੋਂ ਆਮ ਹਿੰਦੂ ਜਨਤਾ ਨੂੰ ਇਹ ਖਬਰ ਮਿਲੀ ਕਿ ਗੁਰੂ ਅਮਰਦਾਸ ਜੀ ਦੇ ਨਾਲ ਗਿਆ ਸਰਕਾਰੀ ਮਸੂਲ ਨਹੀਂ ਭਰਨਾ ਪਵੇਗਾ ਤਾਂ ਬਹੁਤ ਲੋਕ ਸਤਿਗੁਰੂ ਜੀ ਦੇ ਨਾਲ ਰਲ ਪਏ। ਪਹਿਲਾਂ ਕੁਰਖੇਤ ਗਏ, ਫਿਰ ਜਮਨਾ ਅਤੇ ਫਿਰ ਹਰਿਦੁਆਰ। ਜਿਉਂ-ਜਿਉਂ ਹਿੰਦੂਆਂ ਨੂੰ ਪਤਾ ਲੱਗਾ ਕਿ ਇਹਨਾਂ ਦੇ ਨਾਲ ਗਿਆ ਸਰਕਾਰੀ ਮਸੂਲ ਦੀ ਬਚਤ ਹੋ ਰਹੀ ਹੈ, ਭੀੜ ਵੱਧਦੀ ਗਈ। ਸਤਿਗੁਰੂ ਜੀ ਇਹਨਾਂ ਲੋਕਾਂ ਨੂੰ ਗੁਰੂ ਨਾਨਕ ਸਾਹਿਬ ਦਾ ਦੱਸਿਆ ਜੀਵਨ ਰਾਹ ਸਮਝਾਉਂਦੇ ਰਹੇ। ਇਹ ਜ਼ਿਕਰ ਸਨ 1558 ਦਾ ਹੈ। ਲੰਗਰ ਦੀ ਮਰਜ਼ਾਦਾ ਅਤੇ ਫਿਰ ਉਹੀ ਵਿਰੋਧਤਾ। ਕੁਰਖੇਤ ਹਰਿਦੁਆਰ ਤੋਂ ਵਾਪਸ ਆ ਕੇ ਗੁਰੂ ਅਮਰਦਾਸ ਜੀ ਨੇ ਨੀਵਿਆਂ ਅਤੇ ਗਰੀਬਾਂ ਦੇ ਦਿਲਾਂ ਵਿੱਚ ਮਨੁੱਖਤਾ ਦਾ ਅਹਿਸਾਸ ਪੈਦਾ ਕਰਨ ਲਈ ਲੰਗਰ ਦੀ ਮੁੜ ਉਹੀ ਪਹਿਲੀ ਮਰਜ਼ਾਦਾ ਸ਼ੁਰੂ ਕਰ ਦਿੱਤੀ। ਗੋਂਦਾ ਅਤੇ ਉਸਦੇ ਸਾਥੀ ਭਾਵੇਂ ਸ਼ਾਹੀ ਦਰਬਾਰ ਤੋਂ ਖਾਲੀ ਹੀ ਮੁੜੇ ਸਨ, ਪਰ ਉਹਨਾਂ ਅਜੇ ਇਸ ਵਿਰੋਧਤਾ ਨੂੰ ਜਾਰੀ ਹੀ ਰੱਖਿਆ। ਹੁਣ ਉਹਨਾਂ ਨੂੰ ਇੱਕ ਹੋਰ ਨਵੀਂ ਚਾਲ ਸੁੱਝੀ। ਗੋਇੰਦਵਾਲ ਵਿੱਚ ਮੁਸਲਮਾਨ ਖੋਜਿਆਂ ਦੇ ਵੀ ਚੋਖੇ ਘਰ ਸਨ। ਆਮ ਪਿੰਡਾਂ ਨਗਰਾਂ ਵਿੱਚ ਜਿਵੇਂ ਹਰ ਥਾਂ ਹੋਇਆ ਕਰਦਾ ਹੈ, ਗੋਇੰਦਵਾਲ ਵਿੱਚ ਵੀ ਸਾਂਝੇ ਖੂਹ ਤੋਂ ਹੀ ਸਾਰੇ ਨਗਰ ਨਿਵਾਸੀ ਪਾਣੀ ਭਰ ਕੇ ਲਿਆਉਂਦੇ ਸਨ। ਸਿੱਖ ਗੁਰੂ ਕੇ ਲੰਗਰ ਵਿੱਚ ਵੀ ਪਾਣੀ ਉਸ ਖੂਹ ਤੋਂ ਲਿਆਇਆ ਕਰਦੇ ਸਨ। ਵਿਰੋਧੀ ਬ੍ਰਾਹਮਣਾਂ ਤੇ ਖੱਤਰੀਆਂ ਨੇ ਖੋਜੇ ਮੁੰਡਿਆਂ ਨੂੰ ਚੁੱਕਿਆ, ਜਿਨ੍ਹਾਂ ਨੇ ਵੱਟੇ ਮਾਰ-ਮਾਰ ਕੇ ਸਿੱਖਾਂ ਦੇ ਘੜੇ ਭੰਨਣੇ ਸ਼ੁਰੂ ਕੀਤੇ। ਸਤਿਗੁਰੂ ਜੀ ਨੇ ਸ਼ੇਖਾਂ ਨੂੰ ਪਿਆਰ ਨਾਲ ਸਮਝਾਉਣ ਦੇ ਕਈ ਯਤਨ ਕੀਤੇ, ਪਰ ਉਹਨਾਂ ਨੂੰ ਬ੍ਰਾਹਮਣਾਂ ਅਤੇ ਖੱਤਰੀਆਂ ਦੀ ਚੁੱਕ ਸੀ। ਆਖਰ ਗੁਰੂ ਅਮਰਦਾਸ ਜੀ ਨੇ ਸਿੱਖਾਂ ਨੂੰ ਹੀ ਇਹ ਵਧੀਕੀ ਜਰਨ ਲਈ ਆਖਿਆ। ਸਿੱਖਾਂ ਨੇ ਸਤਿਗੁਰੂ ਜੀ ਦੇ ਹੁਕਮ ਅਨੁਸਾਰ ਘੜਿਆਂ ਦੀ ਥਾਂ ਗਾਗਰਾਂ ਲੈ ਆਂਦੀਆਂ। ਖੋਜੇ ਇਹਨਾਂ ਨੂੰ ਭੰਨਣ ਲਈ ਪੱਥਰ ਵਰਤਣ ਲੱਗ ਪਏ। ਗੋਂਦੇ ਤੇ ਉਸਦੇ ਸਾਥੀਆਂ ਦੀ ਚੁੱਕ ਨਾਲ ਝਗੜਾ ਬਥੇਰਾ ਵੱਧ ਸਕਦਾ ਸੀ, ਪਰ ਗੁਰੂ ਅਮਰਦਾਸ ਜੀ ਸਿੱਖਾਂ ਨੂੰ ਇਹ ਸਾਰੀਆਂ ਵਧੀਕੀਆਂ ਜਰਨ ਲਈ ਹੀ ਉਪਦੇਸ਼ ਕਰਦੇ ਰਹੇ। ਕਦੇ ਕੋਈ ਸੂਝ-ਬੂਝ ਵਾਲੇ ਬੰਦੇ ਬੇਗਾਨਾ ਝਗੜਾ ਆਪਣੇ ਸਿਰ ਲੈਣ ਨੂੰ ਤਿਆਰ ਨਹੀਂ ਹੁੰਦੇ। ਖੋਜੇ ਨਿਰੇ ਬ੍ਰਾਹਮਣਾਂ ਖੱਤਰੀਆਂ ਦੀ ਸ਼ਹਿ ਤੇ ਇਹ ਨਿੱਤ ਦਾ ਫਸਾਦ ਮੁੱਲ ਲੈਣ ਦਾ ਹਿਆ ਨਹੀਂ ਕਰ ਸਕਦੇ ਸਨ। ਇਹ ਚੁੱਕਣਾ ਇੱਕ ਹੋਰ ਪਾਸੇ ਵੱਲੋਂ ਵੀ ਸੀ, ਜਿੱਥੇ ਉਹਨਾਂ ਦੇ ਦੀਨੀ ਭਾਈਆਂ ਦੀ ਰੋਜ਼ੀ ਅਤੇ ਮਾਨਤਾ ਨੂੰ ਖਤਰਾ ਪੈ ਰਿਹਾ ਸੀ।
ਅਰੋੜੇ ਹਿੰਦੂਆਂ ਤੋਂ ਬਣੇ ਮੁਸਲਮਾਨ ਲੋਕ ਆਪਣੇ ਆਪ ਨੂੰ ਖੋਜੇ ਅਖਵਾਉਣ ਲੱਗ ਪਏ ਸਨ। ਮਾਝੇ ਵਿੱਚ ਸਰਵਰੀਏ ਸ਼ੇਖ ਫਤਿਹ ਦੀ ਗੱਦੀ ਦਾ ਅਸਰ ਰਸੂਖ ਸੀ। ਸ਼ੇਖ ਫਤਿਹ ਦੇ ਮੁਰੀਦ ਹਰ ਜੁਮੇ ਰਾਤ ਨੂੰ ਭੁੰਜੇ ਸੌਂਦੇ ਹਨ। ਵਿਆਹਾਂ ਸ਼ਾਦੀਆਂ ਸਮੇਂ ਵੀ ਸਰਵਰ ਦੀਆਂ ਸੁੱਖਣਾ ਸੁੱਖਦੇ ਹਨ। ਨਵੀਂ ਸੂਈ ਗਾਂ ਮਹਿ ਦੇ ਦੁੱਧ ਦੀ ਪਹਿਲੀ ਖੀਰ ਸਰਵਰ ਦੀ ਦਰਗਾਹੇ ਲੈ ਜਾਂਦੇ ਹਨ। ਸਰਵਰੀਏ ਹਿੰਦੂ ਅਸਲ ਵਿੱਚ ਅੱਧੇ ਕੋ ਇਸਲਾਮ ਦੇ ਧਾਰਨੀ ਹੋ ਜਾਂਦੇ ਹਨ। ਇਹਨਾਂ ਨੂੰ ਇਸ ਅਸਰ ਹੇਠੋਂ ਕੱਢਣ ਲਈ ਹੀ ਸਿੱਖ ਧਰਮ ਦੇ ਪ੍ਰਚਾਰ ਦਾ ਕੇਂਦਰ ਕਰਤਾਰਪੁਰੋਂ ਖਡੂਰ ਤੇ ਗੋਇੰਦਵਾਲ ਲਿਆਂਦਾ ਗਿਆ ਸੀ। ਸੋ ਜਦੋਂ ਜਾਤ ਅਭਿਮਾਨੀ ਲੋਕਾਂ ਨੇ ਗੁਰੂ ਅਮਰਦਾਸ ਜੀ ਦੇ ਲੰਗਰ ਦੀ ਵਿਰੋਧਤਾ ਕੀਤੀ ਤਾਂ ਸ਼ੇਖ ਫਤਿਹ ਦੀ ਗੱਦੀ ਵਾਲਿਆਂ ਨੇ ਵੀ ਆਪਣੇ ਅਸਰ ਰਸੂਖ ਨੂੰ ਕਾਇਮ ਰੱਖਣ ਅਤੇ ਸਿੱਖ ਧਰਮ ਦੇ ਰਾਹ ਵਿੱਚ ਰੋਕਾਂ ਪਾਉਣ ਲਈ ਸ਼ੇਖਾਂ ਨੂੰ ਚੁੱਕਿਆ ਸੀ। ਸਬੱਬ ਨਾਲ ਇੱਕ ਵਾਰੀ ਸੰਨਿਆਸੀਆਂ ਦੀ ਇੱਕ ਜਮਾਤ ਗੋਇੰਦਵਾਲ ਆ ਗਈ। ਜਦੋਂ ਉਹਨਾਂ ਦੇ ਕੁਝ ਆਦਮੀ ਖੂਹ ਤੋਂ ਪਾਣੀ ਭਰਨ ਗਏ ਤਾਂ ਕੁਝ ਕੁ ਚੱਲਣੇ ਗਿੱਜੇ ਹੋਏ ਖੋਜੇ ਮੁੰਡਿਆਂ ਨੇ ਉਹਨਾਂ ਨੂੰ ਵੀ ਬੱਟੇ ਪੱਥਰ ਮਾਰੇ। ਝਗੜਾ ਦੁਵੱਲੀ ਵੱਧ ਗਿਆ। ਇੱਕ ਵੱਟਾ ਮਸੰਦ ਦੀ ਅੱਖ ਉੱਤੇ ਜਾ ਵੱਜਾ। ਫਿਰ ਤਾਂ ਤੀਰਾਂ ਤਲਵਾਰਾਂ ਤੱਕ ਲੜਾਈ ਆ ਪੜੀ ਤੇ ਦੋਹੀਂ ਪਾਸੀਂ ਕਈ ਜਾਨਾਂ ਦਾ ਨੁਕਸਾਨ ਹੋਇਆ। ਸਿੱਖ ਇਤਿਹਾਸ ਲਿਖਦਾ ਹੈ ਕਿ ਉਹ ਭੂਹੇ ਹੋਏ ਖੋਜੇ ਮੁੰਡੇ ਲਾਹੌਰੋਂ ਦਿੱਲੀ ਨੂੰ ਜਾਂਦੇ ਸ਼ਾਹੀ ਖਜ਼ਾਨੇ ਦੀ ਇੱਕ ਖੱਚਰ ਨੂੰ ਵੀ ਹੱਥ ਪਾ ਬੈਠੇ, ਜੋ ਹਨੇਰੀ ਆ ਜਾਣ ਦੇ ਕਾਰਨ ਸਾਥ ਨਾਲੋਂ ਖੁੰਝ ਕੇ ਖੋਜਿਆਂ ਦੀ ਗਲੀ ਵਿੱਚ ਚਲੀ ਗਈ ਸੀ। ਖੋਜਿਆਂ ਦਾ ਖਿਆਲ ਸੀ ਕਿ ਚੋਰੀ ਸਿੱਖਾਂ ਦੇ ਮੱਥੇ ਲਾ ਦਿੱਤੀ ਜਾਵੇਗੀ, ਪਰ ਸਾਥ ਤੋਂ ਖੁੰਝੀ ਖੱਚਰ ਦੀ ਘਬਰਾਹਟ ਭਰੀ ਹੀਂਗਣੀ ਨੇ ਹੀ ਉਹਨਾਂ ਦਾ ਭਾਂਡਾ ਭੰਨ ਦਿੱਤਾ। ਚੋਰੀ ਕਰਨ ਵਾਲੇ ਖੋਜੇ ਮੌਕੇ ਉੱਤੇ ਹੀ ਫੜੇ ਗਏ। ਉਹਨਾਂ ਦੀਆਂ ਪਿਛਲੀਆਂ ਸਾਰੀਆਂ ਕਾਲੀਆਂ ਕਰਤੂਤਾਂ ਸ਼ਾਹੀ ਹਾਕਮਾਂ ਤੱਕ ਆਪਣੀਆਂ। ਵਿਗੜਿਆਂ ਤਿਗੜਿਆਂ ਦਾ ਡੰਡਾ ਪੀਰ ਦੇ ਅਖਾਣ ਅਨੁਸਾਰ ਸੁਰਤ ਟਿਕਾਣੇ ਆਈ, ਬੌਲੀ ਬਣਨੀ। ਗੋਇੰਦਵਾਲ ਦਰਿਆ ਦੇ ਕੰਢੇ ਤੇ ਹੋਣ ਕਰਕੇ ਇਸ ਗੱਲ ਦੀ ਤਾਂ ਲੋੜ ਹੀ ਨਹੀਂ ਪੈਂਦੀ ਸੀ ਕਿ ਆਏ ਸਿੱਖਾਂ ਦੇ ਇਸ਼ਨਾਨ ਆਦਿਕ ਵਾਸਤੇ ਕੋਈ ਸਰੋਵਰ ਬਣਾਇਆ ਜਾਵੇ। 6-7 ਸਾਲ ਸਾਂਝੇ ਖੂਹ ਤੋਂ ਪਾਣੀ ਦਾ ਕੰਮ ਚੱਲਦਾ ਰਿਹਾ, ਪਰ ਜਦੋਂ ਗੋਂਦੇ ਤੇ ਉਸ ਦੇ ਸਾਥੀਆਂ ਨੇ ਛੇੜਖਾਨੀ ਦੀ ਅੱਤ ਕਰ ਦਿੱਤੀ ਤਾਂ ਸਤਿਗੁਰੂ ਜੀ ਨੇ ਫੈਸਲਾ ਕੀਤਾ ਕਿ ਆਪਣਾ ਵੱਖਰਾ ਪ੍ਰਬੰਧ ਕਰ ਲਿਆ ਜਾਏ ਤਾਂ ਕਿ ਨਿੱਤ ਦੀ ਕਲਾ ਮੁੱਕ ਸਕੇ। ਸੰਨ 1559 ਵਿੱਚ ਗੁਰੂ ਅਮਰਦਾਸ ਜੀ ਨੇ ਬੌਲੀ ਬਣਵਾਉਣੀ ਸ਼ੁਰੂ ਕਰ ਦਿੱਤੀ। ਗੁਰੂ ਨਾਨਕ ਸਾਹਿਬ ਅਤੇ ਗੁਰੂ ਅੰਗਦ ਦੇਵ ਜੀ ਦੇ ਵੇਲੇ ਹਾਲਾਤ ਅਨੁਸਾਰ ਕਦੇ ਐਸੀ ਲੋੜ ਨਹੀਂ ਸੀ ਪਈ ਕਿ ਕੋਈ ਅਸਥਾਨ ਐਸਾ ਤਿਆਰ ਕੀਤਾ ਜਾਏ ਜਿਸ ਵਿੱਚ ਸਿਰਫ ਸਿੱਖਾਂ ਨੂੰ ਹੀ ਦਿਲਚਸਪੀ ਹੋਵੇ। ਨਗਰ ਦੇ ਬ੍ਰਾਹਮਣਾਂ, ਗੋਂਦੇ ਦੇ ਸਾਥੀ ਖੱਤਰੀਆਂ ਅਤੇ ਚੁੱਕੇ ਹੋਏ ਖੋਜਿਆਂ ਦੇ ਕੋਝੇ ਰਵੱਈਏ ਨੇ ਇਸ ਬੌਲੀ ਵਿੱਚ ਸਭ ਸਿੱਖਾਂ ਦੀ ਦਿਲਚਸਪੀ ਪੈਦਾ ਕਰ ਦਿੱਤੀ। ਸਿੱਖ ਇਤਿਹਾਸਕ ਜੀਵਨ ਵਿੱਚ ਸ਼ਾਇਦ ਇਹ ਸਭ ਤੋਂ ਪਹਿਲਾ ਹਲੂਣਾ ਸੀ। ਨੀਵੀਆਂ ਜਾਤੀਆਂ ਵਿੱਚ ਮਨੁੱਖਤਾ ਜਗਾਣੀ ਸਿੱਖ ਧਰਮ ਦਾ ਮੁੱਖ ਮਨੋਰਥ ਸੀ। ਸਿੱਖ ਇਹ ਵੇਖ ਚੁੱਕੇ ਸਨ ਕਿ ਜਾਤ ਅਭਿਮਾਨੀਆਂ ਦਾ ਜੀਵਨ ਰਾਹ ਵੱਖ-ਵੱਖ ਹੋ ਗਿਆ। ਬੌਲੀ ਦੀ ਤਿਆਰੀ ਵਿੱਚ ਹਰੇਕ ਸਿੱਖ ਬੜੇ ਸ਼ੌਕ ਨਾਲ ਹਿੱਸਾ ਲੈਣ ਲੱਗ ਪਿਆ। ਦੂਰੋਂ ਦੂਰੋਂ ਸਿੱਖ ਸੇਵਾ ਕਰਨ ਲਈ ਆਉਣ ਲੱਗ ਪਏ ਅਤੇ ਬੌਲੀ ਨੂੰ ਇੱਕ ਤੀਰਥ ਦੀ ਮਹਾਨਤਾ ਮਿਲ ਗਈ। ਬੌਲੀ ਦੀਆਂ 84 ਪੌੜੀਆਂ ਨੇ ਸਹਿਜੇ ਸਹਿਜੇ ਸਿੱਖਾਂ ਵਿੱਚ ਇਹ ਖਿਆਲ ਵੀ ਭਰ ਦਿੱਤਾ ਕਿ ਇੱਥੋਂ ਦੇ ਇਸ਼ਨਾਨ ਕਰਨ ਨਾਲ 84 ਲੱਖ ਜੂਨਾਂ ਕੱਟੀਆਂ ਜਾਣਗੀਆਂ। ਕੜ ਤੋੜਨਾ ਅਤੇ ਮਾਣਕ ਚੰਦ। ਸਿੱਖ ਇਤਿਹਾਸ ਲਿਖਦਾ ਹੈ ਕਿ ਜਦੋਂ ਲੋੜ ਅਨੁਸਾਰ ਬੌਲੀ ਦੀ ਸਾਰੀ ਪੁਟਾਈ ਹੋ ਚੁੱਕੀ ਤਾਂ ਅਗਾਂਹ ਚੀਕਣੀ ਮਿੱਟੀ ਦਾ ਬੜਾ ਕਰੜਾ ਕੜ ਆ ਗਿਆ। ਉਸ ਕੜ ਦੇ ਹੇਠਾਂ ਪਾਣੀ ਸੀ। ਬੜੇ ਯਤਨ ਕੀਤੇ ਗਏ, ਪਰ ਕਹੀ ਦਾ ਕੋਈ ਟੱਪ ਉਸ ਕੜ ਨੂੰ ਪਾਉਂਦਾ ਨਹੀਂ ਸੀ। ਗੁਰੂ ਅਮਰਦਾਸ ਜੀ ਨੇ ਤਜਵੀਜ਼ ਕੀਤੀ ਕਿ ਜੇ ਲੋਹੇ ਦੀ ਤ੍ਰਿਖੀ ਵੱਡੀ ਸ਼ੈਣੀ ਹਥੌੜਿਆਂ ਦੀਆਂ ਸੱਟਾਂ ਨਾਲ ਇਸ ਕੜ ਵਿੱਚ ਗੱਡੀ ਜਾਏ ਤਾਂ ਕੜ ਪਾੜ ਜਾਏਗਾ। ਪਰ ਉਹਨਾਂ ਇਸ ਯਤਨ ਵਿੱਚ ਇੱਕ ਭਾਰਾ ਖਤਰਾ ਵੀ ਦੱਸਿਆ। ਕੜ ਪਾਟਣ ਨਾਲ ਹੇਠੋਂ ਪਾਣੀ ਇੱਕੋ ਵਾਰ ਬਹੁਤ ਤੇਜ਼ੀ ਨਾਲ ਨਿਕਲੇਗਾ ਤੇ ਜੇ ਕੜ ਤੋੜਨ ਵਾਲਾ ਬੰਦਾ ਬੌਲੀ ਦੇ ਵਿੱਚੋਂ ਨਿਕਲਣ ਦੀ ਰਤਾ ਵੀ ਢਿੱਲ ਕਰੇਗਾ ਤਾਂ ਹੋ ਸਕਦਾ ਹੈ ਕਿ ਉਹ ਵਿੱਚੇ ਹੀ ਡੁੱਬ ਜਾਏ। ਭਾਵੇਂ ਸਿੱਖ ਬੜੇ ਉਤਸ਼ਾਹ ਨਾਲ ਹੁਣ ਤੱਕ ਬੌਲੀ ਦੀ ਸੇਵਾ ਕਰ ਰਹੇ ਸਨ, ਪਰ ਮੌਤ ਦੇ ਡਰ ਨੇ ਕੜ ਤੋੜਨ ਲਈ ਹੇਠਾਂ ਜਾਣ ਦੀ ਕਿਸੇ ਨੂੰ ਹਿੰਮਤ ਨਾ ਪੈਣ ਦਿੱਤੀ। ਆਖਰ ਇੱਕ ਗੱਭਰੂ ਮਾਣਕ ਚੰਦ ਨਿਤਰਿਆ। ਮਾਂ ਦਾ ਇਹ ਇੱਕੋ ਇੱਕ ਪੁੱਤਰ ਸੀ। ਸ਼ੈਣੀ ਹਥੌੜਾ ਲੈ ਕੇ ਜਾ ਕੜ ਤੋੜਿਆ। ਬੌਲੀ ਸੰਨ 1559 ਵਿੱਚ ਬਣੀ ਸੀ। ਕਈ ਅਣਜਾਣ ਲਿਖਾਰੀ ਕਿਸੇ ਖਾਸ ਅਸਰ ਹੇਠ ਇਹ ਲਿਖਦੇ ਹਨ ਕਿ ਜਦੋਂ ਬੌਲੀ ਦਾ ਕੜ ਟੁੱਟਾ ਸੀ ਤਦੋਂ ਹੀ ਸਤਿਗੁਰੂ ਜੀ ਦੇ ਵਾਕ ਅਨੁਸਾਰ
ਅਕਬਰ ਨੇ ਚਤੌੜ ਫਤਿਹ ਕੀਤਾ ਸੀ। ਇਹ ਉੱਕਾ ਹੀ ਨਰਮੂਲ ਹੈ। ਸ਼ਾਹੀ ਫੌਜ ਨੇ ਚਤੌੜ ਦਾ ਘੇਰਾ ਸਤੰਬਰ ਸਨ 1567 ਵਿੱਚ ਪਾਇਆ ਸੀ ਅਤੇ 23 ਫਰਵਰੀ ਸਨ 1568 ਨੂੰ ਚਤੌੜ ਸਰ ਹੋਇਆ ਸੀ, ਪਰ ਬੌਲੀ ਸਨ 1559 ਵਿੱਚ ਬਣੀ ਸੀ। ਇਹ ਮਿੱਥ ਲੈਣਾ ਕਿ ਸਨ 1559 ਤੋਂ ਲੈ ਕੇ 1568 ਤੱਕ 9 ਸਾਲ ਬੌਲੀ ਦੀ ਪੁਟਾਈ ਹੀ ਹੁੰਦੀ ਰਹੀ ਸੀ ਅਤੇ 9 ਸਾਲਾਂ ਵਿੱਚ ਮਸਾਂ ਕੜ ਹੀ ਪਾਟਾ ਸੀ। ਇਹ ਇੱਕ ਭਾਰੀ ਹਾਸੋਹੀਣੀ ਗੱਲ ਹੈ। ਖੂਹ ਅਤੇ ਬੌਲੀਆਂ ਲਵਾਉਣ ਵਾਲੇ ਇਸ ਨੂੰ ਚੰਗੀ ਤਰ੍ਹਾਂ ਸਮਝ ਸਕਦੇ ਹਨ। ਚਿਤੌੜ ਦੇ ਕਿਲ੍ਹੇ ਦੇ ਸਰ ਹੋਣ ਦਾ ਵਾਰ ਮੁਗਲ ਹਕੂਮਤ ਦੇ ਅਸਰ ਹੇਠ ਕਿਸੇ ਪਾਸੋਂ ਮਸ਼ਹੂਰ ਕਰਾਇਆ ਜਾਪਦਾ ਹੈ ਤਾਂ ਕਿ ਸਿੱਖ ਮੁਗਲ ਹਕੂਮਤ ਦੀ ਗੁਲਾਮੀ ਵਿੱਚ ਟਿਕੇ ਰਹਿਣ। ਸ਼ੋਲਾ ਤਾਂ ਮਾਣਕ ਚੰਦ ਬਹੁਤ ਸੀ, ਪਰ ਕੜ ਹੇਠੋਂ ਪਾਣੀ ਇਤਨੀ ਤੇਜ਼ੀ ਨਾਲ ਨਿਕਲਿਆ ਕਿ ਵੇਂਦਿਆਂ ਵੇਂਦਿਆਂ ਬੌਲੀ ਨਕਾ ਨਕ ਭਰ ਹੋ ਗਈ ਅਤੇ ਮਾਣਕ ਚੰਦ ਪਾਣੀ ਹੇਠ ਕਾਬੂ ਆ ਗਿਆ। ਵਿਧਵਾ ਮਾਂ ਨੇ ਤਾਂ ਵਰਲਾਪ ਕਰਨੇ ਹੀ ਸਨ, ਹੋਰ ਸਾਰੀ ਸੰਗਤ ਵਿੱਚ ਵੀ ਬੜਾ ਸਹਿਮ ਪਿਆ, ਪਰ ਗੁਰੂ ਅਮਰਦਾਸ ਜੀ ਨੇ ਸਭ ਨੂੰ ਹੌਸਲਾ ਦਿੱਤਾ। ਯਤਨ ਕੀਤੇ ਗਏ। ਕੁਝ ਕੁ ਚਿਰ ਪਿੱਛੋਂ ਮਾਣਕ ਚੰਦ ਦਾ ਬੇਸੁਰਤ ਸਰੀਰ ਪਾਣੀ ਉੱਤੇ ਤਰ ਆਇਆ। ਪੇਟ ਵਿੱਚੋਂ ਪਾਣੀ ਕੱਢਣ ਆਦਿਕ ਦੇ ਉਦਮਾਂ ਨਾਲ ਸੁਰਤ ਨੇ ਮੋੜਾ ਖਾਧਾ ਤੇ ਘੜੀਆਂ ਪਲਾਂ ਵਿੱਚ ਸਤਿਗੁਰੂ ਦੀ ਮਿਹਰ ਨਾਲ ਮਾਣਕ ਚੰਦ 9/9 ਹੋ ਗਿਆ। ਇਸ ਘਟਨਾ ਨੇ ਸਿੱਖ ਸੰਗਤਾਂ ਦੇ ਸਾਹਮਣੇ ਨਵੇਂ ਪੂਰਨੇ ਪਾ ਕੇ ਰੱਖ ਦਿੱਤੇ। ਗੁਰੂ ਦੇ ਦੱਸੇ ਹੋਏ ਰਸਤੇ ਉੱਤੇ ਤੁਰਨ ਲਈ, ਗਰੀਬ ਜਨਤਾ ਦੀ ਸੇਵਾ ਕਰਨ ਲਈ ਜਿੰਦ ਵੀ ਤਲੀ ਉੱਤੇ ਧਰਨੀ ਪੈਂਦੀ ਹੈ। ਆਪਾ ਵਾਰਨ ਤੋਂ ਬਿਨਾਂ ਸੇਵਾ ਨਹੀਂ ਹੋ ਸਕਦੀ। ਜੋ ਸਿੱਖ ਆਪਾ ਸਦਕੇ ਕਰਦਾ ਹੈ, ਉਸ ਦਾ ਆਪਣਾ ਜੀਵਨ ਹੀ ਧਰਮ ਪ੍ਰਚਾਰ ਦਾ ਵਸੀਲਾ ਬਣ ਜਾਂਦਾ ਹੈ। ਸਮੇਂ ਅਨੁਸਾਰ ਗੁਰੂ ਅਮਰਦਾਸ ਜੀ ਨੇ ਭਾਈ ਮਾਣਕ ਚੰਦ ਨੂੰ ਸਿੱਖ ਧਰਮ ਦਾ ਪ੍ਰਚਾਰਕ ਬਣਾ ਦਿੱਤਾ। ਜਗ ਬੌਲੀ ਤਿਆਰ ਹੋਣ ਦਾ ਸਾਰਾ ਕੰਮ ਸਿਰੇ ਚੜ੍ਹ ਗਿਆ। ਵਿਰੋਧੀ ਜਾਤ ਅਭਿਮਾਨੀਆਂ ਦੇ ਟਾਕਰੇ ਤੇ ਮਨੁੱਖਤਾ ਦੀ ਜਿੱਤ ਦੀ ਇਹ ਪਹਿਲੀ ਯਾਦਗਾਰ ਸੀ। ਜਿਉਂ-ਜਿਉਂ ਦੂਰ ਨੇੜੇ ਖਬਰਾਂ ਗਈਆਂ, ਸਿੱਖਾਂ ਦੇ ਦਿਲਾਂ ਵਿੱਚ ਹੁਲਾਰਾ ਆਉਂਦਾ ਗਿਆ। ਗੁਰੂ ਅਮਰਦਾਸ ਜੀ ਨੇ ਗੁਰੂ ਨਾਨਕ ਦੇਵ ਜੀ ਦੀ ਨਾਮਲੇਵਾ ਜਨਤਾ ਦੇ ਅੰਦਰ ਉਤਸ਼ਾਹ ਤੇ ਹੌਸਲਾ ਵਧਾਉਣ ਲਈ ਸਾਰੀ ਸਿੱਖ ਜਨਤਾ ਦਾ ਇਕੱਠ ਕੀਤਾ। ਨਿਯਤ ਦਿਹਾੜੇ ਤੇ ਦੂਰੋਂ ਦੂਰੋਂ ਸਿੱਖ ਨਰ ਨਾਰ ਆ ਇਕੱਠੇ ਹੋਏ। ਗੁਰੂ ਕੇ ਲੰਗਰ ਵਿੱਚ ਤਾਂ ਅੱਗੇ ਵੀ ਕੋਈ ਕਮੀ ਨਹੀਂ ਹੋਇਆ ਕਰਦੀ ਸੀ, ਪਰ ਇਸ ਅਦੁੱਤੀ ਮੌਕੇ ਤੇ ਹੋਰ ਵੀ ਵਧੇਕ ਉਚੇਚ ਕੀਤੇ ਗਏ। ਸੁੰਦਰ ਭੋਜਨ ਤਿਆਰ ਹੋਏ। ਸਾਰੇ ਨਗਰ ਵਾਸੀਆਂ ਨੂੰ ਵੀ ਪਿਆਰ ਨਾਲ ਸੱਦਾ ਦਿੱਤਾ ਗਿਆ ਕਿ ਲੰਗਰ ਵਿੱਚ ਪ੍ਰਸ਼ਾਦ ਛਕਣ। ਗੋਇੰਦਵਾਲ ਵਿੱਚ ਇੱਕ ਜੋਗੀ ਤਪਾ ਰਹਿੰਦਾ ਸੀ। ਤਪਾ ਤਾਂ ਉਹ ਨਿਰਾ ਆਖਣ ਨੂੰ ਹੀ ਤਪਾ ਸੀ। ਜੋਗੀਆਂ ਵਾਂਗ ਪਿੰਡੇ ਉੱਤੇ ਸੁਭਾਅ ਵੀ ਮਲੀ ਹੋਈ ਸੀ ਅਤੇ ਧੀਆਂ ਪੁੱਤਰਾਂ ਵਾਲਾ ਵੀ ਸੀ। ਆਗੂਹੀਣ ਅਨਪੜ੍ਹ ਲੋਕਾਂ ਦੀ ਭੇਡ ਚਾਲ ਹੀ ਹੋਇਆ ਕਰਦੀ ਹੈ। ਉਸ ਵੇਲੜ ਗ੍ਰਸਤੀ ਉਂਝ ਵੇਖਣ ਨੂੰ ਜੋਗੀ ਤਪੇ ਦੀ ਲੋਕ ਵਰ ਸਰਾਪਾਂ ਦੇ ਲੋਕ ਡਰ ਡਰਾਵੇ ਕਰਕੇ ਸੇਵਾ ਕਰਿਆ ਕਰਦੇ ਸਨ, ਪਰ ਜਿਉਂ-ਜਿਉਂ ਗੁਰੂ ਅਮਰਦਾਸ ਜੀ ਤੋਂ ਲੋਕਾਂ ਨੂੰ ਗੁਰਬਾਣੀ ਦਾ ਚਾਨਣ ਮਿਲਿਆ ਤੇ ਸਹੀ ਮਨੁੱਖਤਾ ਦੇ ਸੂਝ ਆਉਂਦੀ ਗਈ, ਉਸ ਵੇਲੜ ਦੀ ਸੇਵਾ ਘਟਦੀ ਗਈ। ਉਹ ਤਪਾ ਗੁਰੂ ਅਮਰਦਾਸ ਜੀ ਦਾ ਦੋਖੀ ਬਣਦਾ ਗਿਆ। ਗੋਂਦੇ ਤੇ ਉਸ ਦੇ ਹੋਰ ਸਾਥੀਆਂ ਨੂੰ ਸਤਿਗੁਰੂ ਜੀ ਦੇ ਵਿਰੁੱਧ ਖੜੇ ਕਰਨ ਵਿੱਚ ਵੀ ਬਹੁਤ ਹੱਥ ਇਸ ਤਪੇ ਦਾ ਹੀ ਹੁੰਦਾ ਸੀ। ਗੁਰੂ ਘਰ ਦੀ ਨਿੰਦਿਆ ਕਰਦੇ ਰਹਿਣਾ ਤਪੇ ਦਾ ਨਿੱਤ ਦਾ ਵਿਹਾਰ ਸੀ। ਉਂਝ ਆਪਣੇ ਆਪ ਨੂੰ ਉਹ ਬੜਾ ਤਿਆਗੀ ਜ਼ਾਹਰ ਕਰਿਆ ਕਰਦਾ ਸੀ। ਜਾਤ ਅਭਿਮਾਨੀਆਂ ਅਤੇ ਤਪੇ ਵਰਗੇ ਤਿਆਗੀ ਅਖਵਾਉਣ ਵਾਲਿਆਂ ਦਾ ਪਾਜ ਉਘਾੜਨ ਲਈ ਵੀ ਇਹ ਚੰਗਾ ਮੌਕਾ ਬਣ ਗਿਆ। ਇੱਕ ਤਾਂ ਲੰਗਰ ਵਿੱਚ ਬਹੁਤ ਸੁੰਦਰ ਸਵਾਦਲੇ ਖਾਣੇ ਤਿਆਰ ਕੀਤੇ ਗਏ, ਦੂਜੇ ਆਪਣੇ ਮਨ ਨੂੰ ਦਸ਼ਣਾ ਦੇ ਹੱਕਦਾਰ ਸਮਝਣ ਵਾਲੇ ਉੱਚ ਜਾਤੀ ਵਾਲਿਆਂ ਲਈ ਸਤਿਗੁਰੂ ਜੀ ਨੇ ਚੋਖੀ ਨਗਦ ਭੇਟਾ ਦਾ ਵੀ ਪ੍ਰਬੰਧ ਕਰ ਦਿੱਤਾ। ਬ੍ਰਾਹਮਣ ਲੋਕ ਵੀ ਲੰਗਰ ਵਿੱਚ ਆ ਸ਼ਾਮਲ ਹੋਏ। ਤਪੇ ਨੇ ਆਪਣਾ ਤਿਆਗ ਵਾਲਾ ਹੱਠ ਕਾਇਮ ਰੱਖਣ ਦੀ ਕੋਸ਼ਿਸ਼ ਕੀਤੀ। ਉਚੇਚੇ ਸੱਦੇ ਭੇਜਿਆਂ ਵੀ ਨਾ ਆਇਆ, ਪਰ ਉਸ ਦੇ ਅੰਦਰ ਲੋਭ ਦੀ ਛੁਰੀ ਚੱਲ ਰਹੀ ਸੀ। ਮੋਹਰਾਂ ਦੀ ਦਸ਼ਣਾ ਕਿਵੇਂ ਛੱਡੇ? ਆਪ ਤਾਂ ਨਾ ਆਇਆ, ਚੋਰੀ ਛਿਪੀ ਆਪਣੇ ਪੁੱਤਰਾਂ ਨੂੰ ਭੇਜ ਦਿੱਤਾ। ਨਗਰ ਦੇ ਪੈਂਚਾਂ ਨੇ ਜਦੋਂ ਤਪੇ ਦੀ ਇਹ ਕਰਤੂਤ ਵੇਖੀ ਤਾਂ ਬੜਾ ਹਾਸਾ ਪਿਆ। ਸਭਨਾਂ ਨੂੰ ਤਪੇ ਦੀ ਅਸਲੀਅਤ ਦੀ ਸਮਝ ਆ ਗਈ। ਸਤਿਗੁਰੂ ਜੀ ਦੇ ਵਿਰੁੱਧ ਖੜੀ ਕੀਤੀ ਹੋਈ ਦੰਦ ਕਥਾ ਤੇ ਈਰਖਾ ਮੁੱਕ ਗਈ। ਅਕਬਰ ਵੱਲੋਂ ਜਾਗੀਰ। ਅਕਬਰ ਨਾਬਾਲਗ ਉਮਰੇ ਤਖਤ ਤੇ ਬੈਠਾ ਸੀ। ਬੈਰਮ ਖਾਂ ਉਸ ਦਾ ਸਰਪ੍ਰਸਤ ਬਣਿਆ ਸੀ, ਜੋ ਸ਼ਾਹੀ ਘਰਾਣੇ ਨਾਲ ਸਦਾ ਵਫਾਦਾਰੀ ਕਰਦਾ ਰਿਹਾ। ਸਹਿਜੇ ਸਹਿਜੇ ਇਸ ਦੇ ਵਿਰੁੱਧ ਕੁਝ ਕੁ ਸਵਾਰਥੀਆਂ ਵੱਲੋਂ ਗੋਂਦਾਂ ਗੁੰਦੀਆਂ ਜਾਣ ਲੱਗ ਪਈਆਂ।
ਅਕਬਰ ਦੇ ਮਨ ਵਿੱਚ ਸ਼ੱਕ ਪੱਕੇ ਕਰ ਦਿੱਤੇ ਗਏ। ਗੱਲ ਇੱਥੋਂ ਤੱਕ ਵੱਧ ਗਈ ਕਿ ਬੈਰਮ ਖਾਂ ਅਪ੍ਰੈਲ 1560 ਵਿੱਚ ਪੰਜਾਬ ਵੱਲ ਭੱਜ ਨਿਕਲਿਆ। ਆਪਣਾ ਟੱਬਰ ਉਹ ਮਰਿੰਡੇ ਦੇ ਕਿਲੇ ਵਿੱਚ ਛੱਡ ਆਇਆ। ਅਕਬਰ ਨੇ ਪਿੱਛਾ ਕੀਤਾ। ਜਲੰਧਰ ਦੇ ਕੋਲ ਬੈਰਮ ਨੂੰ ਸ਼ਾਹੀ ਫੌਜ ਤੋਂ ਭਾਂਜ ਹੋਈ। ਬੈਰਮ ਪਹਾੜਾਂ ਵੱਲ ਭੱਜਿਆ, ਪਰ ਬਿਆਸ ਦੇ ਕੰਢੇ ਫੜਿਆ ਗਿਆ। ਅਕਬਰ ਨੇ ਉਸ ਦੀ ਪਿਛਲੀ ਸੇਵਾ ਸਦਕਾ ਉਸ ਨੂੰ ਮੁਆਫ ਕਰ ਦਿੱਤਾ ਅਤੇ ਆਪ ਲਾਹੌਰ ਆ ਗਿਆ। ਇੱਥੋਂ ਸੰਨ 1560 ਦੇ ਅਖੀਰ ਵਿੱਚ ਦਿੱਲੀ ਵੱਲ ਰਵਾਨਾ ਹੋਇਆ। ਗੋਇੰਦਵਾਲ ਲਾਹੌਰ ਤੋਂ ਦਿੱਲੀ ਜਾਣ ਵਾਲੀ ਸ਼ਾਹੀ ਸੜਕ ਉੱਤੇ ਸੀ। ਅਕਬਰ ਨੇ ਗੋਇੰਦਵਾਲ ਆ ਕੇ ਗੁਰੂ ਅਮਰਦਾਸ ਜੀ ਦੇ ਦਰਸ਼ਨ ਕੀਤੇ। ਇਹ ਪਹਿਲਾ ਮੌਕਾ ਸੀ ਜਿਸ ਲੰਗਰ ਦੇ ਵਿਰੁੱਧ ਉਸ ਨੇ ਦੋਖੀਆਂ ਪਾਸੋਂ ਕਈ ਸ਼ਿਕਾਇਤਾਂ ਸੁਣੀਆਂ ਹੋਈਆਂ ਸਨ, ਉੱਥੇ ਆਪ ਜਾ ਕੇ ਪ੍ਰਸ਼ਾਦਾ ਛਕਿਆ। ਸਭ ਲੋਕਾਂ ਨਾਲ ਇੱਕੋ ਜਿਹਾ ਪਿਆਰ ਭਰਿਆ ਸਲੂਕ ਆਪਣੀ ਅੱਖੀਂ ਵੇਖ ਕੇ ਅਕਬਰ ਬਹੁਤ ਖੁਸ਼ ਹੋਇਆ। ਗੁਰੂ ਕਾ ਲੰਗਰ ਸੇਵਕ ਸਿੱਖਾਂ ਦੀ ਭੇਟਾ ਨਾਲ ਹੀ ਚੱਲ ਰਿਹਾ ਸੀ। ਅਕਬਰ ਨੇ ਲੰਗਰ ਦੇ ਖਰਚ ਪੂਰੇ ਕਰਨ ਲਈ ਜਾਗੀਰ ਦੇਣੀ ਚਾਹੀ, ਪਰ ਗੁਰੂ ਅਮਰਦਾਸ ਜੀ ਨੇ ਆਦਰ ਭਰੇ ਲਫ਼ਜ਼ਾਂ ਨਾਲ ਅਕਬਰ ਦੀ ਇਹ ਇੱਛਾ ਪੂਰੀ ਕਰਨ ਤੋਂ ਨਾਂਹ ਕਰ ਦਿੱਤੀ ਅਤੇ ਆਖਿਆ ਕਿ ਗੁਰੂ ਕਾ ਲੰਗਰ ਸਭ ਸਿੱਖਾਂ ਦੇ ਸਾਂਝੇ ਉਦਮ ਨਾਲ ਹੀ ਚੱਲਣਾ ਚਾਹੀਦਾ ਹੈ। ਸਤਿਗੁਰੂ ਜੀ ਨੇ ਚੰਗਾ ਮੌਕਾ ਜਾਣ ਕੇ ਅਕਬਰ ਨੂੰ ਮੁੜ ਚੇਤਾ ਕਰਾ ਦਿੱਤਾ ਕਿ ਬਾਦਸ਼ਾਹ ਦਾ ਫਰਜ਼ ਹੈ ਸਾਰੀ ਪ੍ਰਜਾ ਨਾਲ ਹੀ ਇੱਕੋ ਜਿਹਾ ਸਲੂਕ ਕਰੇ। ਹਿੰਦੂ ਜਨਤਾ ਉੱਤੇ ਤੀਰਥਾਂ ਤੇ ਜਾਣ ਦਾ ਉਚੇਚਾ ਮਸੂਲ ਨਹੀਂ ਹੋਣਾ ਚਾਹੀਦਾ। ਜਦੋਂ ਸਤਿਗੁਰੂ ਜੀ ਨੇ ਲੰਗਰ ਵਾਸਤੇ ਜਾਗੀਰ ਲੈਣੋਂ ਇਨਕਾਰ ਕੀਤਾ ਤਾਂ ਅਕਬਰ ਨੇ ਝਬਾਲ ਪਰਗਣੇ ਦੀ ਜਾਗੀਰ ਗੁਰੂ ਅਮਰਦਾਸ ਜੀ ਦੀ ਸਪੁੱਤਰੀ ਬੀਬੀ ਭਾਨੀ ਜੀ ਦੇ ਨਾਮ ਕਰ ਦਿੱਤੀ। ਸੰਨ 1563 ਵਿੱਚ ਅਕਬਰ ਮਥੁਰਾ ਵੱਲ ਚਲਾ ਗਿਆ। ਹਿੰਦੂ ਪੁਰਬ ਦਾ ਮੌਕਾ ਸੀ। ਯਾਤਰੂਆਂ ਪਾਸੋਂ ਮਸੂਲ ਵਸੂਲ ਹੋ ਰਿਹਾ ਸੀ। ਅਕਬਰ ਨੂੰ ਗੁਰੂ ਅਮਰਦਾਸ ਜੀ ਦੀ ਕੀਤੀ ਪ੍ਰੇਰਨਾ ਦਾ ਚੇਤਾ ਆ ਗਿਆ ਅਤੇ ਉਸਨੇ ਉਥੋਂ ਹੀ ਹੁਕਮ ਜਾਰੀ ਕਰ ਦਿੱਤੇ ਕਿ ਅਗਾਂਹ ਨੂੰ ਇਹ ਮਸੂਲ ਬੰਦ ਕਰ ਦਿੱਤਾ ਜਾਏ। 22 ਮੰਜੀਆਂ। ਗੁਰੂ ਨਾਨਕ ਦੇਵ ਜੀ ਨੇ ਪਹਿਲੀ ਉਦਾਸੀ ਵਿੱਚ ਹਿੰਦੂ ਪੁਰਬਾਂ ਸਮੇਂ ਭਾਰਤ ਦੇ ਸਾਰੇ ਹਿੰਦੂ ਤੀਰਥ ਵੇਖੇ ਅਤੇ ਆਪਣੇ ਖਿਆਲਾਂ ਦਾ ਪ੍ਰਚਾਰ ਕਾਇਮ ਰੱਖਣ ਲਈ ਕਈ ਥਾਈਂ ਕੇਂਦਰ ਬਣਾਏ। ਯੋਗ ਬੰਦਿਆਂ ਨੂੰ ਪ੍ਰਚਾਰਕ ਥਾਪਿਆ। ਪ੍ਰਚਾਰਕ ਨੇ ਬੋਲਣ ਸਮੇਂ ਆਪਣੇ ਸਾਹਮਣੇ ਬੈਠੇ ਸੱਜਣਾ ਵੱਲ ਨਿਗਾਹ ਮਾਰਨੀ ਹੁੰਦੀ। ਇਸ ਵਾਸਤੇ ਉਸਨੇ ਬਾਕੀ ਸਭ ਅਸਥਾਨਾਂ ਨਾਲੋਂ ਉੱਚੇ ਥਾਂ ਤੇ ਬੈਠਣਾ ਹੁੰਦਾ। ਇਸ ਕੰਮ ਲਈ ਆਮ ਤੌਰ ਤੇ ਮੰਜੀ ਹੀ ਵਰਤੀ ਜਾਂਦੀ ਸੀ, ਜਿਸ ਉੱਤੇ ਬੈਠ ਕੇ ਪ੍ਰਚਾਰਕ ਸੰਗਤ ਨੂੰ ਗੁਰਮਤਿ ਦੀਆਂ ਗੱਲਾਂ ਸੁਣਾਉਂਦਾ ਸੀ। ਹਰੇਕ ਸਿੱਖ ਆਪਣੇ ਆਪ ਪ੍ਰਚਾਰਕ ਨਹੀਂ ਸੀ ਬਣ ਜਾਂਦਾ। ਇਹ ਕੰਮ ਉਹੀ ਕਰਦਾ ਸੀ ਜਿਸ ਨੂੰ ਸਤਿਗੁਰੂ ਵੱਲੋਂ ਪ੍ਰਵਾਨਗੀ ਮਿਲੇ। ਸਿੱਖਾਂ ਵਿੱਚ ਇਹ ਪਦਵੀ ਬੜੇ ਸਤਿਕਾਰ ਤੇ ਇਤਬਾਰ ਦੀ ਪਦਵੀ ਸੀ, ਜਿਸ ਨੂੰ ਪ੍ਰਚਾਰਕ ਬਣਾਇਆ ਜਾਂਦਾ ਸੀ। ਸਿੱਖ ਸਧਾਰਨ ਬੋਲੀ ਵਿੱਚ ਆਖਦੇ ਸਨ ਕਿ ਉਹ ਸਿੱਖ ਨੂੰ ਸਤਿਗੁਰੂ ਨੇ ਮੰਜੀ ਬਖਸ਼ੀ ਹੈ। ਗੁਰੂ ਨਾਨਕ ਦੇਵ ਜੀ ਪਹਿਲੀ ਉਦਾਸੀ ਸਮੇਂ ਲੋੜ ਅਨੁਸਾਰ ਯੋਗ ਸਿੱਖਾਂ ਨੂੰ ਕਈ ਥਾਈਂ ਮੰਜੀ ਬਖਸ਼ਦੇ ਗਏ। ਗੁਰੂ ਅੰਗਦ ਦੇਵ ਜੀ ਨੇ ਗੁਰੂ ਨਾਨਕ ਸਾਹਿਬ ਜੀ ਦੀ ਆਗਿਆ ਅਨੁਸਾਰ ਆਪਣਾ ਸਾਰਾ ਸਮਾਂ ਰਾਵੀ ਬਿਆਸ ਦੇ ਵਿਚਕਾਰਲੇ ਇਲਾਕੇ ਦੇ ਪਿੰਡਾਂ ਵਿੱਚ ਹੀ ਪ੍ਰਚਾਰ ਕਰਨ ਲਈ ਖਰਚ ਕੀਤਾ। ਸਹਿਜੇ ਸਹਿਜੇ ਸਿੱਖ ਜਨਤਾ ਦੀ ਗਿਣਤੀ ਵੱਧਦੀ ਗਈ। ਜਾਤ ਅਭਿਮਾਨੀਆਂ ਦੀ ਵਿਰੋਧਤਾ ਅਤੇ ਉਸ ਦੇ ਨਤੀਜੇ ਦੇ ਤੌਰ ਤੇ ਬੌਲੀ ਦੇ ਬਣਨ ਨੇ ਸਿੱਖਾਂ ਵਿੱਚ ਬੜੀ ਜਾਗਰਤੀ ਲੈ ਆਂਦੀ। ਇਸ ਗੱਲ ਦੀ ਬੜੀ ਲੋੜ ਪੈ ਗਈ ਕਿ ਸਿੱਖ ਧਰਮ ਦੇ ਪ੍ਰਚਾਰ ਨੂੰ ਪੱਕੇ ਪੈਰਾਂ ਉੱਤੇ ਖੜਾ ਕੀਤਾ ਜਾਏ। ਗੁਰੂ ਅਮਰਦਾਸ ਜੀ ਨੇ ਸਾਰੀ ਸਿੱਖ ਵਸੋਂ ਦੇ ਇਲਾਕਿਆਂ ਨੂੰ 22 ਹਿੱਸਿਆਂ ਵਿੱਚ ਵੰਡਿਆ ਅਤੇ ਇਸ ਤਰ੍ਹਾਂ 22 ਮੰਜੀਆਂ ਥਾਪੀਆਂ। 22 ਸਿਆਣੇ ਪ੍ਰਚਾਰਕ ਨਿਯਤ ਕੀਤੇ, ਜਿਨ੍ਹਾਂ ਵਿੱਚੋਂ ਪੰਡਿਤ ਮਾਈਦਾਸ, ਭਾਈ ਮਾਣਕ ਚੰਦ ਤੇ ਮੱਥੋ ਮਰਾਰੀ ਦੇ ਨਾਮ ਸਿੱਖ ਇਤਿਹਾਸ ਵਿੱਚ ਉੱਗੇ ਹਨ। ਹੇਠ ਲਿਖੇ ਗੁਰਸਿੱਖਾਂ ਨੂੰ ਮੰਜੀਆਂ ਉਪਦੇਸ਼ਕ ਗੱਦੀਆਂ ਬਖਸ਼ੀਆਂ ਗਈਆਂ ਸਨ। ਨੰਬਰ 1 ਅੱਲਾ ਯਾਰ ਪਠਾਨ ਸੌਦਾਗਰ। ਨੰਬਰ 2 ਸੱਚਨ ਸੱਚ ਪਿੰਡ ਮੰਦਰ ਤਹਿਸੀਲ ਸ਼ੱਕਰਪੁਰ। ਨੰਬਰ 3 ਸਾਧਾਰਨ ਗੋਇੰਦਵਾਲ। ਨੰਬਰ 4 ਸਾਵਣਮਲ ਗੋਇੰਦਵਾਲ। ਨੰਬਰ 5 ਸੁਖਣ ਧਮਿਆਲ। ਨੰਬਰ 6 ਹੰਦਾਲ ਜੰਡਿਆਲਾ। ਨੰਬਰ 7 ਕੇਦਾਰੀ ਬਟਾਲਾ। ਨੰਬਰ 8 ਖੇਡਾ ਖੇਮਕਰਨ। ਨੰਬਰ 9 ਗੰਗੂ ਸ਼ਾਹ ਗੜ੍ਹ ਸ਼ੰਕਰ। ਨੰਬਰ 10 ਦਰਬਾਰੀ ਮਜੀਠਾ। ਨੰਬਰ 11 ਪਾਰੋ ਡੱਲਾ। ਨੰਬਰ 12 ਫੇਰਾ ਮੀਰਪੁਰ। ਨੰਬਰ 13 ਬੂਆ ਹਰਗੋਬਿੰਦਪੁਰ ਇਸ ਦੀ ਸੰਤਾਨ। ਨੰਬਰ 14 ਬੇਣੀ ਚੂਨੀਆਂ। ਨੰਬਰ 15 ਮਹੇਸ਼ਾ ਸੁਲਤਾਨਪੁਰ। ਨੰਬਰ 16 ਮਾਈਦਾਸ ਨਰੋਲੀ ਮਾਝਾ। ਨੰਬਰ 17 ਮਾਣਕ ਚੰਦ ਵੈਰੋਵਾਲ। ਨੰਬਰ 18 ਮੁਰਾਰੀ ਖਾਈ ਲਾਹੌਰ। ਨੰਬਰ 19 ਰਾਜਾ ਰਾਮ
ਸੰਧਮਾ ਜਲੰਧਰ ਦੀ ਸੰਤਾਨ। ਨੰਬਰ 20 ਰੰਗਸ਼ਾਹ ਮੱਲੂ ਪੋਤਾ ਜਲੰਧਰ। ਨੰਬਰ 21 ਰੰਗਦਾਸ ਘਣੂਆ ਅੰਬਾਲਾ। ਨੰਬਰ 22 ਲਾਲੋ ਡੱਲਾ। ਨੰਬਰ 1 ਅੱਲਾ ਯਾਰ, ਇਸ ਨੂੰ ਅੱਲਾ ਸ਼ਾਹ ਵੀ ਆਖਦੇ ਸਨ। ਇਹ ਇੱਕ ਪਠਾਨ ਸੀ ਜੋ ਦਿੱਲੀ ਅਤੇ ਲਾਹੌਰ ਘੋੜਿਆਂ ਦਾ ਵਪਾਰ ਕਰਦਾ ਸੀ। ਇੱਕ ਵਾਰੀ ਦਿੱਲੀ ਤੋਂ ਆਉਂਦੇ ਨੂੰ ਬਿਆਸ ਦੇ ਕੰਢੇ ਡੱਲਾ ਨਿਵਾਸੀ ਭਾਈ ਪਾਰੋ ਜੀ ਮਿਲ ਪਏ। ਇਸ ਤੋਂ ਇਸ ਦੇ ਦਿਲ ਵਿੱਚ ਗੁਰੂ ਜੀ ਦੇ ਦਰਸ਼ਨ ਕਰਨ ਦੀ ਤਾਂਘ ਪੈਦਾ ਹੋਈ। ਸਤਿਗੁਰੂ ਜੀ ਦੇ ਪਾਸ ਗੋਇੰਦਵਾਲ ਪਹੁੰਚ ਕੇ ਅੱਲਾ ਯਾਰ ਨੇ ਸਿੱਖੀ ਧਾਰਨ ਕੀਤੀ। ਇਸ ਦਾ ਜੀਵਨ ਇਤਨਾ ਉੱਚਾ ਬਣਿਆ ਕਿ ਇਹ ਗੁਰਮੁਖ ਸਿੱਖਾਂ ਵਿੱਚ ਗਿਣਿਆ ਗਿਆ। ਗੁਰੂ ਅਮਰਦਾਸ ਜੀ ਨੇ ਇਸ ਨੂੰ ਧਰਮ ਪ੍ਰਚਾਰ ਦੀ ਸੇਵਾ ਸੌਂਪੀ। ਨੰਬਰ 2 ਸੱਚਨ ਸੱਚ, ਇਹ ਜ਼ਿਲ੍ਹਾ ਲਾਹੌਰ ਦੀ ਤਹਿਸੀਲ ਸ਼ੱਕਰਪੁਰ ਦੇ ਪਿੰਡ ਮੰਦਰ ਦੇ ਰਹਿਣ ਵਾਲਾ ਇੱਕ ਬ੍ਰਾਹਮਣ ਸੀ। ਗੁਰੂ ਅਮਰਦਾਸ ਜੀ ਦਾ ਇਹ ਸਿੱਖ ਬਣਿਆ। ਲਫ਼ਜ਼ ਸੱਚਨ ਸੱਚ ਹਰ ਵੇਲੇ ਆਖਣ ਦੀ ਇਸ ਨੂੰ ਆਦਤ ਪੈ ਗਈ। ਇਸ ਵਾਸਤੇ ਇਸ ਦਾ ਨਾਮ ਹੀ ਸੱਚਨ ਸੱਚ ਪ੍ਰਸਿੱਧ ਹੋ ਗਿਆ। ਜਦੋਂ ਭਾਈ ਸਾਵਣ ਮੱਲ ਦੇ ਨਾਲ ਆਏ ਹਰੀਪੁਰ ਕਾਂਗੜੇ ਦੇ ਰਾਜੇ ਦੀ ਇੱਕ ਰਾਣੀ ਪਾਗਲ ਹੋ ਗਈ ਸੀ ਤੇ ਰਾਜਾ ਉਸ ਨੂੰ ਗੋਇੰਦਵਾਲ ਹੀ ਛੱਡ ਗਿਆ ਸੀ, ਤਾਂ ਗੁਰੂ ਅਮਰਦਾਸ ਜੀ ਨੇ ਉਸ ਨੂੰ ਆਰੋਗ ਕਰਕੇ ਉਸ ਦੀ ਸ਼ਾਦੀ ਸੱਚਨ ਸੱਚ ਨਾਲ ਕਰ ਦਿੱਤੀ ਸੀ। ਇਹ ਜੋੜਾ ਸਾਰੀ ਉਮਰ ਗੁਰਮਤਿ ਦਾ ਪ੍ਰਚਾਰ ਕਰਦਾ ਰਿਹਾ। ਸਤਿਗੁਰੂ ਜੀ ਨੇ ਵੀ ਭਾਈ ਸੱਚਨ ਸੱਚ ਨੂੰ ਮੰਜੀ ਬਖਸ਼ੀ ਸੀ। ਨੰਬਰ 3 ਸਾਧਾਰਨ, ਇਹ ਗੋਇੰਦਵਾਲ ਦਾ ਰਹਿਣ ਵਾਲਾ ਇੱਕ ਲੋਹਾਰ ਸੀ। ਗੁਰੂ ਅਮਰਦਾਸ ਜੀ ਦਾ ਸਿੱਖ ਬਣਿਆ ਸੀ। ਇਸ ਦੀ ਸੇਵਾ ਅਤੇ ਭਗਤੀ ਭਾਵ ਤੇ ਪ੍ਰਸੰਨ ਹੋ ਕੇ ਸਤਿਗੁਰੂ ਜੀ ਨੇ ਇਸ ਨੂੰ ਪ੍ਰਚਾਰਕ ਥਾਪ ਦਿੱਤਾ ਸੀ। ਨੰਬਰ 4 ਸਾਵਣ ਮੱਲ, ਇਹ ਗੁਰੂ ਅਮਰਦਾਸ ਜੀ ਦਾ ਭਤੀਜਾ ਸੀ। ਜਦੋਂ ਗੋਇੰਦਵਾਲ ਵਿੱਚ ਗੁਰਦੁਆਰਾ ਅਤੇ ਸੰਗਤਾਂ ਲਈ ਮਕਾਨ ਬਣਾਉਣ ਦੀ ਲੋੜ ਪਈ ਤਾਂ ਗੁਰੂ ਅਮਰਦਾਸ ਜੀ ਨੇ ਇਸ ਨੂੰ ਪਹਾੜੀ ਲੱਕੜ ਲਿਆਉਣ ਵਾਸਤੇ ਹਰੀਪੁਰ ਵੱਲ ਭੇਜਿਆ। ਸਾਵਣ ਮੱਲ ਉਸ ਇਲਾਕੇ ਵਿੱਚ ਸਿੱਖ ਧਰਮ ਦਾ ਪ੍ਰਚਾਰ ਵੀ ਕਰਦਾ ਰਿਹਾ। ਇਸ ਦੇ ਵਸੀਲੇ ਹੀ ਹਰੀਪੁਰ ਦਾ ਰਾਜਾ ਗੁਰੂ ਅਮਰਦਾਸ ਜੀ ਪਾਸ ਹਾਜ਼ਰ ਹੋ ਕੇ ਪਰਿਵਾਰ ਸਮੇਤ ਸਿੱਖ ਬਣਿਆ ਸੀ। ਸਤਿਗੁਰੂ ਜੀ ਨੇ ਭਾਈ ਸਾਵਣ ਮੱਲ ਨੂੰ ਮੰਜੀ ਬਖਸ਼ੀ। ਨੰਬਰ 5 ਸੁਖਣ, ਇਹ ਜ਼ਿਲ੍ਹਾ ਰਾਵਲਪਿੰਡੀ ਦੇ ਨਗਰ ਧਮਿਆਣ ਦਾ ਰਹਿਣ ਵਾਲਾ ਸੀ। ਜਾਤ ਦਾ ਖੱਤਰੀ। ਪਹਿਲਾਂ ਇਹ ਦੁਰਗਾ ਦਾ ਭਗਤ ਸੀ। ਗੁਰੂ ਅਮਰਦਾਸ ਜੀ ਦੀ ਸ਼ਰਨ ਆ ਕੇ ਇਹ ਸਿੱਖ ਬਣਿਆ। ਇਸ ਦਾ ਜੀਵਨ ਇਤਨਾ ਉੱਚਾ ਬਣਿਆ ਕਿ ਸਤਿਗੁਰੂ ਜੀ ਨੇ ਇਸ ਨੂੰ ਪੋਠੋਹਾਰ ਵਿੱਚ ਧਰਮ ਪ੍ਰਚਾਰ ਕਰਨ ਲਈ ਪ੍ਰਚਾਰਕ ਦੀ ਗੱਦੀ ਬਖਸ਼ੀ। ਨੰਬਰ 6 ਹੰਦਾਲ, ਇਹ ਜ਼ਿਲ੍ਹਾ ਅੰਮ੍ਰਿਤਸਰ ਦੇ ਨਗਰ ਜੰਡਿਆਲੇ ਦਾ ਵਸਨੀਕ ਸੀ। ਜਾਤ ਦਾ ਜੱਟ। ਭਾਈ ਹੰਦਾਲ ਗੁਰੂ ਅਮਰਦਾਸ ਜੀ ਦਾ ਅਨੰਨ ਸਿੱਖ ਹੋਇਆ। ਗੁਰੂ ਕੇ ਲੰਗਰ ਦੀ ਸੇਵਾ ਬੜੇ ਪ੍ਰੇਮ ਨਾਲ ਕਰਿਆ ਕਰਦਾ ਸੀ। ਸਤਿਗੁਰੂ ਜੀ ਨੇ ਇਸ ਨੂੰ ਮੰਜੀ ਬਖਸ਼ੀ। ਇਸ ਦੇ ਨਗਰ ਦਾ ਨਾਮ ਗੁਰੂ ਕਾ ਜੰਡਿਆਲਾ ਪ੍ਰਸਿੱਧ ਹੋਇਆ। ਹਰ ਵੇਲੇ ਨਰੰਜਨ ਨਰੰਜਨ ਮੂੰਹੋਂ ਆਖਣ ਕਰਕੇ ਇਸ ਦੀ ਸੰਪਰਦਾਇ ਦਾ ਨਾਂ ਨਰੰਜਨੀਏ ਪੈ ਗਿਆ। ਭਾਈ ਹੰਦਾਲ ਦਾ ਪੁੱਤਰ ਬਿਧੀ ਚੰਦ ਕੁਰਾਹੇ ਪੈ ਗਿਆ। ਉਸ ਨੇ ਭਾਈ ਬਾਲੇ ਦੇ ਨਾਮ ਉੱਤੇ ਗੁਰੂ ਨਾਨਕ ਦੇਵ ਜੀ ਦੀ ਇੱਕ ਜਨਮ ਸਾਖੀ ਲਿਖੀ, ਜਿਸ ਵਿੱਚ ਬਹੁਤ ਸਾਰੀਆਂ ਮਨ ਮੰਨੀਆਂ ਗੱਲਾਂ ਦਰਜ ਕਰ ਦਿੱਤੀਆਂ। ਨੰਬਰ 7 ਕੇਦਾਰੀ, ਭਾਈ ਕੇਦਾਰੀ ਬਟਾਲੇ ਜ਼ਿਲ੍ਹੇ ਗੁਰਦਾਸਪੁਰ ਦਾ ਰਹਿਣ ਵਾਲਾ ਸੀ। ਜਾਤ ਦਾ ਲੂੰਬਾ ਖੱਤਰੀ ਸੀ। ਸਤਿਗੁਰੂ ਜੀ ਦਾ ਸਿੱਖ ਬਣ ਕੇ ਇਹ ਬੜੀ ਕਰਨੀ ਵਾਲਾ ਪ੍ਰਸਿੱਧ ਹੋਇਆ। ਗੁਰੂ ਅਮਰਦਾਸ ਜੀ ਨੇ ਇਸ ਨੂੰ ਪ੍ਰਚਾਰਕ ਥਾਪ ਕੇ ਮੰਜੀ ਬਖਸ਼ੀ। ਨੰਬਰ 8 ਖੇਡਾ, ਇਹ ਜ਼ਿਲ੍ਹਾ ਲਾਹੌਰ ਦੇ ਨਗਰ ਖੇਮਕਰਨ ਦਾ ਵਸਨੀਕ ਸੀ। ਜਾਤ ਦਾ ਬ੍ਰਾਹਮਣ। ਪਹਿਲਾਂ ਇਹ ਦੁਰਗਾ ਦਾ ਭਗਤ ਸੀ। ਗੁਰੂ ਅਮਰਦਾਸ ਜੀ ਦਾ ਸਿੱਖ ਬਣ ਕੇ ਭਾਈ ਖੇਡਾ ਪ੍ਰਮਾਤਮਾ ਦਾ ਅਨੰਨ ਭਗਤ ਪ੍ਰਸਿੱਧ ਹੋਇਆ। ਸਤਿਗੁਰੂ ਜੀ ਨੇ ਇਸ ਨੂੰ ਸਿੱਖ ਧਰਮ ਦਾ ਪ੍ਰਚਾਰਕ ਥਾਪਿਆ। ਨੰਬਰ 9 ਗੰਗੂ ਸ਼ਾਹ, ਇਹ ਗੜ੍ਹ ਸ਼ੰਕਰ ਦਾ ਰਹਿਣ ਵਾਲਾ ਸੀ। ਜਾਤ ਦਾ ਬੱਸੀ ਖੱਤਰੀ। ਗੁਰੂ ਅਮਰਦਾਸ ਜੀ ਦਾ ਸਿੱਖ ਬਣ ਕੇ ਇਤਨੇ ਉੱਚੇ ਜੀਵਨ ਵਾਲਾ ਬਣਿਆ ਕਿ ਸਤਿਗੁਰੂ ਜੀ ਨੇ ਇਸ ਨੂੰ ਰਿਆਸਤ ਸਰਮੌਰ ਦੇ ਇਲਾਕੇ ਦਾ ਪ੍ਰਚਾਰਕ ਬਣਾ ਭੇਜਿਆ। ਭਾਈ ਗੰਗੂ ਸ਼ਾਹ ਦਾ ਪ੍ਰਸਿੱਧ ਅਸਥਾਨ ਦਾਉ ਜ਼ਿਲ੍ਹਾ ਅੰਬਾਲਾ ਵਿੱਚ ਹੈ। ਇਸ ਦੀ ਸੰਪਰਦਾ ਦੇ ਲੋਕ ਆਪਣੇ ਆਪ ਨੂੰ ਗੰਗੂ ਸ਼ਾਹੀ ਸਦਾਉਂਦੇ ਹਨ। ਗੰਗੂ ਸ਼ਾਹ ਦਾ ਪੜੋਤਾ ਭਾਈ ਜਵਾਰ ਸਿੰਘ ਬੜਾ ਕਰਨੀ ਵਾਲਾ ਹੋਇਆ ਹੈ। ਇਸ ਦਾ ਦਿਉਰਾ ਖਟਕੜ ਕਲਾਂ ਜ਼ਿਲ੍ਹਾ ਜਲੰਧਰ ਵਿੱਚ ਹੈ। ਨੰਬਰ 10 ਦਰਬਾਰੀ, ਜਾਤ ਦਾ ਲੂੰਬਾ ਖੱਤਰੀ। ਭਾਈ ਦਰਬਾਰੀ ਨਗਰ ਮਜੀਠਾ ਜ਼ਿਲ੍ਹਾ ਅੰਮ੍ਰਿਤਸਰ ਦਾ ਰਹਿਣ ਵਾਲਾ ਸੀ। ਨੰਬਰ 11 ਪਾਰੋ, ਜਾਤ ਦਾ ਜੁਲਕਾ ਖੱਤਰੀ। ਭਾਈ ਪਾਰੋ ਡੱਲੇ ਦਾ ਰਹਿਣ ਵਾਲਾ ਸੀ। ਇਹ ਗੁਰੂ ਅੰਗਦ ਦੇਵ ਜੀ ਦਾ ਸਿੱਖ ਬਣਿਆ ਸੀ। ਗੁਰੂ ਅਮਰਦਾਸ ਜੀ ਦੀ ਸੇਵਾ ਕਰਕੇ ਇਸ ਨੇ ਪਰਮਹੰਸ ਦੀ ਪਦਵੀ ਹਾਸਲ ਕੀਤੀ। ਸਤਿਗੁਰੂ ਜੀ ਨੇ ਇਸ ਨੂੰ ਪ੍ਰਚਾਰਕ ਥਾਪ ਕੇ ਮੰਜੀ ਬਖਸ਼ੀ ਸੀ। ਗੁਰੂ ਹਰਗੋਬਿੰਦ ਸਾਹਿਬ ਜੀ ਦਾ ਸਹੁਰਾ ਭਾਈ ਨਰੈਣ ਦਾਸ ਇਸੇ ਦੀ ਕੁਲ ਵਿੱਚੋਂ ਸੀ।
ਨੰਬਰ 12 ਫੇਰਾ। ਇਹ ਮੀਰਪੁਰ ਇਲਾਕਾ ਜੰਮੂ ਦਾ ਵਸਨੀਕ ਸੀ। ਜਾਤ ਦਾ ਕਟਾਰਾ ਖੱਤਰੀ। ਭਾਈ ਫੇਰਾ ਪਹਿਲਾਂ ਜੋਗੀਆਂ ਦਾ ਚੇਲਾ ਸੀ, ਫਿਰ ਗੁਰੂ ਅਮਰਦਾਸ ਜੀ ਦਾ ਸਿੱਖ ਬਣ ਕੇ ਆਤਮ ਗਿਆਨੀ ਹੋਇਆ। ਸਤਿਗੁਰੂ ਜੀ ਨੇ ਇਸ ਨੂੰ ਮੰਜੀ ਬਖਸ਼ੀ। ਪਹਾੜੀ ਇਲਾਕੇ ਵਿੱਚ ਇਸ ਨੇ ਬਹੁਤ ਪ੍ਰਚਾਰ ਕੀਤਾ। ਨੰਬਰ 13 ਬੂਆ। ਇਹ ਤੇਹਣ ਜਾਤ ਦਾ ਖੱਤਰੀ ਸੀ। ਗੁਰੂ ਅਮਰਦਾਸ ਜੀ ਦਾ ਸਿੱਖ ਬਣ ਕੇ ਪਰਮਹੰਸ ਪਦਵੀ ਨੂੰ ਪ੍ਰਾਪਤ ਹੋਇਆ ਸੀ। ਸਤਿਗੁਰੂ ਜੀ ਨੇ ਇਸ ਨੂੰ ਪ੍ਰਚਾਰਕ ਥਾਪਿਆ। ਇਸ ਦੀ ਸੰਤਾਨ ਹਰਗੋਬਿੰਦਪੁਰ ਵਿੱਚ ਵਸਦੀ ਹੈ। ਨੰਬਰ 14 ਬੇਣੀ। ਚੂਨੀਆਂ ਜ਼ਿਲ੍ਹਾ ਲਾਹੌਰ ਦਾ ਵਸਨੀਕ ਪੰਡਤ ਬੇਣੀ ਬੜਾ ਵਿਦਵਾਨ ਸੀ। ਸ਼ਾਸਤਰਾਰਥ ਕਰਕੇ ਜਿੱਤਾਂ ਜਿੱਦਾ ਪੰਡਤ ਬੇਣੀ ਜਦੋਂ ਗੋਇੰਦਵਾਲ ਆਇਆ ਤਾਂ ਗੁਰੂ ਅਮਰਦਾਸ ਜੀ ਦਾ ਦਰਸ਼ਨ ਕਰਕੇ ਇਸ ਨੇ ਵਿਦਿਆ ਅਭਿਮਾਨ ਛੱਡ ਦਿੱਤਾ ਅਤੇ ਸਤਿਗੁਰੂ ਜੀ ਦਾ ਸਿੱਖ ਬਣਿਆ। ਸਤਿਗੁਰੂ ਜੀ ਨੇ ਇਸ ਨੂੰ ਸਿੱਖ ਧਰਮ ਦੇ ਪ੍ਰਚਾਰ ਦਾ ਕੰਮ ਸੌਂਪਿਆ। ਇਸ ਦਾ ਨਾਮ ਕਈਆਂ ਨੇ ਬੇਣੀ ਮਾਧੋ ਵੀ ਲਿਖਿਆ ਹੈ। ਪੰਡਤ ਹਰਦਿਆਲ ਕਵੀ ਇਸੇ ਦੀ ਕੁਲ ਵਿੱਚੋਂ ਸੀ, ਜਿਸ ਨੇ ਸਾਰ ਕੁਤਵਾਲੀ ਅਤੇ ਵੈਰਾਗ ਸ਼ਤਕ ਦਾ ਸੁੰਦਰ ਉਲੱਥਾ ਕੀਤਾ। ਨੰਬਰ 15 ਮਹੇਸ਼ਾ। ਸੁਲਤਾਨਪੁਰ ਦਾ ਰਹਿਣ ਵਾਲਾ, ਧੀਰ ਜਾਤ ਦਾ ਖੱਤਰੀ। ਨੰਬਰ 16 ਮਾਈ ਦਾਸ। ਮਾਝੇ ਦੇ ਨਰੋਲੀ ਪਿੰਡ ਦਾ ਵਸਨੀਕ ਸੀ। ਪੰਡਤ ਮਾਈ ਦਾਸ ਪਹਿਲਾਂ ਵੈਸ਼ਨਵ ਮਤ ਧਾਰੀ ਸੀ। ਗੁਰੂ ਅਮਰਦਾਸ ਜੀ ਦੀ ਸ਼ਰਨ ਆਇਆ। ਭਾਈ ਮਾਣਕ ਚੰਦ ਦੀ ਸੰਗਤ ਵਿੱਚ ਆਤਮ ਗਿਆਨੀ ਹੋਇਆ। ਸਤਿਗੁਰੂ ਜੀ ਨੇ ਇਸ ਨੂੰ ਪ੍ਰਚਾਰਕ ਥਾਪਿਆ। ਮਾਝੇ ਦੇ ਇਲਾਕੇ ਵਿੱਚ ਇਸ ਨੇ ਬਹੁਤ ਪ੍ਰਚਾਰ ਕੀਤਾ ਸੀ। ਨੰਬਰ 17 ਮਾਣਕ ਚੰਦ। ਵੈਰੋਵਾਲ ਜ਼ਿਲ੍ਹਾ ਅੰਮ੍ਰਿਤਸਰ ਦਾ ਰਹਿਣ ਵਾਲਾ ਪਥਰੀਆ ਖੱਤਰੀ। ਇਸ ਨੇ ਗੋਇੰਦਵਾਲ ਦੀ ਬੌਲੀ ਦਾ ਕੜ ਤੋੜਿਆ ਸੀ ਅਤੇ ਡੁੱਬ ਗਿਆ ਸੀ। ਗੁਰੂ ਅਮਰਦਾਸ ਜੀ ਨੇ ਇਸ ਨੂੰ ਜੀਵਨ ਬਖਸ਼ਿਆ ਅਤੇ ਇਸ ਦਾ ਨਾਮ ਮਰਜੀਵੜਾ ਰੱਖਿਆ। ਇਸ ਦੀ ਸੰਤਾਨ ਹੁਣ ਗੋਇੰਦਵਾਲ ਵਿੱਚ ਮਰਜੀਵੜੇ ਨਾਮ ਨਾਲ ਪ੍ਰਸਿੱਧ ਹੈ। ਭਾਈ ਮਾਣਕ ਚੰਦ ਦੀ ਸੰਗਤ ਵਿੱਚ ਹੀ ਪੰਡਤ ਮਾਈ ਦਾਸ ਬੈਰਾਗੀ ਗੁਰਸਿੱਖੀ ਦਾ ਅਧਿਕਾਰੀ ਹੋਇਆ ਸੀ। ਨੰਬਰ 19 ਮੁਰਾਰੀ। ਜ਼ਿਲ੍ਹਾ ਲਾਹੌਰ ਦੇ ਪਿੰਡ ਖਾਈ ਦਾ ਰਹਿਣ ਵਾਲਾ ਪ੍ਰੇਮਾ ਖੱਤਰੀ। ਇਸ ਨੂੰ ਕੋਹੜ ਹੋ ਗਿਆ ਸੀ। ਗੁਰੂ ਅਮਰਦਾਸ ਜੀ ਦੀ ਕਿਰਪਾ ਨਾਲ ਇਹ ਅਰੋਗ ਹੋਇਆ। ਸਤਿਗੁਰੂ ਜੀ ਨੇ ਇਸ ਦਾ ਨਾਮ ਮੁਰਾਰੀ ਰੱਖ ਦਿੱਤਾ। ਉੱਪਲ ਜਾਤ ਦੇ ਖੱਤਰੀ ਭਾਈ ਸ਼ੀਹੇ ਨੇ ਸਤਿਗੁਰੂ ਜੀ ਦੀ ਆਗਿਆ ਨਾਲ ਆਪਣੀ ਲੜਕੀ ਮੱਥੋ ਦਾ ਵਿਆਹ ਮੁਰਾਰੀ ਨਾਲ ਕਰ ਦਿੱਤਾ। ਇਸ ਸੁਭਾਗ ਜੋੜੀ ਨੇ ਗੁਰਮਤਿ ਦਾ ਬੜਾ ਪ੍ਰਚਾਰ ਕੀਤਾ। ਦੋਹਾਂ ਦਾ ਮਿਲਵਾਂ ਨਾਮ ਮੱਥੋ ਮੁਰਾਰੀ ਸਿੱਖ ਇਤਿਹਾਸ ਵਿੱਚ ਪ੍ਰਸਿੱਧ ਹੋ ਗਿਆ। ਸਤਿਗੁਰੂ ਜੀ ਨੇ ਮੱਥੋ ਮੁਰਾਰੀ ਨੂੰ ਪ੍ਰਚਾਰਕ ਦੀ ਮੰਜੀ ਬਖਸ਼ੀ। ਨੰਬਰ 19 ਰਾਜਾ ਰਾਮ। ਇਹ ਇੱਕ ਸਾਰਸਵਸਤ ਬ੍ਰਾਹਮਣ ਸੀ, ਜਿਸ ਨੇ ਗੁਰੂ ਅਮਰਦਾਸ ਜੀ ਦਾ ਸਿੱਖ ਬਣ ਕੇ ਜਾਤ ਅਭਿਮਾਨੀ ਤੋਂ ਖਲਾਸੀ ਹਾਸਲ ਕੀਤੀ। ਸਤਿਗੁਰੂ ਜੀ ਨੇ ਇਸ ਨੂੰ ਪ੍ਰਚਾਰਕ ਦੀ ਮੰਜੀ ਬਖਸ਼ੀ। ਭਾਈ ਰਾਜਾ ਰਾਮ ਦੀ ਸੰਤਾਨ ਹੁਣ ਪਿੰਡ ਸੰਧਮਾ ਜ਼ਿਲ੍ਹਾ ਜਲੰਧਰ ਵਿੱਚ ਵਸਦੀ ਹੈ। ਨੰਬਰ 20 ਰੰਗ ਸ਼ਾਹ। ਜ਼ਿਲ੍ਹਾ ਜਲੰਧਰ ਦੇ ਪਿੰਡ ਮੱਲੂ ਪੋਤੇ ਦਾ ਇੱਕ ਅਰੋੜਾ ਸੀ। ਗੁਰੂ ਅਮਰਦਾਸ ਜੀ ਦਾ ਸਿੱਖ ਬਣ ਕੇ ਇਸ ਨੇ ਆਪਣੀ ਉਮਰ ਧਰਮ ਪ੍ਰਚਾਰ ਵਿੱਚ ਖਰਚ ਕੀਤੀ। ਸਤਿਗੁਰੂ ਜੀ ਨੇ ਇਸ ਨੂੰ ਮੰਜੀ ਬਖਸ਼ੀ। ਭਾਈ ਰੰਗ ਸ਼ਾਹ ਨੇ ਦੁਆਬੇ ਵਿੱਚ ਪ੍ਰਚਾਰ ਕੀਤਾ। ਇਸ ਦੀ ਸੰਤਾਨ ਬੰਗਿਆਂ ਵਿੱਚ ਵਸਦੀ ਹੈ। ਨੰਬਰ 21 ਰੰਗਦਾਸ। ਜ਼ਿਲ੍ਹਾ ਅੰਬਾਲਾ ਦੇ ਪਿੰਡ ਘੜੂਆਂ ਦਾ ਵਸਨੀਕ ਭੰਡਾਰੀ ਖੱਤਰੀ। ਪਹਿਲਾਂ ਇਹ ਵੈਰਾਗੀਆਂ ਦਾ ਚੇਲਾ ਸੀ। ਗੁਰੂ ਅਮਰਦਾਸ ਜੀ ਦਾ ਸਿੱਖ ਬਣਿਆ। ਸਤਿਗੁਰੂ ਜੀ ਨੇ ਇਸ ਨੂੰ ਪ੍ਰਚਾਰਕ ਥਾਪ ਦਿੱਤਾ। ਭਾਈ ਰੰਗਦਾਸ ਦੀ ਸੰਤਾਨ ਘੜੂਏ ਵਿੱਚ ਵਸਦੀ ਹੈ। ਨੰਬਰ 22 ਲਾਲੋ। ਡੱਲੇ ਦਾ ਰਹਿਣ ਵਾਲਾ ਸੱਭਰਵਾਲ ਖੱਤਰੀ। ਗੁਰੂ ਅਮਰਦਾਸ ਜੀ ਦਾ ਸਿੱਖ ਬਣਿਆ। ਭਾਈ ਲਾਲੋ ਇਲਾਕੇ ਵਿੱਚ ਉੱਘਾ ਵੈਦ ਵੀ ਸੀ। ਤਈਏ ਤਾਪ ਦਾ ਇਲਾਜ ਕਰਨ ਵਿੱਚ ਕਮਾਲ ਰੱਖਦਾ ਸੀ। ਸਤਿਗੁਰੂ ਜੀ ਨੇ ਇਸ ਨੂੰ ਪ੍ਰਚਾਰਕ ਦੀ ਮੰਜੀ ਬਖਸ਼ੀ। ਗੁਰੂ ਚੱਕ ਵਸਾਣਾ। ਸ਼ਾਹੀ ਸੜਕ ਉੱਤੇ ਹੋਣ ਕਰਕੇ ਗੋਇੰਦਵਾਲ ਗੁਰੂ ਅਮਰਦਾਸ ਜੀ ਦੇ ਸਮੇਂ ਸਿੱਖ ਧਰਮ ਦੇ ਪ੍ਰਚਾਰ ਦਾ ਬੜਾ ਹੀ ਉੱਘਾ ਕੇਂਦਰ ਬਣਿਆ ਰਿਹਾ। ਪਰ ਸਿੱਖਾਂ ਦੀ ਗਿਣਤੀ ਵੱਧਦੀ ਵੇਖ ਕੇ ਸਤਿਗੁਰੂ ਜੀ ਨੇ ਇਹ ਜ਼ਰੂਰੀ ਸਮਝਿਆ ਕਿ ਇਸ ਕੇਂਦਰ ਨੂੰ ਮਾਝੇ ਦੇ ਵਿਚਕਾਰਲੇ ਇਲਾਕੇ ਵਿੱਚ ਬਦਲਿਆ ਜਾਏ। ਗੁਰੂ ਅਮਰਦਾਸ ਜੀ ਨੇ 22 ਸਾਲ ਗੁਰਿਆਈ ਦੀ ਜ਼ਿੰਮੇਵਾਰੀ ਨਿਭਾਈ। ਸੰਨ 1558 ਵਿੱਚ ਸਿਰਫ ਇੱਕ ਵਾਰ ਕੁਰਖੇਤ ਹਰਿਦੁਆਰ ਜਾਣ ਤੋਂ ਛੁੱਟ ਬਾਕੀ ਸਾਰਾ ਸਮਾਂ ਉਹਨਾਂ ਮਾਝੇ ਦੇ ਪਿੰਡਾਂ ਵਿੱਚ ਹੀ ਫਿਰ ਕੇ ਬਿਤਾਇਆ ਸੀ। ਇਸ ਧਰਤੀ ਦੇ ਚੱਪੇ ਚੱਪੇ ਨੂੰ ਉਹ ਜਾਣਦੇ ਸਨ। ਨਵੇਂ ਕੇਂਦਰ ਵਾਸਤੇ ਉਹਨਾਂ ਇਹ ਥਾਂ ਪਸੰਦ ਕੀਤੀ। ਲਾਗੇ ਦੇ ਚੌਹਾਂ ਪਿੰਡਾਂ ਗੁਮਟਾਲਾ, ਤੋਂਗ, ਸੁਲਤਾਨਵਿੰਡ ਤੇ ਗਿਲਵਾਲੀ ਦੇ ਪੈਂਚ ਸਦਵਾ ਲਏ ਅਤੇ ਉਹਨਾਂ ਸਾਹਮਣੇ ਮੋੜੀ ਗੜਵਾ ਕੇ ਪਿੰਡ ਦਾ ਨਾਮ ਗੁਰੂ ਚੱਕ ਰੱਖ ਦਿੱਤਾ। ਇਹ ਜ਼ਿਕਰ ਹਾੜ ਸੰਮਤ 1627 ਜੂਨ 1570 ਦਾ ਹੈ। ਜਦੋਂ ਲੋਕਾਂ ਨੂੰ ਇਹ ਪਤਾ ਲੱਗਾ ਕਿ ਗੁਰਸਿੱਖੀ ਦਾ ਕੇਂਦਰੀ ਅਸਥਾਨ
ਗੋਇੰਦਵਾਲ ਤੋਂ ਇਸ ਨਵੇਂ ਵਸਾਏ ਥਾਂ ਤੇ ਬਣਨ ਵਾਲਾ ਹੈ ਤਾਂ ਕਈ ਕਿੱਤਿਆਂ ਦੇ ਲੋਕਾਂ ਨੇ ਇੱਥੇ ਘਰ ਬਣਾਉਣੇ ਸ਼ੁਰੂ ਕਰ ਦਿੱਤੇ। ਹੱਟੀਆਂ ਪੈਣੀਆਂ ਸ਼ੁਰੂ ਹੋ ਗਈਆਂ ਤੇ ਥੋੜੇ ਹੀ ਸਮੇਂ ਵਿੱਚ ਚੰਗੀ ਰੌਣਕ ਬਣ ਗਈ। ਨਗਰ ਦੀ ਵਸੋਂ ਦਾ ਇਹ ਸਾਰਾ ਕੰਮ ਸਤਿਗੁਰੂ ਜੀ ਨੇ ਗੁਰੂ ਰਾਮਦਾਸ ਜੀ ਦੀ ਨਿਗਰਾਨੀ ਵਿੱਚ ਕਰਾਇਆ। ਜਦੋਂ ਗੁਰੂ ਰਾਮਦਾਸ ਜੀ ਗੁਰੂ ਬਣੇ ਅਤੇ ਗੁਰੂ ਅਮਰਦਾਸ ਜੀ ਦੀ ਆਗਿਆ ਨਾਲ ਗੁਰੂ ਚੱਕ ਆ ਗਏ ਤਾਂ ਇਸ ਦੀ ਵਸੋਂ ਦਿਨਾਂ ਵਿੱਚ ਹੀ ਬੜੀ ਵੱਧ ਗਈ। ਇੱਕ ਵੱਡਾ ਸ਼ਹਿਰ ਬਣਨ ਦੀ ਸੰਭਾਵਨਾ ਹੋ ਗਈ ਤਾਂ ਸੰਨ 1577 ਵਿੱਚ ਗੁਰੂ ਰਾਮਦਾਸ ਜੀ ਨੇ ਪਿੰਡ ਤੁੰਗ ਵਾਲਿਆਂ ਤੋਂ 500 ਵਿਗੇ ਹੋਰ ਜ਼ਮੀਨ 700 ਰੁਪਏ ਦੇ ਕੇ ਖਰੀਦੀ ਅਤੇ ਪਟਾ ਕਰਾ ਲਿਆ। ਇਹ ਨਵੀਂ ਖਰੀਦੀ ਜ਼ਮੀਨ ਪਿੰਡ ਤੁੰਗ ਦੀ ਮਾਲਕੀ ਸੀ। ਗੁਰਿਆਈ ਸੰਨ 1541 ਵਿੱਚ ਗੁਰੂ ਅਮਰਦਾਸ ਜੀ ਗੁਰੂ ਅੰਗਦ ਸਾਹਿਬ ਜੀ ਦੀ ਸ਼ਰਨ ਆਏ ਸਨ। ਉਸੇ ਸਾਲ ਇਹਨਾਂ ਦਾ ਮੇਲ ਭਾਈ ਜੇਠਾ ਜੀ ਨਾਲ ਹੋਇਆ ਸੀ। ਜਦੋਂ ਯਤੀਮ ਹੋ ਕੇ ਇਹ ਆਪਣੀ ਨਾਨੀ ਦੇ ਨਾਲ ਲਾਹੌਰੋਂ ਬਾਸਰ ਕੇ ਨਾਨਕੇ ਘਰ ਆ ਗਏ ਸਨ। ਭਾਈ ਜੇਠਾ ਜੀ ਤਦੋਂ 7 ਸਾਲਾਂ ਦੇ ਸਨ। ਜਦੋਂ ਸੰਨ 1546 ਵਿੱਚ ਗੋਇੰਦਵਾਲ ਵਸਿਆ ਤਾਂ ਗੁਰੂ ਅਮਰਦਾਸ ਜੀ ਆਪਣੇ ਹੋਰ ਸਾਕਾਂ ਸੰਬੰਧੀਆਂ ਦੇ ਨਾਲ ਭਾਈ ਜੇਠਾ ਜੀ ਨੂੰ ਵੀ ਗੋਇੰਦਵਾਲ ਲੈ ਗਏ ਸਨ। ਸੰਨ 1552 ਵਿੱਚ ਗੁਰੂ ਅਮਰਦਾਸ ਜੀ ਗੁਰੂ ਬਣੇ ਤੇ ਖਡੂਰ ਤੋਂ ਰਿਹਾਇਸ਼ ਗੋਇੰਦਵਾਲ ਕਰ ਲਈ। 11 ਸਾਲ ਦੀ ਨੇੜਤਾ ਤੇ ਨਿਗਰਾਨੀ ਨਾਲ ਗੁਰੂ ਅਮਰਦਾਸ ਜੀ ਨੇ ਭਾਈ ਜੇਠਾ ਨੂੰ ਬੜੇ ਗਹੁ ਨਾਲ ਪਰਖ ਲਿਆ ਅਤੇ ਸੰਨ 1553 ਵਿੱਚ ਆਪਣੀ ਲੜਕੀ ਬੀਬੀ ਭਾਨੀ ਜੀ ਦੀ ਸ਼ਾਦੀ ਇਹਨਾਂ ਨਾਲ ਕਰ ਦਿੱਤੀ। ਸਭ ਗ੍ਰਸਤੀ ਜਾਣਦੇ ਹਨ ਕਿ ਸਹੁਰੇ ਘਰ ਆ ਕੇ ਜਵਾਈ ਦੀ ਹਵਾ ਕਿਹੋ ਜਿਹੀ ਹੋ ਜਾਂਦੀ ਹੈ, ਪਰ ਭਾਈ ਜੇਠਾ ਜੀ ਗੁਰੂ ਰਾਮਦਾਸ ਜੀ ਦੇ ਗਰੀਬੀ ਸੁਭਾਅ ਵਿੱਚ ਰਤਾ ਵੀ ਫਰਕ ਨਾ ਪਿਆ। ਗੁਰੂ ਅਮਰਦਾਸ ਜੀ ਨੂੰ ਸਦਾ ਗੁਰੂ ਰੂਪ ਵਿੱਚ ਵੇਖਦੇ ਰਹੇ। ਗੁਰੂ ਨਾਲ ਪਿਆਰ ਤੇ ਸ਼ਰਧਾ ਦਿਨੋਂ ਦਿਨ ਵੱਧਦੇ ਗਏ। ਜਦੋਂ ਗੋਂਦੇ ਤੇ ਉਸਦੇ ਸਾਥੀਆਂ ਨੇ ਸਤਿਗੁਰੂ ਜੀ ਦੇ ਵਿਰੁੱਧ ਅਕਬਰ ਪਾਸ ਸ਼ਿਕਾਇਤ ਕੀਤੀ ਅਤੇ ਅਕਬਰ ਨੇ ਸਤਿਗੁਰੂ ਜੀ ਨੂੰ ਸੱਦ ਭੇਜਿਆ ਤਾਂ ਸਤਿਗੁਰੂ ਜੀ ਨੇ ਬਾਬਾ ਜੇਠਾ ਜੀ ਨੂੰ ਗੁਰੂ ਘਰ ਦੀ ਵਕਾਲਤ ਲਈ ਭੇਜਿਆ। ਉਸ ਵੇਲੇ ਇਹਨਾਂ ਦੀ ਉਮਰ ਸਿਰਫ 23 ਸਾਲਾਂ ਦੀ ਸੀ। ਜਾਤ ਅਭਿਮਾਨੀਆਂ ਦਾ ਵਿਰੋਧੀ ਧੜਾ ਸ਼ਾਹੀ ਦਰਬਾਰ ਵਿੱਚ ਵੀ ਰਸੂਖ ਰੱਖਦਾ ਸੀ। 23 ਸਾਲਾਂ ਦੇ ਗੱਭਰੂ ਲਈ ਉੱਥੇ ਆਪਣਾ ਪੱਖ ਉਜਾਗਰ ਕਰਨਾ ਕੋਈ ਸੌਖੀ ਖੇਡ ਨਹੀਂ ਸੀ। ਪਰ ਭਾਈ ਜੇਠਾ ਜੀ ਦੀ ਗੰਭੀਰਤਾ, ਧੀਰਜ, ਮਿਠਾਸ, ਨਿਮਰਤਾ ਤੇ ਉੱਚੀ ਅਕਲ ਨੇ ਅਕਬਰ ਨੂੰ ਮੋਹ ਲਿਆ। ਇਤਨੀ ਭਾਰੀ ਵਿਰੋਧਤਾ ਦੇ ਸਾਹਮਣੇ ਸ਼ਾਹੀ ਦਰਬਾਰ ਵਿੱਚ ਜਾ ਕੇ ਰਤਾ ਵੀ ਨਾ ਡੋਲਣਾ ਇੱਕ ਸੂਰਮੇ ਮਰਦ ਦਾ ਕੰਮ ਸੀ। ਉਹਨਾਂ ਦੀ ਇਹ ਅਡੋਲਤਾ ਇਸ ਗੱਲ ਦਾ ਪੱਕਾ ਸਬੂਤ ਸੀ ਕਿ ਭਾਈ ਜੇਠਾ ਜੀ ਨੂੰ ਆਪਣੇ ਗੁਰੂ ਪਾਤਸ਼ਾਹ ਦੀ ਉੱਚਤਾ ਅਤੇ ਸਚਾਈ ਵਿੱਚ 16 ਆਨੇ ਇਤਬਾਰ ਸੀ। ਫਿਰ ਵੀ ਸਿੱਖ ਇਤਿਹਾਸ ਲਿਖਦਾ ਹੈ ਕਿ ਗੁਰੂ ਅਮਰਦਾਸ ਜੀ ਨੇ ਹੋਰ ਪਰਖ ਕਰਨ ਦੀ ਲੋੜ ਸਮਝੀ, ਕਿਉਂਕਿ ਉਹਨਾਂ ਦਾ ਦੂਜਾ ਜਵਾਈ ਭਾਈ ਰਾਮਾ ਵੀ ਸਤਿਗੁਰੂ ਜੀ ਦਾ ਹਰ ਤਰ੍ਹਾਂ ਆਗਿਆਕਾਰ ਰਹਿੰਦਾ ਸੀ। ਜਿਉਂ-ਜਿਉਂ ਗੁਰੂ ਅਮਰਦਾਸ ਜੀ ਦੀ ਉਮਰ ਵਡੇਰੀ ਹੁੰਦੀ ਗਈ, ਸਿੱਖ ਸੰਗਤਾਂ ਦੀ ਨਿਗਾਹ ਇਹਨਾਂ ਦੋਵਾਂ ਉੱਤੇ ਹੀ ਪੈਣ ਲੱਗ ਪਈ ਸੀ। ਇੱਕ ਦਿਨ ਸਤਿਗੁਰੂ ਜੀ ਨੇ ਭਾਈ ਰਾਮਾ ਜੀ ਅਤੇ ਭਾਈ ਜੇਠਾ ਜੀ ਦੋਹਾਂ ਨੂੰ ਸੱਦਿਆ ਅਤੇ ਹੁਕਮ ਦਿੱਤਾ ਕਿ ਸੰਗਤਾਂ ਦੇ ਸ਼ਾਮ ਦੇ ਦੀਵਾਨ ਵਾਸਤੇ ਬੌਲੀ ਦੇ ਪਾਸ ਥੜੇ ਬਣਾਓ। ਜਿਹੋ ਜਿਹੇ ਥੜੇ ਚਾਹੀਦੇ ਸਨ, ਲੋੜ ਅਨੁਸਾਰ ਹਦਾਇਤ ਵੀ ਕਰ ਦਿੱਤੀ। ਸਵੇਰ ਤੋਂ ਲੈ ਕੇ ਸ਼ਾਮ ਤੱਕ ਦੋਵੇਂ ਬੜੀ ਮਿਹਨਤ ਨਾਲ ਆਪੋ ਆਪਣਾ ਥੜਾ ਬਣਾਉਂਦੇ ਰਹੇ, ਪਰ ਸਤਿਗੁਰੂ ਜੀ ਨੇ ਦੋਵੇਂ ਹੀ ਰੱਦ ਕਰ ਦਿੱਤੇ। ਅਗਲੇ ਦਿਨ ਉਹਨਾਂ ਫਿਰ ਥੜੇ ਬਣਾਉਣੇ ਸ਼ੁਰੂ ਕੀਤੇ, ਪਰ ਸ਼ਾਮ ਵੇਲੇ ਮੁੜ ਢਹਾਏ ਗਏ। ਤੀਜੇ ਦਿਨ ਵੀ ਜਦੋਂ ਇਹ ਹਾਲ ਹੋਇਆ ਤਾਂ ਭਾਈ ਰਾਮਾ ਜੀ ਹੰਬ ਗਏ ਤੇ ਡੋਲ ਗਏ। ਸਤਿਗੁਰੂ ਜੀ ਨੂੰ ਕਹਿਣ ਲੱਗੇ ਕਿ ਮੈਂ ਤੁਹਾਡੀ ਹਦਾਇਤ ਅਨੁਸਾਰ ਥੜਾ ਠੀਕ ਬਣਾ ਰਿਹਾ ਹਾਂ, ਤੁਹਾਨੂੰ ਆਪ ਨੂੰ ਚੇਤਾ ਵਿਸਰ ਜਾਂਦਾ ਹੈ। ਹੁਣ ਇਕੱਲੇ ਭਾਈ ਜੇਠਾ ਜੀ ਥੜਾ ਤਿਆਰ ਕਰਨ ਦੇ ਕੰਮ ਤੇ ਲੱਗੇ। ਸਾਰਾ ਦਿਨ ਬਣਾਉਂਦੇ ਰਹਿਣ ਤੇ ਸ਼ਾਮ ਵੇਲੇ ਸਤਿਗੁਰੂ ਜੀ ਨਾ ਪਸੰਦ ਕਰ ਦੇਣ। 7ਵੇਂ ਦਿਨ ਜਦੋਂ ਇਹੀ ਹਾਲ ਹੋਇਆ ਤਾਂ ਭਾਈ ਜੇਠਾ ਜੀ ਗੁਰੂ ਅਮਰਦਾਸ ਜੀ ਦੇ ਚਰਨਾਂ ਉੱਤੇ ਢਹਿ ਪਏ, ਆਖਣ ਲੱਗੇ, ਪਾਤਸ਼ਾਹ, ਮੈਂ ਮੂਰਖ ਅਣਜਾਣ ਹਾਂ। ਇਹ ਨਿੱਕਾ ਜਿਹਾ ਕੰਮ ਵੀ ਮੈਂ ਤੁਹਾਡੀ ਮਨਮਰਜ਼ੀ ਦਾ ਨਹੀਂ ਬਣਾ ਸਕਿਆ। ਤੁਹਾਨੂੰ ਹਰ ਰੋਜ਼ ਇਤਨੀ ਖੇਚਲ ਹੋ ਰਹੀ ਹੈ। ਮਿਹਰ ਕਰੋ, ਮੈਨੂੰ ਅਕਲ ਵੀ ਬਖਸ਼ੋ ਤਾਂ ਕਿ ਮੈਂ ਤੁਹਾਡੇ ਕੰਮ ਨੂੰ ਸਮਝ ਕੇ ਸਹੀ ਤਰੀਕੇ ਨਾਲ ਪਾਲਣਾ ਕਰ ਸਕਾਂ। ਸਤਿਗੁਰੂ ਜੀ ਤਾਂ ਭਾਈ ਜੇਠਾ ਜੀ ਦੀ ਉਸ ਜ਼ਿੰਮੇਵਾਰੀ ਲਈ ਯੋਗਤਾ ਪਰਖ ਰਹੇ ਸਨ ਜਿਹੜੀ ਸਪੁਰਦ ਕੀਤੀ ਜਾਣ ਵਾਲੀ ਸੀ। ਉਹਨਾਂ ਦੀ ਇਹ ਮਿਠਾਸ ਤੇ ਸਹਿਣਸ਼ੀਲਤਾ ਵੇਖ ਕੇ ਗੁਰੂ ਅਮਰਦਾਸ ਜੀ ਦੀ ਤਸੱਲੀ ਹੋ ਗਈ। ਸਾਰੀ ਸੰਗਤ ਦੇ ਸਾਹਮਣੇ ਸਤਿਗੁਰੂ ਜੀ ਨੇ ਭਾਈ ਜੇਠਾ ਜੀ ਅੱਗੇ ਮੱਥਾ ਟੇਕਿਆ, ਉਹਨਾਂ ਨੂੰ ਗੁਰੂ ਥਾਪਿਆ
ਅਤੇ ਸੰਗਤ ਨੂੰ ਵੀ ਆਗਿਆ ਕੀਤੀ ਕਿ ਸਭ ਗੁਰੂ ਰਾਮਦਾਸ ਜੀ ਅੱਗੇ ਸਿਰ ਨਿਵਾਉਣ। ਗੁਰੂ ਅਮਰਦਾਸ ਜੀ ਦੇ ਦੋਵੇਂ ਸਾਹਿਬਜ਼ਾਦੇ ਵੀ ਉੱਥੇ ਹਾਜ਼ਰ ਸਨ। ਛੋਟੇ ਪੁੱਤਰ ਬਾਬਾ ਮੋਹਰੀ ਜੀ ਨੇ ਹੁਕਮ ਮੰਨ ਕੇ ਗੁਰੂ ਰਾਮਦਾਸ ਜੀ ਨੂੰ ਮੱਥਾ ਟੇਕ ਦਿੱਤਾ। ਗੁਰੂ ਅਮਰਦਾਸ ਜੀ ਨੇ ਗੁਰਬਾਣੀ ਦਾ ਉਹ ਸਾਰਾ ਸੰਗ੍ਰਹਿ, ਜਿਸ ਵਿੱਚ ਗੁਰੂ ਨਾਨਕ ਦੇਵ ਜੀ ਅਤੇ ਗੁਰੂ ਅੰਗਦ ਸਾਹਿਬ ਦੀ ਸਾਰੀ ਬਾਣੀ ਅਤੇ ਭਗਤਾਂ ਦੀ ਸਾਰੀ ਬਾਣੀ ਸੀ, ਜੋ ਉਹਨਾਂ ਨੇ ਗੁਰੂ ਅੰਗਦ ਸਾਹਿਬ ਜੀ ਤੋਂ ਮਿਲਿਆ ਸੀ, ਗੁਰੂ ਰਾਮਦਾਸ ਜੀ ਦੇ ਹਵਾਲੇ ਕਰ ਦਿੱਤਾ। ਆਪਣੀ ਸਾਰੀ ਬਾਣੀ ਵੀ ਜੋ ਉਹ ਆਪ ਲਿਖਦੇ ਰਹੇ ਸਨ, ਗੁਰੂ ਰਾਮਦਾਸ ਜੀ ਨੂੰ ਦੇ ਦਿੱਤੀ। ਜੋਤੀ ਜੋਤ ਸਮਾਉਣਾ। ਜਦੋਂ ਕਿਸੇ ਹਿੰਦੂ ਘਰ ਵਿੱਚ ਕੋਈ ਪ੍ਰਾਣੀ ਮਰਨ ਲੱਗਦਾ ਹੈ ਤਾਂ ਉਸ ਦੇ ਪੁੱਤਰ, ਇਸਤਰੀ ਆਦਿਕ ਵਾਰਸ ਸ਼ਾਸਤਰਾਂ ਦੀ ਮਰਜ਼ਾਦਾ ਅਨੁਸਾਰ ਉਸ ਨੂੰ ਮੰਜੇ ਤੋਂ ਹੇਠਾਂ ਲਾਹ ਲੈਂਦੇ ਹਨ। ਉਸ ਦੇ ਹੱਥ ਦੀ ਤਲੀ ਉੱਤੇ ਆਟੇ ਦਾ ਦੀਵਾ ਜਗਾ ਕੇ ਰੱਖ ਦਿੰਦੇ ਹਨ ਤੇ ਦੀਵੇ 'ਚ ਬ੍ਰਾਹਮਣ ਦੀ ਭੇਟਾ ਲਈ ਸਮਰੱਥਾ ਅਨੁਸਾਰ 98 ਰੁਪਇਆ ਆਦਿ ਚਾਂਦੀ ਸੋਨੇ ਦਾ ਸਿੱਕਾ ਪਾ ਦਿੰਦੇ ਹਨ। ਇਸ ਮਰਜ਼ਾਦਾ ਦਾ ਭਾਵ ਉਹ ਸਮਝਦੇ ਹਨ ਕਿ ਮਰਨ ਵਾਲੇ ਬੰਦੇ ਦੀ ਆਤਮਾ ਨੇ ਅਗਾਂਹ ਬੜੇ ਹਨੇਰੇ ਪੈਂਡਿਆਂ ਵਿੱਚੋਂ ਦੀ ਲੰਘਣਾ ਹੈ, ਜਿੱਥੇ ਰਾਹ ਖਹਿੜਾ ਵੇਖਣ ਲਈ ਉਸ ਨੂੰ ਚਾਨਣ ਦੀ ਲੋੜ ਪੈਂਦੀ ਹੈ। ਮਰਨ ਵੇਲੇ ਉਸ ਦੀ ਤਲੀ ਉੱਤੇ ਰੱਖਿਆ ਹੋਇਆ ਦੀਵਾ ਉਸ ਨੂੰ ਪਰਲੋਕ ਦੇ ਪੈਂਡਿਆਂ ਵਿੱਚ ਚਾਨਣ ਦਿੰਦਾ ਹੈ। ਜਦੋਂ ਆਦਮੀ ਮਰ ਜਾਂਦਾ ਹੈ ਤਾਂ ਉਸ ਦੇ ਸਰੀਰ ਦਾ ਸੰਸਕਾਰ ਕਰਨ ਤੋਂ ਪਹਿਲਾਂ ਜਵਾਂ ਦੇ ਆਟੇ ਦੇ ਪੇੜੇ ਪੱਤਲਾਂ ਉੱਤੇ ਰੱਖ ਕੇ ਮਣਸੇ ਜਾਂਦੇ ਹਨ। ਬ੍ਰਾਹਮਣ ਵੇਦ ਆਦਿਕਾਂ ਦੇ ਮੰਤਰ ਪੜ੍ਹਦਾ ਹੈ। ਸੂਰਜ ਵੱਲ ਮੂੰਹ ਕਰਕੇ ਪਾਣੀ ਦੀਆਂ ਚੁਲੀਆਂ ਵੀ ਭੇਟਾ ਕੀਤੀਆਂ ਜਾਂਦੀਆਂ ਹਨ। ਇਹ ਉਸ ਵਿਛੜੀ ਰੂਹ ਲਈ ਖੁਰਾਕ ਭੇਜੀ ਜਾਂਦੀ ਹੈ। ਘਰੋਂ ਤੁਰ ਕੇ ਮਸਾਣਾ ਤੋਂ ਉਰੇ ਅੱਧ ਵਾਟੇ ਮਿਰਤਕ ਦਾ ਫੱਟਾ ਭੁੰਜੇ ਰੱਖ ਦਿੱਤਾ ਜਾਂਦਾ ਹੈ। ਘਰੋਂ ਤੁਰਨ ਲੱਗਿਆਂ ਮਿੱਟੀ ਦਾ ਇੱਕ ਕੋਰਾ ਭਾਂਡਾ ਲੈ ਕੇ ਤੁਰਦੇ ਹਨ। ਉਸ ਅੱਧ ਮਾਰਗ ਤੇ ਉਹ ਭਾਂਡਾ ਭੰਨ ਦਿੰਦੇ ਹਨ ਅਤੇ ਮਰੇ ਪ੍ਰਾਣੀ ਦਾ ਪੁੱਤਰ ਆਦਿਕ ਬਹੁਤ ਉੱਚੀ ਡਰਾਵਣੀ ਸੁਰ ਵਿੱਚ ਧਾ ਮਾਰਦਾ ਹੈ। ਇਸ ਰਸਮ ਦੇ ਹੇਠ ਖਿਆਲ ਇਹ ਹੈ ਕਿ ਮਿਰਤਕ ਦੀ ਆਤਮਾ ਸਰੀਰਕ ਮੋਹ ਕਰਕੇ ਅਜੇ ਉਸ ਮੁਰਦੇ ਦੇ ਦੁਆਲੇ ਹੀ ਭੌਂਦੀ ਫਿਰਦੀ ਹੈ। ਇਸ ਭਿਆਨਕ ਢਾਹ ਨਾਲ ਉਸ ਨੂੰ ਡਰਾਉਂਦੇ ਹਨ ਕਿ ਚਲੀ ਜਾਏ। ਸੰਸਕਾਰ ਤੋਂ ਪਿੱਛੋਂ ਬਚ ਰਹੀਆਂ ਹੱਡੀਆਂ ਅਸਥੀਆਂ ਹਰਿਦੁਆਰ ਗੰਗਾ ਨਦੀ ਵਿੱਚ ਪਾਈਆਂ ਜਾਂਦੀਆਂ ਹਨ। ਹਿੰਦੂ ਖਿਆਲ ਅਨੁਸਾਰ ਜਿਸ ਦੀਆਂ ਅਸਥੀਆਂ ਗੰਗਾ ਵਿੱਚ ਨਾ ਪੈਣ, ਉਸ ਦੀ ਗਤੀ ਨਹੀਂ ਹੁੰਦੀ। ਮਰਨ ਪਿੱਛੋਂ 13 ਦਿਨਾਂ ਤੱਕ ਹਰੇਕ ਪ੍ਰਾਣੀ ਦੀ ਆਤਮਾ ਪ੍ਰੇਤ ਬਣੀ ਰਹਿੰਦੀ ਹੈ ਅਤੇ ਆਪਣੇ ਛੱਡੇ ਘਰਾਂ ਦੇ ਦੁਆਲੇ ਹੀ ਭੌਂਦੀ ਫਿਰਦੀ ਹੈ। ਜਿਨ੍ਹਾਂ ਦਾ ਕੋਈ ਮਰਦਾ ਹੈ, ਉਹਨਾਂ ਦੇ ਘਰ ਸ਼ਰੀਕੇ ਬਰਾਦਰੀ ਦੇ ਘਰਾਂ ਵਿੱਚੋਂ ਜਨਾਨੀਆਂ ਮਰਦ ਰਾਤ ਨੂੰ ਆ ਕੇ ਸੌਂਦੇ ਹਨ। ਸਵੇਰੇ ਪਹਿਰ ਰਾਤ ਰਹਿੰਦੀ ਹੀ ਮਰੇ ਪ੍ਰਾਣੀ ਦਾ ਪੁੱਤਰ ਆਦਿਕ ਉੱਠ ਕੇ ਢਾਹ ਮਾਰਦਾ ਹੈ। 13 ਦਿਨ ਹਰ ਸਵੇਰੇ ਇਹੀ ਕੁਝ ਹੁੰਦਾ ਹੈ। ਇਹ ਵੀ ਮਿਰਤਕ ਦੀ ਆਤਮਾ ਨੂੰ ਡਰਾਉਣ ਵਾਸਤੇ ਕੀਤਾ ਜਾਂਦਾ ਹੈ। ਜਿਉਂ-ਜਿਉਂ ਲੋਕ ਵਿਦਿਆ ਦੇ ਚਾਨਣ ਵਿੱਚ ਸਿਆਣੇ ਬਣਦੇ ਜਾ ਰਹੇ ਹਨ, ਇਹ ਧਾਹਾਂ ਮਾਰਨ ਵਾਲੀ ਰਸਮ ਹਟਾਈ ਜਾ ਰਹੀ ਹੈ। 13ਵੇਂ ਦਿਨ ਮਿਰਤਕ ਦੀ ਕਿਰਿਆ ਕੀਤੀ ਜਾਂਦੀ ਹੈ। ਆਚਾਰਜ ਆ ਕੇ ਇਹ ਰਸਮ ਕਰਾਂਦਾ ਹੈ। ਇਹ ਮਰਜ਼ਾਦਾ ਵਿਛੜੀ ਆਤਮਾ ਨੂੰ ਪ੍ਰੇਤ ਜੂਨ ਵਿੱਚੋਂ ਕੱਢ ਕੇ ਪਿੱਤਰ ਲੋਕ ਤੱਕ ਅਪਣਾਉਣ ਵਾਸਤੇ ਕੀਤੀ ਜਾਂਦੀ ਹੈ। ਸ਼ਾਸਤਰਾਂ ਅਨੁਸਾਰ ਖਿਆਲ ਇਹ ਬਣਿਆ ਹੋਇਆ ਹੈ ਕਿ ਪਿੱਤਰ ਲੋਕ ਅਪਣ ਲਈ 360 ਦਿਨ ਲੱਗਦੇ ਹਨ। ਪੈਂਡਾ ਹੈ ਅਣਡਿੱਠਾ ਤੇ ਹਨੇਰਾ। ਇਸ ਵਾਸਤੇ ਕਿਰਿਆ ਕਰਨ ਵੇਲੇ 360 ਦੀਵੇ ਬੱਟੀਆਂ ਤੇ ਲੋੜੀਂਦਾ ਤੇਲ ਲਿਆ ਕੇ ਰੱਖ ਦਿੰਦੇ ਹਨ। ਜਦੋਂ ਵੇਦ ਮੰਤਰ ਆਦਿਕ ਪੜ੍ਹਨ ਦੀ ਸਾਰੀ ਰਸਮ ਹੋ ਚੁੱਕਦੀ ਹੈ ਤਾਂ ਉਹ ਵਟੀਆਂ ਇਕੱਠੀਆਂ ਹੀ ਤੇਲ ਵਿੱਚ ਭਿਉਂ ਕੇ ਬਾਲ ਦਿੱਤੀਆਂ ਜਾਂਦੀਆਂ ਹਨ ਅਤੇ ਇਸ ਤਰ੍ਹਾਂ ਮਰੇ ਪ੍ਰਾਣੀ ਨੂੰ ਪਿੱਤਰ ਲੋਕ ਦੇ ਲੰਮੇ ਪੈਂਡੇ ਵਿੱਚ 360 ਦਿਨ ਚਾਨਣ ਮਿਲਦਾ ਰਹਿੰਦਾ ਹੈ। ਇਨ੍ਹਾਂ ਇਕੱਠੇ ਬਾਲੇ ਦੀਵਿਆਂ ਤੋਂ ਇਲਾਵਾ ਵੀ ਸ਼ਨਿਚਰ ਦੇਵਤੇ ਦੇ ਮੰਦਰ ਵਿੱਚ ਸਾਲ ਭਰ ਹਰ ਰੋਜ਼ ਦੀਵਾ ਜਗਾਉਣ ਲਈ ਤੇਲ ਭੇਜਿਆ ਜਾਂਦਾ ਹੈ। ਕਿਰਿਆ ਵਾਲੇ ਦਿਨ ਵੀ ਵਿਛੜੀ ਰੂਹ ਦੀ ਖੁਰਾਕ ਵਾਸਤੇ ਪਿੰਡ ਭਰਾਏ ਜਾਂਦੇ ਹਨ। ਕਿਰਿਆ ਵਾਲੇ ਦਿਨ ਤੋਂ ਲੈ ਕੇ 1 ਸਾਲ ਹਰ ਰੋਜ਼ ਬ੍ਰਾਹਮਣ ਨੂੰ ਭੋਜਨ ਖਵਾਇਆ ਜਾਂਦਾ ਹੈ। ਵਰੇ ਪਿੱਛੋਂ ਮਰਨ ਦੀ ਥਿੱਤ ਉੱਤੇ ਹੀ ਵਰੀਣਾ ਕੀਤਾ ਜਾਂਦਾ ਹੈ। ਖੁਰਾਕ ਦੇ ਇਲਾਵਾ ਵਿਛੜੇ ਪ੍ਰਾਣੀ ਵਾਸਤੇ ਭਾਂਡੇ, ਬਸਤਰ ਆਦਿਕ ਵੀ ਭੇਜੇ ਜਾਂਦੇ ਹਨ। ਸਾਰਾ ਸਮਾਨ ਆਚਾਰਜ ਨੂੰ ਦਾਨ ਕੀਤਾ ਜਾਂਦਾ ਹੈ। ਇਸ ਤੋਂ ਪਿੱਛੋਂ ਹਰ ਸਾਲ ਸਰਾਧਾਂ ਦੇ ਦਿਨਾਂ ਵਿੱਚ ਉਸੇ ਥਿੱਤ ਉੱਤੇ ਬ੍ਰਾਹਮਣਾਂ ਨੂੰ ਭੋਜਨ ਦਿੱਤਾ ਜਾਂਦਾ ਹੈ। ਇਹ ਵੀ ਵਿਛੜੇ ਸੰਬੰਧੀ ਨੂੰ ਅਪਣਾਉਣ ਲਈ ਹੈ। ਜੇ ਕੋਈ ਪ੍ਰਾਣੀ ਬਹੁਤ ਵੱਡੀ ਉਮਰ ਦਾ ਹੋ ਕੇ ਮਰੇ, ਪੋਤਰਿਆਂ ਪੜਪੋਤਰਿਆਂ ਵਾਲਾ ਹੋ ਜਾਵੇ ਤਾਂ ਉਸ ਨੂੰ ਵੱਡਾ ਕਰਦੇ ਹਨ। ਜਿਸ ਫੱਟੇ ਉੱਤੇ ਮੁਰਦਾ ਚੁੱਕ ਕੇ ਲੈ ਜਾਈਦਾ ਹੈ, ਉਸ ਫੱਟੇ ਨੂੰ ਸੋਹਣੇ ਕੱਪੜਿਆਂ
ਤੇ ਫੁੱਲਾਂ ਨਾਲ ਸਜਾਉਂਦੇ ਹਨ। ਮੁਰਦਾ ਲੈ ਜਾਣ ਵੇਲੇ ਉਸ ਦੇ ਉੱਤੋਂ ਦੀ ਉਸ ਦੇ ਪੋਤਰੇ ਪੜੋਤਰੇ ਆਦਿਕ ਛੁਹਾਰੇ ਮਖਾਣੇ ਪੈਸੇ ਆਦਿਕ ਸੁੱਟਦੇ ਹਨ। ਇਸ ਰਸਮ ਨੂੰ ਬਬਾਣ ਕੱਢਣਾ ਆਖੀਦਾ ਹੈ। ਗੁਰੂ ਅਮਰਦਾਸ ਜੀ ਗੋਇੰਦਵਾਲ ਵਿੱਚ ਪਹਿਲੀ ਅੱਸੂ ਸੰਮਤ 1631 ਨੂੰ ਜੋਤੀ ਜੋਤ ਸਮਾਏ। ਚੰਦਰਮਾ ਦੇ ਹਿਸਾਬ ਉਸ ਦਿਨ ਭਾਦਰੋਂ ਸੁਦੀ 15 ਸੀ। ਅੰਗਰੇਜ਼ੀ ਸਨ 1574 ਸੀ ਅਤੇ ਸਤੰਬਰ ਦੀ 1 ਤਾਰੀਖ ਸੀ। ਆਪਣਾ ਸਰੀਰਕ ਅੰਤ ਨੇੜੇ ਜਾਣ ਕੇ ਸਤਿਗੁਰੂ ਜੀ ਨੇ ਆਪਣੇ ਸਾਰੇ ਪਰਿਵਾਰ ਨੂੰ ਆਪਣੇ ਪਾਸ ਸੱਦਿਆ। ਸਭ ਨੂੰ ਸਮਝਾ ਦਿੱਤਾ ਕਿ ਕਿਰਿਆ ਕਰਨੀ ਗੁਰੂ ਦੀ ਨਰਾਦਰੀ ਹੈ। ਗੁਰੂ ਪ੍ਰੇਤ ਨਹੀਂ ਬਣਦਾ। ਸਾਡੇ ਪਿੱਛੋਂ ਕਿਸੇ ਨੇ ਰੋਣਾ ਨਹੀਂ ਹੋਵੇਗਾ। ਸਾਨੂੰ ਕਿਸੇ ਦੀਵੇ ਬੱਤੀ ਦੀ ਲੋੜ ਨਹੀਂ ਹੈ। ਸਤਿਗੁਰ ਦੀ ਬਾਣੀ ਅਤੇ ਪਰਮਾਤਮਾ ਦਾ ਨਾਮ ਹੀ ਆਤਮਾ ਵਾਸਤੇ ਸਦਾ ਕਾਇਮ ਰਹਿਣ ਵਾਲਾ ਚਾਨਣ ਹੈ। ਆਤਮਾ ਨੂੰ ਪਿੰਡ ਆਦਿਕ ਕਿਸੇ ਖੁਰਾਕ ਦੀ ਵੀ ਲੋੜ ਨਹੀਂ। ਆਤਮਾ ਦੀ ਖੁਰਾਕ ਪਰਮਾਤਮਾ ਦਾ ਨਾਮ ਹੀ ਹੈ। ਸਾਡੇ ਸਰੀਰ ਦੀਆਂ ਬਚੀਆਂ ਅਸਥੀਆਂ ਫੁੱਲ ਵੀ ਹਰਿਦੁਆਰ ਨਹੀਂ ਲੈ ਜਾਣੇ। ਨਾ ਹੀ ਕਿਸੇ ਨੇ ਸਾਨੂੰ ਵੱਡਾ ਕਰਨਾ ਤੇ ਸਾਡਾ ਬਬਾਣ ਕੱਢਣਾ। ਪਰਮਾਤਮਾ ਦੇ ਨਾਮ ਵਿੱਚ ਜੁੜੇ ਰਹਿਣਾ ਹੀ ਗੁਰੂ ਦੀਆਂ ਨਜ਼ਰਾਂ ਵਿੱਚ ਇਹਨਾਂ ਸਾਰੀਆਂ ਰਸਮਾਂ ਦੀ ਮੂਲ ਸ੍ਰੇਸ਼ਟ ਰਸਮ ਹੈ। ਬਸ ਸੰਗਤ ਇਕੱਠੀ ਕਰਨੀ, ਕੀਰਤਨ ਕਰਨਾ ਅਤੇ ਨਾਮ ਸਿਮਰਨਾ। ਅਸੀਂ ਉਸੇ ਨੂੰ ਹੀ ਮਿੱਤਰ ਸਮਝਾਂਗੇ ਜੋ ਸਿਰਫ ਸਾਡੇ ਇਸ ਦੱਸੇ ਰਸਤੇ ਉੱਤੇ ਤੁਰੇਗਾ। ਫੁੱਟਨੋਟ: ਗੁਰੂ ਅਮਰਦਾਸ ਜੀ ਦੀ ਇਹ ਅੰਤਮ ਸਿੱਖਿਆ ਉਹਨਾਂ ਦੇ ਪੜਪੋਤੜੇ ਬਾਬਾ ਸੁੰਦਰ ਜੀ ਨੇ 6 ਪੌੜੀਆਂ ਦੀ ਇੱਕ ਨਿੱਕੀ ਜੀ ਬਾਣੀ ਦੇ ਰੂਪ ਵਿੱਚ ਲਿਖੀ, ਜਿਸ ਨੂੰ ਗੁਰੂ ਅਰਜਨ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਦੇ ਰਾਮਕਲੀ ਰਾਗ ਵਿੱਚ ਸੱਦ ਸਰਲੇਖ ਹੇਠ ਦਰਜ ਕਰ ਦਿੱਤਾ। ਜੋ ਸੱਜਣ ਉਸ ਸੱਦ ਨੂੰ ਵਧੇਕ ਵਿਸਥਾਰ ਨਾਲ ਸਮਝਣਾ ਚਾਹੁਣ, ਉਹ ਮੇਰੀ ਪੁਸਤਕ ਸੱਦ ਸਟੀਕ ਵਿੱਚੋਂ ਫੁੱਲ ਹਰਸਰ ਭਾਵੇ ਪੜ੍ਹਨ। ਗੁਰੂ ਅਮਰਦਾਸ ਜੀ ਦੀ ਬਾਣੀ। ਗੁਰੂ ਗ੍ਰੰਥ ਸਾਹਿਬ ਵਿੱਚ ਕੁੱਲ 31 ਰਾਗਾਂ ਵਿੱਚ ਬਾਣੀ ਦਰਜ ਹੈ। ਇਹਨਾਂ ਵਿੱਚੋਂ ਹੇਠ ਲਿਖੇ 17 ਰਾਗਾਂ ਵਿੱਚ ਗੁਰੂ ਅਮਰਦਾਸ ਜੀ ਨੇ ਬਾਣੀ ਲਿਖੀ। ਸ੍ਰੀ ਰਾਗ ਮਾਝ, ਗੌੜੀ, ਆਸਾ, ਗੁਜਰੀ, ਵਡਹੰਸ, ਸੋਰਠ, ਧਨਾਸਰੀ, ਸੂਹੀ, ਬਿਲਾਵਲ, ਰਾਮਕਲੀ, ਮਾਰੂ, ਭੈਰੋ, ਬਸੰਤ, ਸਾਰੰਗ, ਮਲਾਰ, ਪ੍ਰਭਾਤੀ। ਇਹ ਰਾਗ ਹੂ ਬਹੂ ਉਹੀ ਹਨ ਜੋ ਗੁਰੂ ਨਾਨਕ ਦੇਵ ਜੀ ਨੇ ਵੀ ਵਰਤੇ ਹਨ। ਫਰਕ ਸਿਰਫ ਇਹ ਹੈ ਕਿ ਸਤਿਗੁਰੂ ਨਾਨਕ ਸਾਹਿਬ ਨੇ ਇਹਨਾਂ 17 ਤੋਂ ਛੁੱਟ 2 ਹੋਰ ਰਾਗ ਵਰਤੇ ਹਨ, ਤਿਲੰਗ ਅਤੇ ਤੁਖਾਰੀ। ਸਧਾਰਨ ਤੌਰ ਤੇ ਹਰੇਕ ਰਾਗ ਵਿੱਚ ਪਹਿਲਾਂ ਸ਼ਬਦ ਹਨ, ਫਿਰ ਅਸ਼ਟਪਦੀਆਂ ਤੇ ਫਿਰ ਛੰਤ। ਇਹਨਾਂ ਤੋਂ ਇਲਾਵਾ ਵਾਰਾਂ ਹਨ ਅਤੇ ਸ਼ਲੋਕ ਵੀ ਹਨ। ਗੁਰੂ ਅਮਰਦਾਸ ਜੀ ਦੀ ਸਾਰੀ ਲਿਖੀ ਬਾਣੀ ਦਾ ਜੋੜ ਇਉਂ ਹੈ: ਕੁੱਲ ਸ਼ਬਦ 172, ਕੁੱਲ ਅਸ਼ਟਪਦੀਆਂ 91, ਕੁੱਲ ਛੰਤ 20। ਗੁਰੂ ਅਮਰਦਾਸ ਜੀ ਨੇ 4 ਵਾਰਾਂ ਲਿਖੀਆਂ ਜੋ ਹੇਠ ਲਿਖੇ ਰਾਗਾਂ ਵਿੱਚ ਦਰਜ ਹਨ: ਗੁਜਰੀ, ਸੂਹੀ, ਰਾਮਕਲੀ ਅਤੇ ਮਾਰੂ। ਇਹਨਾਂ 4 ਵਾਰਾਂ ਦੀਆਂ ਪੌੜੀਆਂ ਦੀ ਗਿਣਤੀ 85 ਹੈ। ਗੁਰੂ ਗ੍ਰੰਥ ਸਾਹਿਬ ਵਿੱਚ 21 ਵਾਰਾਂ ਹਨ। ਵਾਰ ਨੰਬਰ 22 ਸੱਤੇ ਬਲਵੰਡ ਰਬਾਬੀਆਂ ਦੀ ਹੈ, ਜੋ ਪਹਿਲੇ, ਤੀਜੇ, ਚੌਥੇ ਤੇ 5ਵੇਂ ਗੁਰੂ ਸਾਹਿਬਾਨ ਨੇ ਲਿਖੀਆਂ। ਵਾਰਾਂ ਦੀ ਹਰੇਕ ਪੌੜੀ ਦੇ ਨਾਲ ਗੁਰੂ ਅਰਜਨ ਸਾਹਿਬ ਨੇ ਘੱਟ ਤੋਂ ਘੱਟ 2-2 ਸ਼ਲੋਕ ਦਰਜ ਕਰ ਦਿੱਤੇ। ਹਰੇਕ ਗੁਰ ਵਿਅਕਤੀ ਨੇ ਸ਼ਲੋਕ ਵੀ ਕਾਫੀ ਗਿਣਤੀ ਵਿੱਚ ਲਿਖੇ ਸਨ। ਵਾਰਾਂ ਦੀਆਂ ਪੌੜੀਆਂ ਦੇ ਨਾਲ ਦਰਜ ਹੋਏ ਗੁਰੂ ਅਮਰਦਾਸ ਜੀ ਦੇ ਸ਼ਲੋਕਾਂ ਦੀ ਸਾਰੀ ਗਿਣਤੀ 343 ਹੈ। ਵਾਰਾਂ ਵਿੱਚ ਦਰਜ ਹੋਣੋਂ ਕੁਝ ਸ਼ਲੋਕ ਬਚ ਵੀ ਰਹੇ ਸਨ। ਉਹ ਸ਼ਲੋਕ ਗੁਰੂ ਗ੍ਰੰਥ ਸਾਹਿਬ ਦੇ ਅਖੀਰ ਵਿੱਚ ਦਰਜ ਹਨ। ਉਸ ਸੰਗ੍ਰਹਿ ਵਿੱਚ ਗੁਰੂ ਅਮਰਦਾਸ ਜੀ ਦੇ 67 ਸ਼ਲੋਕ ਹਨ। ਇਹਨਾਂ ਤੋਂ ਇਲਾਵਾ ਇਹਨਾਂ ਦਾ ਇੱਕ ਸ਼ਲੋਕ ਗੁਰੂ ਨਾਨਕ ਦੇਵ ਜੀ ਦੇ ਵਧੇ ਸ਼ਲੋਕਾਂ ਵਿੱਚ ਨੰਬਰ 27 ਉੱਤੇ ਦਰਜ ਹੈ। ਇਹਨਾਂ ਸਾਰੇ ਸ਼ਲੋਕਾਂ ਦਾ ਜੋੜ 411 ਬਣਿਆ। ਸ਼ਬਦ, ਅਸ਼ਟਪਦੀ, ਛੰਤ, ਵਾਰ, ਸ਼ਲੋਕ ਇਹਨਾਂ ਬਾਣੀਆਂ ਤੋਂ ਇਲਾਵਾ ਗੁਰੂ ਅਮਰਦਾਸ ਜੀ ਨੇ ਹੇਠ ਲਿਖੀਆਂ ਹੋਰ ਉਚੇਚੀਆਂ ਬਾਣੀਆਂ ਵੀ ਲਿਖੀਆਂ। ਰਾਗ ਆਸਾ ਵਿੱਚ ਪੱਟੀ 18 ਪੌੜੀਆਂ, ਵਡਹੰਸ ਰਾਗ ਵਿੱਚ ਅਲਾਣੀਆਂ 4 ਸ਼ਬਦ, ਬਿਲਾਵਲ ਵਿੱਚ ਵਾਰ 7, 10-10 ਬੰਦਾਂ ਦੇ 2 ਸ਼ਬਦ, ਰਾਮਕਲੀ ਵਿੱਚ ਆਨੰਦ 40 ਪੌੜੀਆਂ, ਮਾਰੂ ਵਿੱਚ ਸੋਲੇ 24 ਸ਼ਬਦ। ਰਾਗਾਂ ਅਨੁਸਾਰ ਸ਼ਬਦਾਂ, ਅਸ਼ਟਪਦੀਆਂ ਅਤੇ ਛੰਤਾਂ ਦਾ ਵੇਰਵਾ ਇਉਂ ਹੈ: ਸ੍ਰੀ ਰਾਗ ਸ਼ਬਦ 31, ਅਸ਼ਟਪਦੀਆਂ 8 ਤੇ ਛੰਤ ਕੋਈ ਨਹੀਂ। ਰਾਗ ਮਾਝ ਵਿੱਚ ਸ਼ਬਦ ਕੋਈ ਨਹੀਂ, ਅਸ਼ਟਪਦੀਆਂ 32 ਅਤੇ ਛੰਤ ਵੀ ਕੋਈ ਨਹੀਂ।
ਰਾਗ ਗੌੜੀ ਵਿੱਚ 18 ਸ਼ਬਦ, 9 ਅਸ਼ਟਪਦੀਆਂ ਅਤੇ 5 ਛੰਤ ਹਨ। ਆਸਾ ਰਾਗ ਵਿੱਚ 13 ਸ਼ਬਦ, 15 ਅਸ਼ਟਪਦੀਆਂ ਤੇ 2 ਛੰਤ ਹਨ। ਗੁਜਰੀ ਵਿੱਚ 7 ਸ਼ਬਦ, 1 ਅਸ਼ਟਪਦੀ ਅਤੇ ਛੰਤ ਕੋਈ ਦਰਜ ਨਹੀਂ। ਵਡਹੰਸ ਵਿੱਚ 9 ਸ਼ਬਦ, 2 ਅਸ਼ਟਪਦੀਆਂ ਅਤੇ 6 ਛੰਤ ਹਨ। ਰਾਗ ਸੋਠ ਵਿੱਚ 12 ਸ਼ਬਦ, ਅਸ਼ਟਪਦੀਆਂ 3, ਛੰਤ ਕੋਈ ਨਹੀਂ। ਧਨਾਸਰੀ ਵਿੱਚ 9 ਸ਼ਬਦ, ਅਸ਼ਟਪਦੀ ਅਤੇ ਛੰਤ ਕੋਈ ਨਹੀਂ। ਸੂਹੀ ਰਾਗ ਵਿੱਚ ਸ਼ਬਦ ਕੋਈ ਨਹੀਂ, 4 ਅਸ਼ਟਪਦੀਆਂ ਤੇ 7 ਛੰਤ ਹਨ। ਬਿਲਾਵਲ ਵਿੱਚ 6 ਸ਼ਬਦ, 1 ਅਸ਼ਟਪਦੀ ਹੈ। ਆਰਾਮਕਲੀ ਰਾਗ ਵਿੱਚ 1 ਸ਼ਬਦ ਤੇ 5 ਅਸ਼ਟਪਦੀਆਂ। ਮਾਰੂ ਵਿੱਚ 5 ਸ਼ਬਦ, 1 ਅਸ਼ਟਪਦੀ। ਭੈਰੋ ਵਿੱਚ 21 ਸ਼ਬਦ, 2 ਅਸ਼ਟਪਦੀਆਂ। ਬਸੰਤ ਰਾਗ ਵਿੱਚ 20 ਸ਼ਬਦ ਅਤੇ ਛੰਤ ਅਸ਼ਟਪਦੀ ਕੋਈ ਨਹੀਂ। ਸਾਰੰਗ ਵਿੱਚ ਕੋਈ ਸ਼ਬਦ ਨਹੀਂ, ਕੇਵਲ 3 ਅਸ਼ਟਪਦੀਆਂ। ਰਾਗ ਮਲਾਰ 13 ਸ਼ਬਦ ਤੇ 3 ਅਸ਼ਟਪਦੀਆਂ। ਰਾਗ ਪ੍ਰਭਾਤੀ ਵਿੱਚ 7 ਸ਼ਬਦ ਤੇ 2 ਅਸ਼ਟਪਦੀਆਂ। ਸ਼ਬਦਾਂ ਦਾ ਕੁੱਲ ਜੋੜ 172, ਅਸ਼ਟਪਦੀਆਂ ਦਾ ਕੁੱਲ ਜੋੜ 91 ਅਤੇ ਛੰਤ ਕੁੱਲ 20। ਨੋਟ: ਬਸੰਤ ਰਾਗ ਵਿੱਚ ਗੁਰੂ ਅਮਰਦਾਸ ਜੀ ਦੇ 2 ਸ਼ਬਦ ਗੁਰੂ ਨਾਨਕ ਸਾਹਿਬ ਜੀ ਦੇ ਸ਼ਬਦਾਂ ਦੇ ਸੰਗ੍ਰਹਿ ਵਿੱਚ ਹਨ। ਉਹਨਾਂ ਦੇ ਆਪਣੇ ਵੱਖਰੇ ਸੰਗ੍ਰਹਿ ਵਿੱਚ 18 ਹਨ। ਗੁਰੂ ਅਮਰਦਾਸ ਜੀ ਦੀ ਤਾਲੀਮ। ਉਹਨਾਂ ਦੀਆਂ ਜੀਵਨ ਸਾਖੀਆਂ ਵਿੱਚੋਂ। ਭਾਗ ਊੜਾ। ਮਨੁੱਖਤਾ ਦੀ ਕਦਰ। ਅਸੀਂ ਗੁਰੂ ਅਮਰਦਾਸ ਜੀ ਦੇ ਜੀਵਨ ਇਤਿਹਾਸ ਵਿੱਚੋਂ ਵੇਖ ਆਏ ਹਾਂ ਕਿ ਸਦੀਆਂ ਤੋਂ ਲਤਾੜੀ ਦੇ ਬੰਦਿਆਂ ਦੇ ਅੰਦਰ ਮਨੁੱਖਤਾ ਦਾ ਅਹਿਸਾਸ ਪੈਦਾ ਕਰਨ ਲਈ ਉਹਨਾਂ ਨੇ ਇਹ ਮਰਜ਼ਾਦਾ ਬਣਾ ਦਿੱਤੀ ਸੀ ਕਿ ਜੋ ਆਦਮੀ ਕਿਸੇ ਤਰ੍ਹਾਂ ਦੇ ਸ਼ਖਸੀ ਅਹੰਕਾਰ ਦੇ ਕਾਰਨ ਪੰਗਤ ਵਿੱਚ ਬੈਠ ਕੇ ਲੰਗਰ ਵਿੱਚੋਂ ਰੋਟੀ ਖਾਣ ਤੋਂ ਸੰਕੋਚ ਕਰੇ, ਉਸ ਨੂੰ ਸਤਸੰਗ ਵਿੱਚ ਬੈਠਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਜਿਨ੍ਹਾਂ ਨੂੰ ਰੱਬ ਦੇ ਬੰਦਿਆਂ ਤੋਂ ਨਫ਼ਰਤ ਹੋਵੇ, ਉਹਨਾਂ ਸਤਸੰਗ ਵਿੱਚੋਂ ਕੀ ਖੱਟਣਾ ਹੋਇਆ। ਗੁਰੂ ਅਮਰਦਾਸ ਜੀ ਵਾਸਤੇ ਇਹ ਗੱਲ ਬੜੀ ਅਸਹਿ ਸੀ ਕਿ ਧਰਮ ਦੀ ਓਟ ਲੈ ਕੇ ਕਮਜ਼ੋਰਾਂ ਨੂੰ ਸ਼ੂਦਰ ਆਖ ਕੇ ਉਹਨਾਂ ਦੀ ਆਰਥਿਕ ਹਾਲਤ ਡੇਗੀ ਜਾਏ ਅਤੇ ਉਹਨਾਂ ਨੂੰ ਦੁਰੇ ਦੁਰੇ ਕੀਤੀ ਜਾਏ। ਸਤਿਗੁਰੂ ਅਮਰਦਾਸ ਜੀ ਇਤਨੇ ਕੋਮਲ ਹਿਰਦਾ ਸਨ ਕਿ ਸ਼ੂਦਰ ਤਾਂ ਕਿਤੇ ਰਹੇ, ਉਹ ਕਿਸੇ ਐਸੇ ਗਏ ਗੁਜ਼ਰੇ ਮਨੁੱਖ ਤੋਂ ਵੀ ਨਫ਼ਰਤ ਨਹੀਂ ਕਰ ਸਕਦੇ ਸਨ ਜਿਸ ਨੇ ਵਿਕਾਰਾਂ ਵਿੱਚ ਗਲ ਕੇ ਆਪਣਾ ਸਰੀਰ ਵੀ ਮਹਾਰੋਗੀ ਕਰ ਲਿਆ। ਉਹਨਾਂ ਦੇ ਜੀਵਨ ਵਿੱਚ ਇੱਕ ਸਾਖੀ ਆਉਂਦੀ ਹੈ। ਇੱਕ ਧਨਾੜ ਖੱਤਰੀ ਦਾ ਇੱਕੋ ਇੱਕ ਪੁੱਤਰ ਸੀ ਜਿਸ ਦਾ ਨਾਮ ਪ੍ਰੇਮਾ ਸੀ। ਪ੍ਰੇਮਾ ਅਜੇ ਅੱਲੜ ਉਮਰ ਦਾ ਸੀ ਕਿ ਪਿਓ ਮਰ ਗਿਆ। ਮੰਦੇ ਭਾਗਾਂ ਨੂੰ ਉਹ ਖੋਟੇ ਵਹਿਣੇ ਵਿੱਚ ਵਹਿ ਗਿਆ। ਵਿਸ਼ੇ ਵਿਕਾਰਾਂ ਵਿੱਚ ਇਤਨਾ ਡੁੱਬਾ ਕਿ ਪਿਓ ਦਾ ਜੋੜਿਆ ਸਾਰਾ ਧਨ ਵੀ ਰੋੜ ਲਿਆ ਅਤੇ ਆਪਣਾ ਸਰੀਰ ਵੀ ਗਾਲ ਲਿਆ। ਪ੍ਰੇਮਾ ਆਖਰਕਾਰ ਕੋੜ ਦਾ ਸ਼ਿਕਾਰ ਹੋ ਗਿਆ। ਇਹ ਰੋਗ ਇਤਨਾ ਚੰਦਰਾ ਹੈ ਕਿ ਇਸ ਦੀ ਲਾਗ ਲੱਗਣ ਤੋਂ ਡਰਦਿਆਂ ਲੋਕ ਕੋੜ ਦੇ ਰੋਗੀ ਨੂੰ ਵਸੋਂ ਦੇ ਨੇੜੇ ਨਹੀਂ ਰਹਿਣ ਦਿੰਦੇ। ਕੁਸੰਗੀ ਉਤਨਾ ਚਿਰ ਯਾਰ ਹੁੰਦੇ ਹਨ ਜਦ ਤੱਕ ਖਾਣ ਪੀਣ ਦੀਆਂ ਮੌਜਾਂ ਬਣੀਆਂ ਰਹਿਣ। ਪ੍ਰੇਮਾ ਬਹੁਤ ਹੀ ਆਤਰ ਹੋ ਗਿਆ। ਆਖਰ ਸਬੱਬ ਲੱਗਣ ਤੇ ਇਹ ਗੋਇੰਦਵਾਲ ਆ ਪੜਿਆ। ਪ੍ਰੇਮਾ ਪਿਛਲੀਆਂ ਮੰਦ ਕਰਤੂਤਾਂ ਤੋਂ ਬੜਾ ਪਛਤਾਉਂਦਾ ਸੀ। ਗੁਰੂ ਅਮਰਦਾਸ ਜੀ ਦਾ ਹਿਰਦਾ ਪੱਗਰ ਆਇਆ। ਉਸ ਦਾ ਸਰੀਰ ਨਰੋਆ ਕੀਤਾ ਅਤੇ ਉਸ ਨੂੰ ਅਗਾਂਹ ਲਈ ਕੁਰਾਹੋਂ ਬਚਣ ਲਈ ਇੱਕ ਸੁਚੱਜਾ ਗ੍ਰਿਸ਼ਤੀ ਬਣਾਉਣ ਦੀ ਸੋਚ ਸੋਚੀ। ਪਰ ਜਿਸ ਗੱਭਰੂ ਦਾ ਪਿਛਲਾ ਜੀਵਨ ਇਤਨਾ ਕੁਕਰਮੀ ਰਹਿ ਚੁੱਕਿਆ ਹੋਵੇ, ਉਸ ਉਤੇ ਇਤਬਾਰ ਕੌਣ ਕਰੇ ਅਤੇ ਉਸ ਨੂੰ ਧੀ ਕੌਣ ਦੇਵੇ। ਇੱਕ ਸਿੱਖ ਗੁਰ ਆਗਿਆ ਅਨੁਸਾਰ ਪ੍ਰੇਮੇ ਨਾਲ ਆਪਣੀ ਲੜਕੀ ਦਾ ਵਿਆਹ ਕਰਨ ਨੂੰ ਤਿਆਰ ਹੋਇਆ, ਪਰ ਉਸ ਦੀ ਵਹੁਟੀ ਨਾ ਮੰਨੀ। ਗੁਰੂ ਅਮਰਦਾਸ ਜੀ ਪਾਸ ਆ ਕੇ ਉਹ ਆਖਣ ਲੱਗੀ ਕਿ ਆਪਣੇ ਜਿਗਰ ਦਾ ਟੋਟਾ, ਆਪਣੀ ਬੱਚੀ ਉਸੇ ਦੀ ਹੀ ਲੜ ਲਾਈ ਜਾ ਸਕਦੀ ਹੈ ਜਿਸ ਦੇ ਖਾਨਦਾਨ ਦੀ ਕੁਝ ਸੂਝ-ਬੂਝ ਹੋਵੇ। ਸਤਿਗੁਰ ਜੀ ਨੇ ਉੱਤਰ ਦਿੱਤਾ ਕਿ ਪ੍ਰੇਮਾ ਸਾਡਾ ਪੁੱਤਰ ਹੈ, ਬਸ ਇਹੀ ਉਸ ਦਾ ਖਾਨਦਾਨ ਹੈ। ਮਨੁੱਖਤਾ ਦੀ ਇਹ ਇੱਕ ਬੇਮਿਸਾਲ ਕਦਰ ਸੀ। ਪ੍ਰੇਮੇ ਦੀ ਸ਼ਾਦੀ ਹੋ ਗਈ। ਸਤਿਗੁਰ ਦੀ ਮਿਹਰ ਨਾਲ ਉਸ ਦਾ ਜੀਵਨ ਇਤਨਾ ਬਦਲਿਆ ਕਿ ਇਸ ਨਵੇਂ ਜੋੜੇ ਨੂੰ ਸਮੇਂ ਸਿਰ ਸਿੱਖ ਧਰਮ ਦਾ ਪ੍ਰਚਾਰਕ ਬਣਾਇਆ ਗਿਆ। ਗੁਰੂ ਅਮਰਦਾਸ ਜੀ ਦੇ ਵੇਲੇ ਦੇ ਸਿੱਖ ਇਤਿਹਾਸ ਵਿੱਚ ਮੱਥੋ ਮੁਰਾਰੀ ਨਾਮ ਬਹੁਤ ਪ੍ਰਸਿੱਧ ਹੈ। ਮੱਥੋ ਉਸ ਲੜਕੀ ਦਾ ਨਾਮ ਸੀ ਜੋ ਪ੍ਰੇਮੇ ਨਾਲ ਵਿਆਹੀ ਗਈ ਅਤੇ ਪ੍ਰੇਮੇ ਦਾ ਨਾਮ ਮੁਰਾਰੀ ਪ੍ਰਸਿੱਧ ਹੋਇਆ। ਭਾਗ ਐੜਾ। ਸੱਚ ਉੱਤੇ ਦ੍ਰਿੜਤਾ। ਸਦੀਆਂ ਤੋਂ ਲਤਾੜੀਂਦੇ ਅਤੇ ਸ਼ੂਦਰ ਅਖਵਾ ਕੇ ਦੁਰਕਾਰੇ ਜਾਂਦੇ ਬੰਦਿਆਂ ਨੂੰ ਸਮਾਜ ਵਿੱਚ ਬਰਾਬਰੀ ਦਾ ਹੱਕ ਦਿਵਾਉਣਾ ਕੋਈ ਸੌਖੀ ਖੇਡ ਨਹੀਂ ਸੀ।
जात अभिमानियां ने बड़ियां रोकां पाईयां। गुरु अमरदास जी दे मुकाबले उत्ते शरीक गुरु लिया खड़ा कीता। अकबर बादशाह पास झूठियां सच्चियां अपड़ाईयां गईयां। नगर दे खोजे मुंडियां नूं चुकणा दे के सांझे खूह तो लंगर लई पानी भरन जांदे सिखां दे घड़े अते गागरां वट्टियां पत्थरां नाल तोड़ाणे शुरू कर दिते। ਇਹ ਅਖੀਰਲੀ ਛੇੜਖਾਨੀ ਮਹੀਨਿਆਂ ਬੱਧੀ ਹੁੰਦੀ ਰਹੀ। ਸਤਿਗੁਰੂ ਜੀ ਦੇ ਹੁਕਮ ਅਨੁਸਾਰ ਸਿੱਖਾਂ ਨੇ ਘੜਿਆਂ ਤੋਂ ਗਾਗਰਾਂ ਵਟਾਈਆਂ, ਪਰ ਵਧੀਕੀ ਕਰਨ ਵਾਲੇ ਅਜੇ ਵੀ ਨਾ ਟਲੇ। ਕਈ ਵਾਰੀ ਅੱਕ ਕੇ ਸਿੱਖ ਗੁਰੂ ਅਮਰਦਾਸ ਜੀ ਪਾਸ ਸ਼ਿਕਾਇਤ ਕਰਦੇ ਰਹੇ, ਪਰ ਸਤਿਗੁਰੂ ਜੀ ਨੇ ਹਰ ਵਾਰੀ ਇਹੀ ਸਮਝਾਇਆ ਕਿ ਗਰੀਬਾਂ ਦੀ ਬਾਂਹ ਫੜਨ ਲਈ ਔਖਿਆਈਆਂ ਸਹਾਰਨੀਆਂ ਹੀ ਪੈਣਗੀਆਂ। ਪਰਮਾਤਮਾ ਨੂੰ ਬੰਦਿਆਂ ਵਿੱਚ ਵੇਖਣਾ ਹੈ, ਨੀਵਿਆਂ ਗਰੀਬਾਂ ਵਿੱਚ ਵੇਖਣਾ ਹੈ। ਇਸ ਅਟਲ ਸਚਾਈ ਤੋਂ ਡੋਲਣਾ ਨਹੀਂ ਅਤੇ ਕਿਸੇ ਨਾਲ ਛਿੱਬੇ ਨਹੀਂ ਪੈਣਾ। ਇਸ ਰਾਹ ਤੁਰਨ ਲਈ ਰੁੱਖਾਂ ਵਾਲੀ ਜਿਰਾਨ ਦੀ ਲੋੜ ਹੈ। ਭਾਗ ਈੜੀ ਇਸਤਰੀ ਨੂੰ ਮਨੁੱਖ ਨਾਲ ਬਰਾਬਰ ਦਾ ਦਰਜਾ। ਸਾਡੇ ਸਮਾਜ ਵਿੱਚ ਇਸਤਰੀ ਆਰਥਿਕ ਤੌਰ ਤੇ ਸਦੀਆਂ ਤੋਂ ਮਨੁੱਖ ਦੇ ਅਧੀਨ ਚਲੀ ਆ ਰਹੀ ਹੈ। ਇਸ ਆਰਥਿਕ ਪਰ ਅਧੀਨਤਾ ਨੇ ਹਿੰਦੂ ਸਮਾਜ ਵਿੱਚ ਇਸਤਰੀ ਦੀ ਬਹੁਤ ਦੁਰਦਸ਼ਾ ਕੀਤੀ ਹੋਈ ਸੀ। ਮਰੇ ਖਸਮ ਦੀ ਚਿਖਾ ਉੱਤੇ ਉਸ ਦੀ ਇਸਤਰੀ ਦਾ ਜਿਉਂਦਿਆਂ ਹੀ ਸੜ ਮਰਨਾ ਇਸਤਰੀ ਜਾਤੀ ਉੱਤੇ ਹਿੰਦੂ ਸ਼ਾਸਤਰਾਂ ਦਾ ਇਹ ਚੋਟੀ ਦਾ ਅਤਿਆਚਾਰ ਸੀ। ਵਹੁਟੀ ਮਰੇ ਤਾਂ ਖਸਮ ਹੋਰ ਵਿਆਹ ਕਰ ਲੈ, ਪਰ ਜੇ ਖਸਮ ਮਰੇ ਤਾਂ ਵਹੁਟੀ ਉਸ ਦੀ ਚਿਖਾ ਉੱਤੇ ਸੜ ਮਰੇ। ਇਹ ਅਤ ਦਰਜੇ ਦਾ ਅਨਿਆਂ ਗੁਰੂ ਅਮਰਦਾਸ ਜੀ ਦੇ ਕੋਮਲ ਹਿਰਦੇ ਵਾਸਤੇ ਅਸਹਿ ਸੀ। ਹਿੰਦੂ ਇਸਤਰੀ ਨੂੰ ਇਸ ਜ਼ੁਲਮ ਤੋਂ ਬਚਾਉਣ ਲਈ ਸਤਿਗੁਰੂ ਜੀ ਨੇ ਆਵਾਜ਼ ਉਠਾਈ। ਮੌਕਾ ਮਿਲਣ ਤੇ ਅਕਬਰ ਬਾਦਸ਼ਾਹ ਨੂੰ ਵੀ ਪ੍ਰੇਰਿਆ ਕਿ ਇਸ ਜ਼ੁਲਮ ਨੂੰ ਰੋਕੇ। ਸਤਿਗੁਰੂ ਜੀ ਨੇ ਵਿਧਵਾ ਵਿਆਹ ਦੀ ਖੁੱਲ੍ਹ ਕੀਤੀ ਅਤੇ ਪਰਦੇ ਦੀ ਰਸਮ ਨੂੰ ਵੀ ਹਟਾਉਣ ਦਾ ਯਤਨ ਕੀਤਾ। ਗੁਰੂ ਅਮਰਦਾਸ ਜੀ ਦੇ ਦੀਵਾਨ ਵਿੱਚ ਇਸਤਰੀਆਂ ਨੂੰ ਘੁੰਡ ਕੱਢ ਕੇ ਆਉਣ ਦੀ ਮਨਾਹੀ ਸੀ। ਗੋਇੰਦਵਾਲ ਵਿਖੇ ਪ੍ਰਸਿੱਧ ਗੁਰ ਅਸਥਾਨ ਭਾਈ ਕਾਨ ਸਿੰਘ ਜੀ ਨਾਭਾ ਨੇ ਮਹਾਨ ਕੋਸ਼ ਵਿੱਚ ਗੋਇੰਦਵਾਲ ਸਾਹਿਬ ਵਿਖੇ ਹੇਠ ਲਿਖੇ ਗੁਰ ਅਸਥਾਨਾਂ ਦਾ ਜ਼ਿਕਰ ਕੀਤਾ ਹੈ। ਨੰਬਰ 1 ਆਨੰਦ ਜੀ ਦਾ ਅਸਥਾਨ। ਆਨੰਦ ਜੀ ਸ੍ਰੀ ਗੁਰੂ ਅਮਰਦਾਸ ਜੀ ਦੇ ਪੋਤੇ ਬਾਬਾ ਮੋਹਰੀ ਜੀ ਦੇ ਪੁੱਤਰ ਸਨ। ਬਾਜ਼ਾਰ ਵਿੱਚ ਉਹਨਾਂ ਦੇ ਰਹਿਣ ਦੀ ਥਾਂ ਮੰਜੀ ਸਾਹਿਬ ਬਣਿਆ ਹੋਇਆ ਹੈ। ਨੰਬਰ 2 ਹਵੇਲੀ ਸਾਹਿਬ, ਸ੍ਰੀ ਗੁਰੂ ਅਮਰਦਾਸ ਜੀ ਦੇ ਰਹਿਣ ਦਾ ਮਕਾਨ। ਇਸ ਥਾਂ ਗੁਰੂ ਅਮਰਦਾਸ ਜੀ ਦੀਵਾਨ ਕਰਿਆ ਕਰਦੇ ਸਨ। ਇੱਥੇ ਗੁਰੂ ਪੰਚਮ ਪਾਤਸ਼ਾਹ ਜੀ ਦੇ ਵੇਲੇ ਦੀ ਇੱਕ ਪਾਲਕੀ ਹੈ, ਜਿਸ ਵਿੱਚ ਕੁਰਬਾਨੀ ਦੀਆਂ ਪੋਥੀਆਂ ਸ੍ਰੀ ਅੰਮ੍ਰਿਤਸਰ ਲੈ ਗਏ ਸਨ ਅਤੇ ਵਾਪਸ ਵੀ ਇਸੇ ਪਾਲਕੀ ਵਿੱਚ ਇੱਥੇ ਲਿਆਏ। ਇਸ ਪਾਲਕੀ ਵਿੱਚ ਹੁਣ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ। ਬਰਾਂਡੇ ਵਿੱਚ ਹੀ ਗੁਰੂ ਰਾਮਦਾਸ ਜੀ ਦਾ ਗੁਰਿਆਈ ਅਸਥਾਨ ਹੈ। ਇਸ ਦੇ ਪਾਸ ਹੀ ਸ੍ਰੀ ਗੁਰੂ ਅਮਰਦਾਸ ਜੀ ਅਤੇ ਗੁਰੂ ਰਾਮਦਾਸ ਜੀ ਦੇ ਜੋਤੀ ਜੋਤ ਸਮਾਉਣ ਦਾ ਅਸਥਾਨ ਹੈ। ਇਸੇ ਬਰਾਂਡੇ ਵਿੱਚ ਬੀਬੀ ਭਾਨੀ ਜੀ ਦਾ ਚੁੱਲ੍ਹਾ ਹੈ। ਇਸ ਚੁੱਲ੍ਹੇ ਦੇ ਪਾਸ ਹੀ ਉਹ ਥੰਮ ਮੌਜੂਦ ਹੈ, ਜਿਸ ਦੇ ਸਹਾਰੇ ਸਤਿਗੁਰੂ ਅਰਜਨ ਦੇਵ ਜੀ ਖਲੋਇਆ ਕਰਦੇ ਸਨ। ਪਾਸ ਹੀ ਇੱਕ ਕੋਠੜੀ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਅਵਤਾਰ ਧਾਰਨ ਦੇ ਅਸਥਾਨ ਪਾਸ ਬਾਬਾ ਪਿਰਥੀ ਚੰਦ ਅਤੇ ਮਹਾਦੇਵ ਜੀ ਦੇ ਪ੍ਰਗਟ ਹੋਣ ਦਾ ਅਸਥਾਨ ਹੈ। ਨੰਬਰ 3 ਬਾਵਲੀ ਸਾਹਿਬ। 84 ਪੌੜੀਆਂ ਦੀ ਬਹੁਤ ਸੁੰਦਰ ਵਾਪੀ ਬੌਲੀ ਜੋ ਸ੍ਰੀ ਗੁਰੂ ਅਮਰਦਾਸ ਜੀ ਨੇ ਲਗਵਾਈ, ਜੋ ਬਹੁਤ ਪ੍ਰੇਮੀਆਂ ਦਾ ਯਾਤਰਾ ਅਸਥਾਨ ਹੈ। ਕਈ ਸ਼ਰਧਾਲੂ ਹਰੇਕ ਪੌੜੀ ਤੇ ਇੱਕ ਇੱਕ ਜਪ ਸਾਹਿਬ ਦਾ ਪਾਠ 84 ਇਸ਼ਨਾਨ ਕਰਕੇ ਕਰਨ ਤੋਂ 84 ਲੱਖ ਜੂਨ ਤੋਂ ਛੁਟਕਾਰਾ ਮੰਨਦੇ ਹਨ। ਨੰਬਰ 4 ਮੋਹਨ ਜੀ ਦਾ ਚੌਬਾਰਾ। ਸ੍ਰੀ ਗੁਰੂ ਅਮਰਦਾਸ ਜੀ ਦੇ ਵੱਡੇ ਸੁਪੁੱਤਰ ਬਾਬਾ ਮੋਹਨ ਜੀ ਇਸ ਵਿੱਚ ਨਿਵਾਸ ਕੀਤਾ ਕਰਦੇ ਸਨ। ਬਾਜ਼ਾਰ ਦੇ ਨਾਲ ਹੀ ਹਵੇਲੀ ਸਾਹਿਬ ਦੇ ਅਹਾਤੇ ਨਾਲ ਲੱਗਦਾ ਸਧਾਰਨ ਜਿਹਾ ਅਸਥਾਨ ਹੈ। ਮੰਜੀ ਸਾਹਿਬ ਬਣਿਆ ਹੋਇਆ ਹੈ। ਜੀਵਨ ਬਿਰਤਾਂਤ ਗੁਰੂ ਅਮਰਦਾਸ ਸਾਹਿਬ ਜੀ। ਲੇਖਕ ਪ੍ਰੋਫੈਸਰ ਸਾਹਿਬ ਸਿੰਘ। ਆਵਾਜ਼ ਭਾਈ ਗੁਰਜੰਟ ਸਿੰਘ ਰੂਪੋਵਾਲੀ। ਸਿੱਖ ਇਤਿਹਾਸ ਅਤੇ ਗੁਰ ਇਤਿਹਾਸ ਸੁਣਨ ਲਈ YouTube ਚੈਨਲ ਗੁਰਜੰਟ ਸਿੰਘ ਰੂਪੋਵਾਲੀ ਸਬਸਕ੍ਰਾਈਬ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।